ਅੱਜ ਦੇ ਸੈਸ਼ਨ ਦੇ ਲਈ ਜੁੜਨ ਦੇ ਲਈ ਸਾਰਿਆਂ ਦਾ ਧੰਨਵਾਦ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੀ ਵਾਰੀ ਜਿਹੜੀ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਚੈਪਟਰ ਨੰਬਰ 5 ਸੀਗਾ, ਉਹ ਜਿਹੜਾ ਚੈਪਟਰ ਸੀਗਾ ਉਹ ਡਾਕਟਰ ਸਾਹਿਬ ਨੇ ਮੋਸਟਲੀ ਕਵਰ ਕਰ ਦਿੱਤਾ ਸੀ। ਉਹਦਾ ਪਿਛਲਾ ਪਾਰਟ ਜਿਹੜਾ ਸੀਗਾ ਉਹ ਅੱਧਾ ਰਹਿ ਗਿਆ ਸੀਗਾ, ਜਿਹਦੇ ਵਿੱਚ ਇੱਕ ਧਾਰਨਾ ਹਿੰਦੂਆਂ ਦੇ ਵੱਲੋਂ ਫੈਲਾਈ ਗਈ ਸੀਗੀ ਕਿ ਪਾਕਿਸਤਾਨ ਜਿਹੜਾ ਹੈਗਾ ਆ ਉਹ ਨਹੀਂ ਬਣਨਾ ਚਾਹੀਦਾ, ਕਿਉਂਕਿ ਉਹਦੇ ਨਾਲ ਦੇਸ਼ ਦੀ ਜਿਹੜੀ ਸੁਰੱਖਿਆ ਆ ਉਹ ਕਮਜ਼ੋਰ ਹੁੰਦੀ ਆ, ਉਹ ਵੀਕ ਹੁੰਦੀ ਆ। ਤੇ ਉਹਨੂੰ ਲੈ ਕੇ ਬਾਬਾ ਸਾਹਿਬ ਦਾ ਕੀ ਐਨਾਲਿਸਿਸ ਆ, ਉਹ ਪਾਰਟ ਰਹਿ ਗਿਆ ਸੀ ਪਿਛਲੀ ਵਾਰ। ਤੇ ਐਸ ਇੱਕ ਚੈਪਟਰ ਹੋਰ ਹੈਗਾ ਆ, ਚੈਪਟਰ ਨੰਬਰ 6, ਤੇ ਉਹ ਹੈਗਾ ਆ ਵੀ ਪਾਕਿਸਤਾਨ ਬਣਨ ਦੇ ਨਾਲ ਜਿਹੜੇ ਫਿਰਕੂ ਜਿਹੜਾ ਵਿਵਾਦ ਹੈਗਾ ਆ, ਜਿਹੜਾ ਆਪਸੀ ਕੌਮੀ ਵਿਵਾਦ ਜਿਹਨੂੰ ਆਪਾਂ ਕਹਿੰਦੇ ਆ, ਉਹ ਕੌਮੀ ਵਿਵਾਦ ਕੋਈ ਸੋਲਿਊਸ਼ਨ ਨਹੀਂ ਹੈ ਸੀਗਾ। ਜਿੱਥੇ ਅਸੀਂ ਛੱਡਿਆ ਸੀਗਾ ਲਾਸਟ, ਉਹਦੇ ਵਿੱਚ ਬਾਬਾ ਸਾਹਿਬ ਇਹ ਦੱਸ ਰਿਹਾ ਹੈਗਾ ਕਿ ਸਾਨੂੰ ਜਿਹੜੀ ਦੇਸ਼ ਦੇ ਵਿੱਚ ਜਿਹੜੀ ਉਸ ਵੇਲੇ ਬ੍ਰਿਟਿਸ਼ ਆਰਮੀ ਸੀਗੀ, ਜਿਹਦੇ ਵਿੱਚ ਭਾਰੀ ਗਿਣਤੀ ਮੁਸਲਮਾਨਾਂ ਦੀ ਸੀਗੀ, ਉਹਦੇ ਵਿੱਚ ਸਾਨੂੰ ਜਿਹੜੇ ਹਿੰਦੂ ਹੈਗੇ ਆ ਉਹਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪੈਣਾ, ਉਹਦੀ ਸਟੱਡੀ ਕਰਨ ਦੀ ਲੋੜ ਹੈਗੀ ਆ। ਬਾਬਾ ਸਾਹਿਬ ਇਹ ਦੱਸਦੇ ਹੈਗੇ ਆ ਕਿ 1930 ਦੇ ਵਿੱਚ ਜਿਹੜੀ ਇਨਫੋਰਮੇਸ਼ਨ ਸਾਨੂੰ ਭਾਰਤੀ ਸੈਨਾ ਦੇ ਵਿੱਚ ਜਿਹੜਾ ਕਿਹੜੀ ਕੌਮ ਕਿੰਨੇ % ਜਿਹੜੀ ਹੈਗੀ ਆ ਉਹ ਇਨਵੋਲਵ ਹੈਗੀ ਆ, ਉਹਦਾ ਜਿਹੜਾ ਸਾਡੇ ਕੋਲ ਡੇਟਾ ਹੈਗਾ ਆ, ਸਾਨੂੰ ਸਿਰਫ ਇਹ ਜ਼ਰੂਰ ਮਿਲਦਾ ਆ ਵੀ ਮਿਸਟਰ ਚੌਧਰੀ ਦੱਸ ਰਿਹਾ ਹੈਗਾ ਆ ਕਿ ਜਿਹੜੇ ਪੈਦਲ ਫੌਜੀ ਹੈਗੇ ਆ ਉਹਦੇ ਵਿੱਚ ਮੁਸਲਮਾਨ ਜਿਹੜੇ 36% ਹੈਗੇ ਆ, ਤੇ ਜਿਹੜੇ ਘੋੜਸਵਾਰ ਫੌਜੀ ਹੈਗੇ ਉਹ 30% ਆ। ਤੇ ਮਤਲਬ ਕਹਿਣ ਦਾ ਮਤਲਬ ਇਹ ਆ ਕਿ 66% ਜਿਹੜੀ ਪਾਪੂਲੇਸ਼ਨ ਜਿਹੜੀ ਪਰਸੈਂਟੇਜ ਹੈਗੀ ਆ ਫੌਜੀਆਂ ਦੀ, ਮਿਸਟਰ ਚੌਧਰੀ ਦੇ ਹਿਸਾਬ ਦੇ ਨਾਲ 1930 ਦੇ ਅਕੋਰਡਿੰਗਲੀ ਇਹ ਸਾਡੇ ਕੋਲ ਕਹਿੰਦੇ ਮੌਜੂਦ ਹੈਗੀ ਆ। ਪਰ ਹੈਰਾਨੀ ਦੀ ਕਹਿੰਦੇ ਗੱਲ ਇਹ ਹੈਗੀ ਆ ਕਿ 1930 ਤੋਂ ਬਾਅਦ ਸਾਨੂੰ ਇਹ ਕੋਈ ਇਨਫੋਰਮੇਸ਼ਨ ਇਦਾਂ ਦੀ ਨਹੀਂ ਮਿਲਦੀ ਹੈਗੀ ਕਿ ਭਾਰਤੀ ਸੈਨਾ ਦੇ ਵਿੱਚ ਕਿਹੜੀ ਕੌਮ ਦੇ ਲੋਕ ਜ਼ਿਆਦਾ ਹੈਗੇ ਆ। ਤੇ ਉਸ ਤੋਂ ਬਾਅਦ ਕਹਿੰਦੇ ਹੈਗੇ ਕਿ ਫਿਰ ਇਸ ਤੋਂ ਬਾਅਦ ਸਾਨੂੰ ਇਹ ਆ ਵੀ ਇਹ ਚੀਜ਼ ਇੰਪੋਸੀਬਲ ਜਿਹੀ ਹੁੰਦੀ ਹੈਗੀ, ਕਿੱਦਾਂ ਅਸੀਂ ਜਿਹੜਾ ਡੇਟਾ ਹੈਗਾ ਆ ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਸਟੱਡੀ ਕਰੀਏ, ਕਿਉਂਕਿ ਡੇਟਾ ਅਵੇਲੇਬਲ ਨਹੀਂ ਹੈਗਾ। ਉਸ ਤੋਂ ਬਾਅਦ ਗਵਰਨਮੈਂਟ ਨੇ ਵੀ ਇਹ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਜਾਰੀ ਕਰਨੀ ਬੰਦ ਕਰ ਦਿੱਤੀ। ਕਹਿੰਦੇ ਇਹ ਬੜੀ ਹੈਰਾਨੀ ਵਾਲੀ ਗੱਲ ਹੈਗੀ ਆ ਵੀ ਇਹ ਜਿਹੜੀ ਫੌਜ ਦੀ ਜਿਹੜੀ ਬਣਤਰ ਹੈਗੀ ਆ ਉਹਦੇ ਬਾਬਤ ਕੋਈ ਵੀ ਜਾਣਕਾਰੀ ਜਿਹੜੀ ਆ ਪਬਲਿਕ ਦੇ ਵਿੱਚ ਬੰਦ ਹੋ ਗਈ, ਗਵਰਨਮੈਂਟ ਨੇ ਬੰਦ ਕਰ ਦਿੱਤੀ। ਤੇ ਜੇ ਕੋਈ ਬੰਦਾ ਇਸ ਚੀਜ਼ ਨੂੰ ਲੈ ਕੇ ਗਵਰਨਮੈਂਟ ਨੂੰ ਰਿਕੁਐਸਟ ਕਰਦਾ ਵੀ ਸਾਨੂੰ ਫੌਜ ਦੇ ਰਿਲੇਟਡ ਕੋਈ ਇਨਫੋਰਮੇਸ਼ਨ ਦਿਓ, ਤੇ ਗਵਰਨਮੈਂਟ ਨੇ ਇਹ ਜਾਣਕਾਰੀ ਦੇਣ ਨੂੰ ਮਨਾ ਕਰ ਦਿੱਤਾ। ਉਹਦੀ ਕਹਿੰਦੇ ਇੱਕ ਐਗਜ਼ਾਮਪਲ ਸਾਨੂੰ ਮਿਲਦੀ ਹੈ, ਇੱਕ ਜਿਹੜੀ ਸੈਸ਼ਨ ਹੋਇਆ ਸੀਗਾ ਲੈਜਿਸਲੇਟਿਵ ਅਸੈਂਬਲੀ ਡਿਬੇਟਸ 1938 ਦੇ ਵਿੱਚ। ਕਹਿੰਦੇ ਵੀ ਇਹ ਇੱਕ ਡਿਸਕਸ਼ਨ ਹੋਈ ਸੀ 15 ਸਤੰਬਰ 1938 ਦੇ ਵਿੱਚ। ਉਹਦੇ ਵਿੱਚ ਮਿਸਟਰ ਬਦਰੀ ਦੱਤ ਪਾਂਡੇ ਹੈਗਾ ਆ, ਉਹਨੇ ਅਮਰਿੰਦਰਾ ਨਾਥ ਚੌਪਾਧਿਆ ਦੇ ਵੱਲੋਂ ਕਹਿੰਦੇ ਸਵਾਲ ਖੜੇ ਕੀਤੇ ਸੀ, ਭਾਰਤੀ ਜਿਹੜੀ ਸੈਨਾ ਹੈਗੀ ਆ ਉਹਦੇ ਵਿੱਚ ਕਿਹੜੀ ਕੌਮ ਜਿਹੜੀ ਹੈਗੀ ਆ ਉਹਦੀ ਕਿੰਨੀ ਪਰਸੈਂਟੇਜ ਹੈਗੀ ਆ। ਉਹਨੇ ਕੋਈ ਸਵਾਲ ਖੜੇ ਕੀਤੇ, ਉਹਦੇ ਵਿੱਚ ਪੁੱਛਿਆ ਗਿਆ ਸੀਗਾ ਕਿ 1937 ਤੇ 1938 ਦੇ ਵਿੱਚ ਕਿੰਨੇ ਫੌਜੀ ਤੇ ਕਿੰਨੇ ਅਫਸਰ ਜਿਹੜੇ ਆ ਫੌਜ ਦੇ ਵਿੱਚ ਭਰਤੀ ਹੋਏ, ਕਿੰਨੇ ਉਹਨਾਂ ਦੇ ਵਿੱਚੋਂ ਪੈਦਲ ਫੌਜੀ ਸੀਗੇ, ਕਿੰਨੇ ਉਹਨਾਂ ਵਿੱਚੋਂ ਘੋੜਸਵਾਰ ਸੀਗੇ। ਉਹਨਾਂ ਫੌਜੀਆਂ ਦੇ ਵਿੱਚੋਂ ਤੇ ਉਹਨਾਂ ਅਫਸਰਾਂ ਦੇ ਵਿੱਚੋਂ ਪੰਜਾਬੀ ਸਿੱਖ ਕਿੰਨੇ ਸੀ, ਪਠਾਨ ਕਿੰਨੇ ਸੀਗੇ, ਕੜਵਾਲੀ ਕਿੰਨੇ ਸੀ, ਮਰਾਠੇ ਕਿੰਨੇ ਸੀ, ਮਦਰਾਸੀ ਕਿੰਨੇ ਸੀ, ਬਿਹਾਰੀ ਕਿੰਨੇ ਸੀਗੇ। ਇਹਦੇ ਬਾਰੇ ਸਾਨੂੰ ਕਹਿੰਦੇ ਜਾਣਕਾਰੀ ਦਿੱਤੀ ਜਾਵੇ। ਕਹਿੰਦੇ ਜੇ ਇਦਾਂ ਦੀ ਕੋਈ ਜਾਣਕਾਰੀ ਨਹੀਂ ਹੈਗੀ, ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਕਿ ਪੰਜਾਬੀ ਸਿੱਖ ਹੈਗੇ ਆ, ਪਠਾਨ ਹੈਗੇ ਆ, ਉਹ ਬਈ ਉਹਨਾਂ ਦੀ ਜਿਹੜੀ ਪੰਜਾਬੀ ਸਿੱਖ ਹੈਗੇ ਆ, ਪਠਾਨ ਹੈਗੇ ਆ, ਕੜਵਾਲੀ ਹੈਗੇ ਆ, ਜਿਹੜੇ ਰਿਕਰੂਟ ਹੋਏ ਆ, ਉਹਨਾਂ ਨੂੰ ਹਾਇਰ ਕਰਨ ਦੇ ਨਾਲ ਕੀ ਜਿਹੜੇ ਆਨਰੇਬਲ ਮੈਂਬਰ ਹੈਗੇ ਆ, ਕੀ ਉਹਨਾਂ ਦਾ ਮੈਂ ਧਿਆਨ ਦਿਵਾਉਣਾ ਚਾਹੁੰਦਾ ਵੀ ਬਾਕੀ ਪ੍ਰੋਵਿੰਸਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚੋਂ ਵੀ ਮਿਲਟਰੀ ਵਿੱਚ ਬੰਦੇ ਲਏ ਹੈਗੇ ਕਿ ਨਹੀਂ ਲਏ ਹੈਗੇ। ਕਹਿੰਦੇ ਕਿ ਜਿਹੜਾ ਡਿਫੈਂਸ ਸੈਕਟਰੀ ਹੈਗਾ ਆ, ਕਹਿੰਦੇ ਉਹ ਸਾਨੂੰ ਇਸ ਚੀਜ਼ ਨੂੰ ਅਲਾਉ ਕਰਦਾ ਕਿ ਅਸੀਂ ਆਪਣੇ ਜਿਹੜੇ ਪ੍ਰੋਵਿੰਸ ਹੈਗੇ ਆ, ਆਪਣੇ ਸੂਬੇ ਹੈਗੇ, ਉਹਨਾਂ ਦੇ ਵਿੱਚੋਂ ਅਸੀਂ ਪ੍ਰਾਈਵੇਟ ਏਜੰਸੀਆਂ ਬਣਾ ਕੇ ਉਹਨਾਂ ਦੇ ਵਿੱਚੋਂ ਅਸੀਂ ਜਿਹੜੇ ਸਾਡੇ ਲੋਕਲ ਫੌਜੀ ਹੈਗੇ ਜਾਂ ਲੋਕਲ ਲੋਕ ਹੈਗੇ ਆ ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਕੇ ਵਧੀਆ ਤਰੀਕੇ ਦੇ ਨਾਲ ਅਸੀਂ ਆਪਣੇ ਪ੍ਰੋਵਿੰਸ ਲੈਵਲ ਦੇ ਉੱਤੇ ਰੈਜੀਮੈਂਟਾਂ ਬਣਾ ਸਕੀਏ। ਕਹਿੰਦੇ ਜੀ ਜਿਹੜਾ ਡਿਫੈਂਸ ਸੈਕਟਰੀ ਉਸ ਵੇਲੇ ਸੀਗਾ CMG ਓਗਿਲਵੇ ਜਿਹੜਾ ਸੀਗਾ, ਉਹਨੇ ਇਹ ਜਾਣਕਾਰੀ ਕਹਿੰਦਾ ਵੀ ਇਹ ਪਬਲਿਕ ਹਿੱਤ ਦੇ ਇਹ ਜਾਣਕਾਰੀ ਸੀ ਨਹੀਂ, ਉਹਨੇ ਸਭਾ ਦੇ ਵਿੱਚ ਇਹ ਗੱਲ ਕਹਿਤੀ ਸੀ ਵੀ ਪਬਲਿਕ ਹਿੱਤ ਦੇ ਲਈ ਅਸੀਂ ਇਹ ਜਿਹੜੀ ਜਾਣਕਾਰੀ ਆ ਅਸੀਂ ਨਹੀਂ ਦੇ ਸਕਦੇ। ਹਾਂ, ਜਿੱਥੇ ਤੱਕ ਭਾਰਤੀ ਜਿਹੜੀ ਮਿਲਟਰੀ ਹੈਗੀ ਉਹਦਾ ਸਵਾਲ ਹੈਗਾ ਆ, ਜਿੱਥੇ ਤੱਕ ਸਾਨੂੰ ਫਾਈਨਾਂਸ ਜਿਹੜਾ ਹੈਗਾ ਆ ਉਹ ਸਾਨੂੰ
ਇਜਾਜ਼ਤ ਦਿੰਦਾ ਹੈਗਾ ਆ, ਅਸੀਂ ਬੈਸਟ ਐਫੀਸ਼ੀਐਂਟ ਜਿਹੜੀ ਆਰਮੀ ਹੈਗੀ ਆ ਉਹ ਚੁਣੀ ਹੈਗੀ ਆ। ਕਹਿੰਦੇ ਉਸ ਤੋਂ ਬਾਅਦ ਇੱਕ ਚੰਬਾ ਹੁੰਦਾ ਆ, ਸੈਕਟਰੀ ਆਫ ਸਟੇਟ ਜਿਹੜਾ ਹੈਗਾ ਆ ਉਹ 8 ਜੁਲਾਈ 1943 ਨੂੰ ਇੱਕ ਡੇਟਾ ਜਾਰੀ ਕਰਦਾ ਆ। ਉਸ ਡੇਟਾ ਜਿਹੜਾ ਜਾਰੀ ਆ ਕਹਿੰਦੇ ਉਹਦਾ ਮੋਸਟ ਵੈਲਕਮ ਆ ਵੀ ਉਹ ਜਿਹੜਾ ਡੇਟਾ ਹੈਗਾ ਆ ਉਹ ਆਫਟਰ ਵਾਰ ਦਾ ਡੇਟਾ ਹੈਗਾ ਆ, ਵੀ ਜਿਹੜੀ ਉਹਦੇ ਵਿੱਚ ਗਠਨ ਹੈਗਾ ਆ ਵੀ ਕਿੰਨੇ ਪਰਸੈਂਟ ਜਿਹੜੇ ਮੁਸਲਮਾਨ ਕਿੰਨੇ ਹੈਗੇ ਆ, ਗੋਰਖੇ ਕਿੰਨੇ ਆ, ਹਿੰਦੂ ਕਿੰਨੇ ਆ, ਸਿੱਖ ਕਿੰਨੇ ਆ, ਉਹ ਸਾਰੇ ਦਾ ਸਾਰਾ ਡੇਟਾ ਜਿਹੜਾ ਆ ਉਹ ਜਿਹੜਾ ਆ ਵਾਰ ਦੇ ਦੌਰਾਨ ਜਿਹੜੀ ਮਿਲਟਰੀ ਦਾ ਜਿਹੜਾ ਗਠਨ ਸੀਗਾ ਉਹਨੂੰ ਲੈ ਕੇ ਹੈਗਾ ਆ। ਕਹਿੰਦੇ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਅਸੀਂ ਉਹਦਾ ਧੰਨਵਾਦ ਕਰਦੇ ਹੈਗੇ ਆ, ਪਰ ਸਾਨੂੰ ਇਹ ਦੇਖਣਾ ਪੈਣਾ ਵੀ ਸ਼ਾਂਤੀ ਦੇ ਮਾਹੌਲ ਦੇ ਵਿੱਚ ਭਾਰਤੀ ਸੈਨਾ ਜਿਹੜੀ ਹੈਗੀ ਆ ਉਹਦਾ ਗਠਨ ਕਿੱਦਾਂ ਦਾ ਆ, ਕਿਉਂਕਿ ਸਵਾਲ ਖੜਾ ਆ ਹਿੰਦੂਆਂ ਦੇ ਵੱਲੋਂ ਵੀ ਪਾਕਿਸਤਾਨ ਜਿਹੜਾ ਆ ਉਹ ਬਣਨਾ ਨਹੀਂ ਚਾਹੀਦਾ, ਕਿਉਂਕਿ ਉਹਦੇ ਨਾਲ ਕੀ ਆ ਜਿਹੜੀ ਦੇਸ਼ ਦੀ ਸੁਰੱਖਿਆ ਜਿਹੜੀ ਹੈਗੀ ਆ ਉਹ ਸਾਡੀ ਕਮਜ਼ੋਰ ਹੁੰਦੀ ਆ। ਇਸ ਕਰਕੇ ਬਾਬਾ ਸਾਹਿਬ ਆਰਮੀ ਦਾ ਜਿਹੜਾ ਐਨਾਲਿਸਿਸ ਕਰ ਰਹੇ ਹੈਗੇ ਆ। ਕਹਿੰਦੇ ਹੁਣ ਸਾਨੂੰ ਜਿਹੜਾ ਡੇਟਾ 1943 ਦੇ ਵਿੱਚ ਸੈਕਟਰੀ ਆਫ ਸਟੇਟ ਵੱਲੋਂ ਦਿੱਤਾ ਗਿਆ ਉਹ ਹੈਗਾ ਜਦੋਂ ਸੈਕੰਡ ਵਰਲਡ ਵਾਰ ਲੱਗੀ ਸੀ ਉਹਦਾ, ਉਹ ਉਸ ਤੋਂ ਪਹਿਲਾਂ ਜਦੋਂ ਪੀਸ ਦਾ ਮਾਹੌਲ ਹੈ, ਜਦੋਂ ਸ਼ਾਂਤੀ ਦਾ ਮਾਹੌਲ ਹੈ, ਸਾਨੂੰ ਉਹਦਾ ਡੇਟਾ ਨਹੀਂ ਮਿਲਦਾ ਹੈਗਾ। ਓਬਵੀਅਸਲੀ ਜਿਹੜੀਆਂ ਕਹਿ ਜਾਂਦਾ ਵੀ ਮਾਰਸ਼ਲ ਕੌਮ ਆ, ਨਾਨ ਮਾਰਸ਼ਲ ਕੌਮਾਂ ਹੈਗੀਆਂ ਆ, ਲੜਾਕੂ ਤੇ ਗੈਰ ਲੜਾਕੂ ਜਿਹੜੀਆਂ ਕੌਮਾਂ ਹੈਗੀਆਂ ਆ, ਉਹਦੇ ਆਧਾਰ ਤੇ ਮੈਨੂੰ ਲੱਗਦਾ ਉਹਦਾ ਗਠਨ ਜ਼ਰੂਰ ਹੋਣਾ ਉਹਨਾਂ ਦੇ ਵਿੱਚ। ਤੇ ਸਹੀ ਜਿਹੜਾ ਡੇਟਾ ਸਾਨੂੰ ਜਿਹੜਾ ਸ਼ਾਂਤੀ ਦੇ ਸਮੇਂ ਜਿੱਦਾਂ ਦੀ ਭਾਰਤੀ ਫੌਜ ਦੀ ਗਠਨ ਹੈਗਾ ਆ, ਉਹਦਾ ਗਠਨ ਹੈਗਾ ਆ, ਉਹ ਉਸਦੇ ਤਰੀਕੇ ਦੇ ਨਾਲ ਉਹ ਸਾਨੂੰ ਡੇਟਾ ਕਹਿੰਦੇ ਜ਼ਰੂਰੀ ਚਾਹੀਦਾ ਹੈਗਾ ਆ। ਅੱਗੇ ਕਹਿੰਦੇ ਹੈਗੇ ਕੁਝ ਲੋਕ ਇਹ ਕਹਿੰਦੇ ਹੈਗੇ ਆ ਕਿ ਵਾਰ ਤੋਂ ਪਹਿਲਾਂ, ਵਿਸ਼ਵ ਯੁੱਧ ਤੋਂ ਪਹਿਲਾਂ ਮੁਸਲਮਾਨਾਂ ਦੀ ਗਿਣਤੀ ਭਾਰਤੀ ਸੈਨਾ ਦੇ ਵਿੱਚ 60 ਤੋਂ 70% ਸੀਗੀ। ਕਹਿੰਦੇ ਵੀ ਕੁਝ ਕਹਿੰਦੇ ਹੈਗੇ ਆ ਵੀ ਚਲੋ ਆਪਾਂ ਕਲੋਜ਼ਲੀ ਲਾ ਕੇ ਦੇਖਦੇ ਵੀ 50% ਵੀ ਰੱਖੀਏ, 50% ਵੀ ਜਿਹੜੀ ਮੁਸਲਮਾਨਾਂ ਦੀ ਆਬਾਦੀ ਹੈਗੀ ਆ ਭਾਰਤੀ ਸੈਨਾ ਦੇ ਵਿੱਚ ਬਹੁਤ ਵੱਡੀ ਆ ਤੇ ਇੱਕ ਖਤਰੇ ਦਾ ਨਿਸ਼ਾਨ ਹੈਗਾ ਆ। ਕਹਿੰਦੇ ਇਹ ਵੀ ਇਹਦੇ ਨਾਲ ਸੱਚ ਹੁੰਦਾ ਆ ਵੀ ਜਿਹੜਾ ਇੱਕ ਜਿਹੜੀ ਬ੍ਰਿਟਿਸ਼ ਆਰਮੀ ਪਾਲਿਸੀ ਸੀਗੀ ਉਹਦੇ ਸਿਧਾਂਤ ਬਣਾਏ ਗਏ ਸੀਗੇ ਜਦੋਂ 1857 ਦੀ ਕ੍ਰਾਂਤੀ ਹੋਈ ਆ, ਉਸ ਤੋਂ ਬਾਅਦ ਉਸ ਕ੍ਰਾਂਤੀ ਤੋਂ ਬਾਅਦ ਇੱਕ ਸਿਧਾਂਤ ਘੜੇ ਗਏ, ਕੁਝ ਸਿਧਾਂਤ ਘੜੇ ਗਏ, ਉਹਨਾਂ ਸਿਧਾਂਤਾਂ ਦੀ ਉਲੰਘਣਾ ਕੀਤੀ ਗਈ ਆ। ਕਿਉਂ ਉਲੰਘਣਾ ਹੋਈ ਆ? ਕਹਿੰਦੇ ਹੁਣ ਸਾਨੂੰ ਇਸ ਚੀਜ਼ ਰੱਖਣ ਤੋਂ ਪਹਿਲਾਂ ਵੀ 1857 ਦੀ ਕ੍ਰਾਂਤੀ ਜਦੋਂ ਹੋਈ ਆ ਉਹਦੇ ਵਿੱਚ ਸਾਨੂੰ ਦੇਖਣਾ ਪੈਣਾ ਵੀ ਗੋਰਿਆਂ ਨੇ ਕੀ ਸੋਚਿਆ ਵੀ 1857 ਦੀ ਜਿਹੜੀ ਕ੍ਰਾਂਤੀ ਆ ਉਹ ਦੁਬਾਰਾ ਨਾ ਭਾਰਤ ਦੇ ਵਿੱਚ ਕ੍ਰਾਂਤੀ ਹੋਵੇ। ਉਹਨਾਂ ਨੇ ਕੁਝ ਕਮਿਸ਼ਨ ਖੜੇ ਕੀਤੇ, 2 ਕਮਿਸ਼ਨ ਜਿਹੜੇ ਆ ਉਹਨਾਂ ਨੇ ਇਸ ਤਰੀਕੇ ਨਾਲ ਕਹਿੰਦੇ ਬਣਾਏ ਹੈਗੇ ਆ। ਕਹਿੰਦੇ ਇਹਨਾਂ ਨੇ ਇਨਵੈਸਟੀਗੇਸ਼ਨਾਂ ਕੀਤਾ, ਤਹਿਕੀਕਾਤਾਂ ਕਰਨੀ ਸ਼ੁਰੂ ਕੀਤੀਆਂ। 2 ਤਰ੍ਹਾਂ ਦੀਆਂ ਤਹਿਕੀਕਾਤਾਂ ਜਿਹੜੀਆਂ ਹੈਗੀਆਂ ਇੰਡੀਅਨ ਆਰਮੀ ਦੇ ਵੱਲੋਂ, ਗੋਰਿਆਂ ਦੇ ਵੱਲੋਂ, ਬ੍ਰਿਟਿਸ਼ ਗਵਰਨਮੈਂਟ ਦੇ ਵੱਲੋਂ ਇਹ ਕੀਤੀਆਂ ਗਈਆਂ। ਪਹਿਲੀ ਜਿਹੜੀ ਆ ਉਹ ਕਹਿੰਦੇ ਵੀ 1859 ਦੇ ਵਿੱਚ ਪੀਲ ਕਮਿਸ਼ਨ ਦੇ ਤੌਰ ਤੇ ਆਈ ਸੀ। ਉਹਨੇ ਇਨਵੈਸਟੀਗੇਸ਼ਨ ਕਰਨੀ ਸੀ ਕਿ ਭਾਰਤ ਦੇ ਵਿੱਚ ਜਿਹੜੀ ਕ੍ਰਾਂਤੀ ਹੋਈ ਸੀ 1857 ਦੇ ਵਿੱਚ ਉਹ ਕਿੱਥੋਂ ਹੋਈ ਸੀ, ਉਹਨੂੰ ਅੱਗੇ ਤੋਂ ਕਿੱਦਾਂ ਰੋਕਿਆ ਜਾ ਸਕਦਾ, ਸੈਨਾ ਦੇ ਵਿੱਚ ਵਿਦਰੋਹ ਨਾ ਹੋਵੇ। ਸੈਕੰਡ ਇਨਵੈਸਟੀਗੇਸ਼ਨ ਕਹਿੰਦੇ ਜਿਹੜੀ ਤਹਿਕੀਕਾਤ ਕੀਤੀ ਗਈ ਸੀ ਉਹਨੂੰ ਕਹਿੰਦੇ ਆ ਵੀ ਸਪੈਸ਼ਲ ਆਰਮੀ ਕਮੇਟੀ ਦੇ ਵੱਲੋਂ 1879 ਦੇ ਵਿੱਚ ਇਹ ਕੀਤੀ ਗਈ ਹੈਗੀ। ਕਹਿੰਦੇ ਵੀ ਇਹ ਮੈਂ 1879 ਵਾਲੀ ਜਿਹੜੀ ਸਪੈਸ਼ਲ ਆਰਮੀ ਕਮੇਟੀ ਹੈਗੀ ਇਹਦੇ ਬਾਰੇ ਮੈਂ ਪਹਿਲਾਂ ਹੀ ਆਲਰੇਡੀ ਦੱਸ ਚੁੱਕਾ ਹੈਗਾ ਆ, ਪਰ ਕਹਿੰਦੇ ਪੀਲ ਕਮਿਸ਼ਨ ਦੇ ਬਾਰੇ ਮੈਂ ਦੱਸਦਾ ਵੀ ਪੀਲ ਕਮਿਸ਼ਨ ਨੇ, ਮੈਂ ਇਹਨੂੰ ਮੋਟੇ-ਮੋਟੇ ਤੌਰ ਤੇ ਦੱਸਦਾ ਵੀ ਪੀਲ ਕਮਿਸ਼ਨ ਨੇ ਦੇ ਕੋਲ ਬਹੁਤ ਸਾਰੀਆਂ ਵਿਟਨੈਸਿਸ ਆਈਆਂ, ਬਹੁਤ ਸਾਰੇ ਗਵਾਹ ਆਏ। ਉਹਨਾਂ ਨੇ ਦੱਸਿਆ ਕਿ ਜਿਹੜੀ 1857 ਦੀ ਕ੍ਰਾਂਤੀ ਆ ਉਹਦੇ ਵਿੱਚ ਬੰਗਾਲ ਦੇ ਵਿੱਚ ਵੱਖਰੇ ਜਿਹੜੀ ਬੰਗਾਲ ਦੀ ਆਰਮੀ ਸੀ ਉਹਦੇ ਵਿੱਚ ਹਿੰਦੂ ਵੀ ਸੀ, ਮੁਸਲਮਾਨ ਵੀ ਸੀ, ਥੋੜੇ ਸਿੱਖ ਵੀ ਸੀ, ਤਾਂ ਮਿਕਸਡ ਸੀਗੇ ਸਾਰੇ ਪ੍ਰੋਵਿੰਸਾਂ ਦੇ। ਉਹਨਾਂ ਨੇ ਆਪਣੇ ਜਿਹੜੇ ਸਾਂਝੇ ਵਿਤਕਰੇ ਆ ਉਹਨਾਂ ਨੂੰ ਥੱਲੇ ਰੱਖ ਕੇ ਉਹਨਾਂ ਨੇ ਇੱਕ ਸਾਂਝ, ਉਹਨਾਂ ਦੇ ਵਿੱਚ ਇੱਕ ਸਾਂਝ ਦੀ ਇੰਸਪੀਰੇਸ਼ਨ, ਇੱਕ ਸਵੈਮਾਨ ਉਹਨਾਂ ਦੇ ਵਿੱਚ ਪੈਦਾ ਹੋਇਆ। ਆਪਣੇ ਜਿਹੜੇ ਛੋਟੇ ਪੱਖ-ਪਾਤ ਸੀ ਉਹਨਾਂ ਨੇ ਛੱਡੇ ਤੇ ਉਹਨਾਂ ਵਿੱਚ ਯੂਨਿਟੀ ਬਣੀ ਤੇ ਇਹ ਕਾਰਨ ਬਣਿਆ 1857 ਦੀ ਕ੍ਰਾਂਤੀ ਦਾ ਵਿਰੋਧ, ਉੱਥੇ ਵਿਰੋਧ ਹੋ ਗਿਆ, ਵਿਦਰੋਹ ਹੋ ਗਿਆ। ਇਹ ਕਹਿੰਦੇ ਉਹਦਾ ਕਾਰਨ ਦੱਸਿਆ ਗਿਆ ਹੈਗਾ ਆ। ਫਿਰ ਉਸ ਤੋਂ ਬਾਅਦ ਇੱਕ ਇਹਨਾਂ ਨੇ ਕੀ ਕੀਤਾ, ਗੋਰਿਆਂ ਨੇ ਬੈਠ ਕੇ ਇੱਕ ਜਿੱਦਾਂ ਸਰ ਜੌਨ ਲਾਰੈਂਸ ਸੀਗਾ ਉਹਨੇ ਪ੍ਰਪੋਜ਼ ਕੀਤਾ ਕਿ ਜਿਹੜੀ ਅੱਗੇ ਤੋਂ ਮਿਲਟਰੀ ਦਾ ਗਠਨ ਹੋਣਾ ਜਾਂ ਮਿਲਟਰੀ ਦੀ ਚੋਣ ਹੋਣੀ ਆ ਉਹ ਉਸ ਜਿਹੜੇ ਖੇਤਰ ਦੀ ਮਿਲਟਰੀ ਹੋਣੀ ਆ, ਜਿਹੜੇ ਖੇਤਰ ਦੇ ਵਿੱਚ ਉਹ ਲੱਗਣੀ ਆ, ਉਸ ਖੇਤਰ ਦੇ ਲੋਕ ਹੀ ਉਹਦੇ ਵਿੱਚ ਹਾਇਰ ਹੋਣਗੇ। ਦੂਸਰੀਆਂ ਪ੍ਰੋਵਿੰਸਾਂ ਦੇ ਲਿਆ ਕੇ ਦੂਸਰੀ ਪ੍ਰੋਵਿੰਸ ਵਿੱਚ ਨਹੀਂ ਉਹ ਜਿਹੜੇ ਮਿਲਟਰੀ ਦੇ ਬੰਦੇ ਜਿਹੜੇ ਤਾਇਨਾਤ ਕਰਨੇ ਹੈਗੇ। ਉਹਦੇ ਨਾਲ ਕੀ ਆ, ਇੰਟਰ ਪ੍ਰੋਵਿੰਸ਼ਲ ਜਿਹੜੀ ਯੂਨਿਟੀ ਆ ਉਹ ਪੈਦਾ ਹੋ ਜਾਂਦੀ ਆ। ਉਹਦੇ ਨਾਲ ਕੀ ਆ, ਵੱਡੇ ਲੈਵਲ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਮਿਲਟਰੀ ਦੇ ਵਿੱਚ ਵਿਰੋਧ ਹੋ ਸਕਦਾ। ਇਸ ਕਰਕੇ ਇਹ ਜਿਹੜਾ ਪੱਖਪਾਤ ਹੈਗਾ ਆ ਇਹਨੂੰ
ਜਾਰੀ ਰੱਖਣਾ ਹੈਗਾ ਆ। ਮੁਸਲਮਾਨ ਜਿਹੜਾ ਆ ਉਹ ਹਿੰਦੂ ਨਾਲ ਨਫ਼ਰਤ ਕਰਦਾ ਰਹੇ, ਹਿੰਦੂ ਦੂਸਰੇ ਹਿੰਦੂਆਂ ਦੇ ਨਾਲ ਕਰਦਾ ਰਹੇ, ਜਿਵੇਂ ਇਦਾਂ ਇਹਨਾਂ ਦੇ ਵਿੱਚ ਜਿਹੜਾ ਇੱਕ ਪੱਖਪਾਤ ਆ ਹਮੇਸ਼ਾ ਦੇ ਵਿੱਚ, ਜਿਹੜੀ ਫੀਲਿੰਗ ਆ ਇਹਨਾਂ ਦੀ ਆਪਸ ਦੇ ਵਿੱਚ, ਉਹ ਰਹਿਣੀ ਚਾਹੀਦੀ ਆ। ਇਹਦੇ ਕਹਿੰਦੇ ਸਾਨੂੰ ਦੋ ਫਾਇਦੇ ਹੋਣੇ ਆ। ਇੱਕ ਤਾਂ ਭਾਈਚਾਰਾ ਪੈਦਾ ਨਹੀਂ ਹੋਣਾ ਆਰਮੀ ਦੇ ਵਿੱਚ, ਦੂਜੇ ਪਾਸੇ ਜਿਹੜੇ ਇੱਕ ਸ਼ਰਾਰਤੀ ਸਿਆਸਤ ਜਿਹੜੀ ਚੱਲਦੇ ਆ ਮਿਲਟਰੀ ਦੇ ਵਿੱਚ, ਇਹ ਪੈਦਾ ਨਹੀਂ ਹੋਣੀ ਜਦ ਤੱਕ ਇਹਨਾਂ ਦੇ ਵਿੱਚ ਇਹ ਚੀਜ਼ਾਂ ਬਣੀਆਂ ਰਹਿਣਗੀਆਂ ਆਪਸ ਦੇ ਵਿੱਚ। ਸੋ ਇਹ ਇੱਕ ਧਾਰਨਾ, ਇੱਕ ਪ੍ਰੋਸੈਸ, ਇੱਕ ਕ੍ਰਾਈਟੇਰੀਆ ਮਿਲਟਰੀ ਦੇ ਵਿੱਚ ਹਾਇਰ ਹੋਣ ਦਾ ਬਣਾਇਆ ਗਿਆ ਸੀ, ਜਿਹਨੂੰ ਕਹਿੰਦੇ ਸੀ ਪ੍ਰਿੰਸੀਪਲ ਆਫ ਕਲਾਸ ਕੰਪੋਜੀਸ਼ਨ। ਮਤਲਬ ਕਿ ਵੱਖਰੇ ਵੱਖਰੇ ਜਮਾਤਾਂ ਦਾ ਜਿਹੜਾ ਗਠਨ ਕਰਨਾ, ਤੇ ਉਹਨਾਂ ਦੇ ਵਿੱਚ ਉਸੇ ਤਰੀਕੇ ਦਾ ਵਿਤਕਰਾ ਜਾਂ ਉਸੇ ਤਰੀਕੇ ਦਾ ਪੱਖਪਾਤ ਰੱਖਣਾ ਵੀ ਜਿੱਦਾਂ ਦਾ ਉਹਨਾਂ ਦਾ ਆਪਸ ਦੇ ਵਿੱਚ ਹੈਗਾ ਆ, ਵੀ ਉਹ ਇੱਕ ਦੂਜੇ ਦੀ ਸਾਥੀ ਨਾ ਬਣ ਸਕਣ, ਸਾਂਝ ਨਾ ਬਣੇ, ਉਹਨਾਂ ਦੀ ਏਕਤਾ ਨਾ ਬਣੇ, ਯੂਨਿਟੀ ਨਾ ਬਣੇ, ਤਾਂ ਕਿ ਵਿਦਰੋਹ ਨਾ ਹੋਵੇ। ਇਹ ਸੀ ਗਠਨ ਕਰਨ ਦਾ ਤਰੀਕਾ। ਪਰ ਕਹਿੰਦੇ ਵੀ ਜਦੋਂ ਅਸੀਂ ਸੈਕੰਡ ਵਰਲਡ ਵਾਰ ਦੇਖਦੇ ਹਾਂ, ਉਸ ਤੋਂ ਬਾਅਦ ਕੀ ਹੋਇਆ, ਕਹਿੰਦੇ ਵੀ ਇਦਾਂ ਲੱਗਦਾ ਵੀ ਜਿਹੜੇ ਗੋਰੇ ਲੋਕ ਹੈਗੇ ਆ, ਇਹਨਾਂ ਨੇ ਵਰਲਡ ਵਾਰ ਤੋਂ ਬਾਅਦ ਜਿਹੜਾ ਉਹ ਪ੍ਰਿੰਸੀਪਲ ਸੀਗਾ, ਜਿਹੜਾ ਸਿਧਾਂਤ ਘੜਿਆ ਗਿਆ ਸੀ ਕਿ ਵੱਖਰੀਆਂ ਵੱਖਰੀਆਂ ਕੌਮਾਂ ਦੇ ਲੋਕ, ਉਹਨਾਂ ਦੇ ਵਿੱਚ ਕਿੱਦਾਂ ਅਸੀਂ ਇਹ ਪਾੜ ਪਾ ਕੇ ਰੱਖਣਾ ਹੈਗਾ, ਇਹਨੂੰ ਕਹਿੰਦੇ ਹਵਾ ਵਿੱਚ ਸੁੱਟ ਦਿੱਤਾ ਗਿਆ, ਹਵਾ ਵਿੱਚ ਤਬਾਹ ਕਰਕੇ ਮਾਰਿਆ ਪਰੇ। ਕਹਿੰਦੇ ਇਹਦਾ ਕਾਰਨ ਕੀ ਹੋ ਸਕਦਾ, ਕਿਉਂ ਮੁਸਲਮਾਨ ਜਿਹੜੇ ਆ ਇੰਡੀਆ ਦੀ ਆਰਮੀ ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਵੱਡੇ ਪੈਮਾਨੇ ਤੇ ਭਰਤੀ ਕੀਤੇ ਗਏ। ਉਹਦੇ ਕਹਿੰਦੇ ਦੋ ਦੀਆਂ ਜਿਹੜੇ ਆ ਵਿਸ਼ਲੇਸ਼ਣ ਹੋ ਸਕਦੇ ਹੈਗੇ ਆ। ਪਹਿਲਾ ਜਿਹੜੀ ਉਹਦੀ ਐਕਸਪਲੇਨੇਸ਼ਨ ਹੈਗੀ ਆ, ਜਿਹੜਾ ਪਹਿਲਾ ਉਹਦਾ ਵਿਸ਼ਲੇਸ਼ਣ ਹੈਗਾ ਆ, ਉਹ ਇਹ ਹੋ ਸਕਦਾ ਹੈਗਾ ਆ ਕਿ ਵਰਲਡ ਵਾਰ ਤੋਂ ਬਾਅਦ ਇਹ ਲੱਗਾ ਕਿ ਮੁਸਲਮਾਨ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਜਿਹੜੇ ਸੋਲਜਰ ਹੈਗੇ ਆ ਤੇ ਹਿੰਦੂਆਂ ਦੇ ਨਾਲੋਂ। ਜਿਹੜਾ ਦੂਸਰਾ ਕਾਰਨ ਇਹ ਹੋ ਸਕਦਾ ਹੈਗਾ ਆ ਕਿ ਜਿਹੜੇ ਬ੍ਰਿਟਿਸ਼ਰ ਹੈਗੇ ਆ ਉਹ ਮੁਸਲਮਾਨਾਂ ਨੂੰ ਆਰਮੀ ਵਿੱਚ ਰੱਖਣਾ ਚਾਹੁੰਦੇ ਆ, ਤਾਂ ਕਿ ਜਿਹੜੇ ਹਿੰਦੂ ਭਾਰਤ ਦੇ ਅੰਦਰ ਇੱਕ ਰੈਵੋਲੂਸ਼ਨ ਕਰ ਰਹੇ ਹੈਗੇ ਆ, ਪੋਲੀਟੀਕਲ ਰੈਵੋਲੂਸ਼ਨ ਜਿਹਨੂੰ ਆਪਾਂ ਕਹਿੰਦੇ ਆ, ਸਿਆਸੀ ਕ੍ਰਾਂਤੀ ਕਰ ਰਹੇ ਹੈਗੇ ਆ, ਵੀ ਜਿਹੜੀ ਪਾਵਰ ਜਿਹੜੀ ਆ ਉਹ ਹਿੰਦੂਆਂ ਦੇ ਹੱਥ ਦੇ ਵਿੱਚ ਆ ਜਾਵੇ, ਬ੍ਰਿਟਿਸ਼ਰਾਂ ਦੇ ਹੱਥਾਂ ਚੋਂ ਨਿਕਲ ਕੇ। ਉਸ ਚੀਜ਼ ਨੂੰ ਰੋਕਣ ਦੇ ਲਈ ਮੁਸਲਮਾਨਾਂ ਦੀ ਭਰਤੀ ਜਿਹੜੀ ਆ ਉਹ ਆਰਮੀ ਵਿੱਚ ਵੱਧ ਲੈਵਲ ਤੇ ਕਰ ਰਹੇ ਹੈਗੇ ਆ। ਕਹਿੰਦੇ ਇਹ ਦੋ ਕਾਰਨ ਬਣਦੇ ਆ। ਹੁਣ ਕਹਿੰਦੇ ਸਾਡੇ ਸਰਵੇ ਦੇ ਵਿੱਚੋਂ ਦੋ ਤੱਥ ਨਿਕਲੇ ਆ। ਪਹਿਲਾ ਤੱਥ ਜਿਹੜਾ ਇਹ ਨਿਕਲਿਆ ਹੈਗਾ ਆ ਕਿ ਇੰਡੀਅਨ ਜਿਹੜੀ ਆਰਮੀ ਹੈਗੀ ਆ ਉਹਦੇ ਵਿੱਚ ਮੁਸਲਮਾਨਾਂ ਦੀ ਜਿਹੜੀ ਆ ਵਰਚਸਵ, ਜਿਹੜਾ ਮੁਸਲਮਾਨਾਂ ਦਾ ਵਰਚਸਵ ਉਹ ਜ਼ਿਆਦਾ ਆ, ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਆ। ਦੂਸਰੇ ਨੰਬਰ ਦੇ ਉੱਤੇ ਕਹਿੰਦੇ ਵੀ ਦੂਸਰਾ ਫੈਕਟ ਇਹ ਆਉਂਦਾ ਹੈਗਾ ਆ ਵੀ ਜਿਹੜੇ ਮੁਸਲਮਾਨ ਖਾਸ ਕਰਕੇ ਪੰਜਾਬ ਦੇ ਆ ਤੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਹੈਗੇ ਆ, ਉਹਨਾਂ ਦੀ ਗਿਣਤੀ ਸਭ ਨਾਲੋਂ ਵੱਧ ਆ ਇੰਡੀਅਨ ਆਰਮੀ ਦੇ ਵਿੱਚ। ਤੇ ਕਹਿੰਦੇ ਇੱਥੇ ਤੱਕ ਤਾਂ ਹੁਣ ਭਾਰਤ ਦੇ ਵਿੱਚ ਇਦਾਂ ਲੱਗ ਰਿਹਾ ਹੈਗਾ ਕਿ ਜਿਹੜੀ ਪੰਜਾਬ ਦੇ ਮੁਸਲਮਾਨ ਹੈਗੇ ਆ, ਨਾਰਥ ਵੈਸਟ ਪ੍ਰੋਵਿੰਸ ਦੇ ਜਿਹੜੇ ਮੁਸਲਮਾਨ ਹੈਗੇ ਆ, ਉਹੀ ਇੱਕ ਭਾਰਤ ਦੇ ਜਿਹੜੇ ਹੈਗੇ ਆ ਡਿਫੈਂਡਰ ਹੈਗੇ ਆ, ਰੱਖਿਅਕ ਹੈਗੇ ਆ, ਉਹੀ ਭਾਰਤ ਦੀ ਇਸ ਵੇਲੇ ਰੱਖਿਆ ਕਰ ਰਹੇ ਹੈਗੇ ਆ। ਇਹ ਚੀਜ਼ ਜਿਹੜੀ ਆ ਹਿੰਦੂਆਂ ਨੂੰ ਹਮੇਸ਼ਾ ਆਪਣੇ ਜਿਹੜੇ ਆ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਆ। ਤੇ ਮੁਸਲਮਾਨ ਜਿਹੜੇ ਪੰਜਾਬ ਦੇ ਹੈਗੇ ਆ ਤੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਜਿਹੜੇ ਮੁਸਲਮਾਨ ਹੈਗੇ ਆ, ਉਹ ਵੀ ਇਸ ਚੀਜ਼ ਦੇ ਉੱਤੇ ਬਹੁਤ ਮਾਣ ਕਰਦੇ ਹੈਗੇ ਆ ਕਿ ਸਾਨੂੰ ਬ੍ਰਿਟਿਸ਼ਰ ਨੇ ਬਹੁਤ ਵਧੀਆ ਇੱਕ ਪਦਵੀ ਜਿਹੜੀ ਆ ਸਾਨੂੰ ਸਰਕਾਰ ਦੇ ਵਿੱਚ, ਆਰਮੀ ਦੇ ਵਿੱਚ ਸਾਨੂੰ ਜਿਹੜੀ ਦਿੱਤੀ ਹੈਗੀ ਆ। ਆਮ ਕਹਿੰਦੇ ਤੁਸੀਂ ਸੁਣਿਆ ਹੋਊਗਾ ਕਿ ਜਿਹੜੇ ਉਸ ਵੇਲੇ ਮੁਸਲਮਾਨ ਹੈਗੇ ਆ ਉਹਨਾਂ ਨੂੰ ਇੰਡੀਆ ਦੇ ਗੇਟ ਕੀਪਰ ਕਿਹਾ ਜਾਂਦਾ ਸੀਗਾ। ਕਹਿੰਦੇ ਇਹਨਾਂ ਨੂੰ ਹੁਣ ਤਾਂ ਗੇਟ ਕੀਪਰ ਕਿਹਾ ਜਾਂਦਾ ਹੈਗਾ ਆ। ਕਹਿੰਦੇ ਹਿੰਦੂਆਂ ਨੂੰ ਇਹ ਗੱਲ ਹੁਣ ਧਿਆਨ ਨਾਲ ਦੇਖਣੀ ਪੈਣੀ ਆ ਰੌਸ਼ਨੀ ਦੇ ਵਿੱਚ ਵੀ ਇਹ ਬਹੁਤ ਇੰਪੋਰਟੈਂਟ ਫੈਕਟ ਹੈਗਾ ਆ ਵੀ ਕੀ ਪਾਕਿਸਤਾਨ ਜਿਹੜਾ ਆ ਉਹ ਬਣਨ ਦੇ ਨਾਲ ਭਾਰਤ ਦੀ ਜਿਹੜੀ ਸੁਰੱਖਿਆ ਆ ਉਹਦੇ ਉੱਤੇ ਖਤਰਾ ਹੁੰਦਾ ਕਿ ਨਹੀਂ ਆਉਂਦਾ। ਤੇ ਹੁਣ ਕਹਿੰਦੇ ਅਸੀਂ ਇਹ ਦੇਖਣਾ ਹੈਗਾ ਆ ਵੀ ਇਹ ਗੇਟ ਕੀਪਰ ਜਿਹੜੇ ਆ, ਜਿਹੜੇ 50% ਪਾਪੂਲੇਸ਼ਨ ਇਹਨਾਂ ਦੀ ਬਾਬਾ ਸਾਹਿਬ ਕਿ ਫਿਰ ਡੇਟਾ ਦਿੰਦੇ ਆ ਵੀ 50% ਜਿਹੜੇ ਇੰਡੀਅਨ ਆਰਮੀ ਦੇ ਵਿੱਚ ਜਿਹੜੇ ਮੁਸਲਮਾਨ ਹੈਗੇ ਆ, ਕੀ ਇਹ ਸਹੀ ਗੇਟ ਕੀਪਰ ਜਾਂ ਰਖਵਾਲੇ ਜਾਂ ਵਾਚਮੈਨ ਜਾਂ ਵਾਚ ਗਾਰਡ, ਕੀ ਇਹ ਭਾਰਤ ਦੇ ਲਈ ਸਹੀ ਸਾਬਤ ਹੁੰਦੇ ਆ? ਇਹ ਡਿਪੈਂਡ ਕਰਦਾ ਕਿ ਭਾਰਤ ਦੀ ਆਜ਼ਾਦੀ ਨੂੰ ਤੇ ਭਾਰਤ ਦੀ ਜਿਹੜੀ ਭਾਰਤ ਦੀ ਆਜ਼ਾਦੀ ਨੂੰ ਖਤਰਾ ਕਿਹਨਾਂ ਚੀਜ਼ਾਂ ਤੋਂ ਆ, ਇਹ ਡਿਪੈਂਡ ਕਰਦਾ ਆ। ਕਹਿੰਦੇ ਹੁਣ ਆਨਸਰ ਇਹ ਆ ਵੀ ਇਹਨਾਂ ਗੇਟ ਕੀਪਰਾਂ ਨੂੰ, ਇਹਨਾਂ ਜਿਹੜੇ ਇਹ ਭਾਰਤ ਦੇ ਜਿਹੜੇ ਸੁਰੱਖਿਅਕ ਹੈਗੇ ਆ, ਸੁਰੱਖਿਅਕ ਕਰਮਚਾਰੀ ਹੈਗੇ ਜਾਂ ਆਰਮੀ ਦੇ ਬੰਦੇ ਹੈਗੇ ਆ, ਇਹਨਾਂ ਨੂੰ ਇਹ ਗੇਟ ਖੋਲਣ ਦੇ ਲਈ ਫੋਰਸ ਕੌਣ ਕਰ ਸਕਦਾ? ਦੋ ਬੰਦੇ ਆ, ਕਹਿੰਦੇ ਦੋ ਕੰਟਰੀਆਂ ਆ ਜਿਹੜੀਆਂ ਇਹਨਾਂ ਨੂੰ ਫੋਰਸ ਕਰ ਸਕਦੀਆਂ, ਇੱਕ ਰਸ਼ੀਆ, ਇੱਕ ਅਫਗਾਨਿਸਤਾਨ। ਹੁਣ ਉਹ ਦੱਸਦੇ ਹੈਗੇ ਆ, ਕਹਿੰਦੇ ਵੀ ਭਾਰਤ ਦੇ ਉੱਤੇ ਜਦੋਂ ਭਾਰਤ ਦੀ ਜੋ ਪਾਰਟੀਸ਼ਨ ਹੁੰਦੀ ਆ ਜਾਂ ਭਾਰਤ ਦੇ ਉੱਤੇ ਹਮਲਾ ਕੌਣ ਕਰੂਗਾ, ਇਹਦੇ ਬਾਰੇ ਸਾਨੂੰ ਕੁਝ ਪਤਾ ਨਹੀਂ ਹੈ। ਜੇ ਭਾਰਤ 'ਚ ਇਕੱਠਾ ਵੀ ਰਹਿੰਦੇ ਆ ਜਦੋਂ ਮੁਸਲਮਾਨਾਂ ਦੇ ਨਾਲ, ਵੀ ਹੁਣ ਸਾਰੀ ਜਿਹੜੀ ਮਿਲਟਰੀ ਆ
ਉਹਦੇ ਵਿੱਚ 50% ਮੁਸਲਮਾਨ ਹੈਗੇ ਆ, ਹਨਾ। ਤੇ ਇਹਨਾਂ ਨੂੰ ਭਾਰਤ ਜਿਹੜਾ ਹੈਗਾ ਆ, ਭਾਰਤ ਦੇ ਉੱਤੇ ਇਹਨਾਂ ਚੋਂ ਕਿਹੜੀ ਕੰਟਰੀ ਪਹਿਲਾਂ ਹਮਲਾ ਕਰੂਗੀ? ਰਸ਼ੀਆ ਕਰੂਗਾ ਜਾਂ ਅਫਗਾਨਿਸਤਾਨ ਕਰੂਗਾ? ਕਹਿੰਦੇ ਸਾਨੂੰ ਇਹ ਨਹੀਂ ਪਤਾ ਹੈਗਾ, ਪਰ ਕਹਿੰਦੇ ਕਿ ਜੇ ਤਾਂ ਰਸ਼ੀਆ ਹਮਲਾ ਕਰਦੀ ਆ ਭਾਰਤ ਦੇ ਉੱਤੇ, ਇਹ ਜਿਹੜੇ ਗੇਟਕੀਪਰ ਹੈਗੇ ਆ ਨਾਰਥ ਵੈਸਟ ਪ੍ਰੋਵਿੰਸ ਦੇ ਤੇ ਪੰਜਾਬ ਦੇ ਮੁਸਲਮਾਨ, ਕਹਿੰਦੇ ਵੀ ਇਹ ਭਾਰਤ ਦੇ ਲਈ ਆਪਣੀ ਜਾਨ ਦੇਣਗੇ ਰਸ਼ੀਆ ਦੇ ਵੇਲੇ, ਜੇ ਰਸ਼ੀਆ ਦਾ ਕੇਸ ਆ। ਪਰ ਸਪੋਜ਼ ਕਰੋ ਜੇ ਅਫਗਾਨ ਹਮਲਾ ਕਰਦੇ ਆ, ਕਹਿੰਦੇ ਕੀ ਇਹ ਜਿਹੜੇ ਗੇਟਕੀਪਰ ਹੈਗੇ ਆ ਇਹ ਗੇਟ ਬੰਦ ਕਰਨਗੇ ਜਾਂ ਇਹ ਖੋਲ ਦੇਣਗੇ? ਇਹ ਧਿਆਨ ਚ ਹਿੰਦੂਆਂ ਨੂੰ ਰੱਖਣ ਦੇ ਲਈ ਬਾਬਾ ਸਾਹਿਬ ਕਹਿ ਰਹੇ ਹੈਗੇ ਆ। ਕਹਿੰਦੇ ਇਹ ਜਿਹੜਾ ਸਵਾਲ ਆ ਵੀ ਜੇ ਅਫਗਾਨ ਹਮਲਾ ਕਰਦਾ ਭਾਰਤ ਦੇ ਉੱਤੇ, ਕੀ ਇਹ ਜਿਹੜੇ ਗੇਟਕੀਪਰ 50% ਮਿਲਟਰੀ ਦੇ ਵਿੱਚ ਬੈਠੇ ਆ, ਕੀ ਇਹ ਗੇਟ ਖੋਲਣਗੇ ਜਾਂ ਇਹ ਗੇਟ ਬੰਦ ਰੱਖਣਗੇ? ਕੀ ਇਹ ਆਪਣੇ ਧਰਮ ਦੀ ਸੁਣਨਗੇ ਜਾਂ ਇਹ ਆਪਣੀ ਜਨਮ ਭੂਮੀ ਦੀ ਸੁਣਨਗੇ? ਕਹਿੰਦੇ ਇਹ ਸਵਾਲਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਤੇ ਕਹਿੰਦੇ ਇਹ ਵੀ ਕਹਿਣਾ ਠੀਕ ਨਹੀਂ ਹੈਗਾ ਕਿ ਮਤਲਬ ਜੀ ਕੋਈ ਗੱਲ ਨਹੀਂ ਬਈ ਸਾਡੇ ਕੋਲ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈਗੀ ਆ, ਬ੍ਰਿਟਿਸ਼ ਗਵਰਨਮੈਂਟ ਨੇ ਆਪੇ ਕੰਟਰੋਲ ਕਰ ਲੈਣਾ ਹੈਗਾ। ਜੇ ਸਾਨੂੰ ਬਾਹਰੋਂ ਧਾੜ ਵੀ ਕੋਈ ਆ ਕੇ ਭਾਰਤ ਤੇ ਹਮਲਾ ਕਰਦਾ ਤੇ ਬ੍ਰਿਟਿਸ਼ ਆਰਮੀ ਹੈਗੀ ਆ। ਕਹਿੰਦੇ ਉਹ ਵੀ ਤੁਸੀਂ ਟੈਸਟ ਕਰ ਲਿਆ ਹੈਗਾ। ਜਦੋਂ ਵਰਲਡ ਵਾਰ ਦੇ ਵਿੱਚ ਜਦੋਂ ਭਾਰਤ ਨੂੰ ਗ੍ਰੇਟ ਬ੍ਰਿਟੇਨ ਦੀ ਬਹੁਤ ਜ਼ਿਆਦਾ ਲੋੜ ਸੀਗੀ, ਉੱਥੇ ਇਹ ਅਸਫਲ ਸਿੱਧ ਹੋਇਆ। ਉੱਥੇ ਜਿਹੜੀ ਆ ਬ੍ਰਿਟਿਸ਼ ਜਿਹੜੀ ਹੈਗੀ ਉਹ ਭਾਰਤ ਦੀ ਹੈਲਪ ਨਹੀਂ ਕਰ ਸਕੀ। ਕਹਿੰਦੇ ਜਿਹੜਾ ਨਾ ਇਹ ਟੈਸਟ ਕਰਨ ਆਇਆ ਸੀ ਮੁਸਲਮਾਨਾਂ ਦਾ, ਜਿਹੜਾ ਟੈਸਟ ਆ ਉਹ ਇੱਕ ਕੁਦਰਤੀ ਸਥਿਤੀ ਦੇ ਵਿੱਚ ਹੋਣਾ ਚਾਹੀਦਾ ਆ। ਅੱਜ ਜਿਹੜੇ ਮੁਸਲਮਾਨ ਗੋਰਿਆਂ ਦੀ ਫੌਜ ਦੇ ਵਿੱਚ ਆ, ਇੰਡੀਅਨ ਆਰਮੀ ਦੇ ਵਿੱਚ ਆ, ਉਹ ਬਨਾਵਟੀ ਸਥਿਤੀ ਦੇ ਵਿੱਚ ਬੈਠੇ ਆ। ਬਨਾਵਟੀ ਸਥਿਤੀ ਕੀ ਆ? ਉਹ ਗੋਰਿਆਂ ਦੀ ਜੌਬ ਕਰ ਰਹੇ ਹੈਗੇ ਆ। ਪਰ ਜਦੋਂ ਐਕਚੁਅਲੀ ਰਾਜ ਹਿੰਦੂਆਂ ਦਾ ਹੋਣਾ ਭਾਰਤ ਦੇ ਵਿੱਚ, ਇੰਡੀਅਨਸ ਦਾ ਜਦੋਂ ਰਾਜ ਹੋਣਾ ਆ, ਉੱਥੇ ਉਹਨਾਂ ਦਾ ਜਿਹੜਾ ਕੁਦਰਤੀ ਜਿਹੜੀ ਸਥਿਤੀ ਆ ਉਹ ਚੈੱਕ ਹੋਣੀ ਹੈਗੀ ਆ। ਇਹ ਕੁਦਰਤੀ ਸਥਿਤੀ ਉਦੋਂ ਹੀ ਚੈੱਕ ਆਉਣੀ ਆ ਜਦੋਂ ਇੱਕ ਮੁਸਲਮਾਨ ਜਿਹੜਾ ਫੌਜੀ ਹਿੰਦੂ ਆਫੀਸਰ ਦੇ ਥੱਲੇ ਕੰਮ ਕਰੂਗਾ, ਉੱਥੇ ਚੈੱਕ ਹੋਣਾ ਵੀ ਉਹਨੇ ਕੀ ਕਰਨਾ ਆ। ਇਹ ਨਹੀਂ ਆਪਣੇ ਧਰਮ ਦੀ ਆਵਾਜ਼ ਸੁਣਨੀ ਆ ਜਾਂ ਇਹਨਾਂ ਨੇ ਆਪਣੀ ਜਨਮ ਭੂਮੀ ਦੀ ਆਵਾਜ਼ ਸੁਣਨੀ ਆ। ਇਹ ਗੱਲਾਂ ਹਿੰਦੂਆਂ ਨੂੰ ਇਗਨੋਰ ਨਹੀਂ ਕਰਨੀਆਂ ਚਾਹੀਦੀਆਂ। ਅੱਗੇ ਦੱਸਦੇ ਹੈਗੇ ਆ ਬਾਬਾ ਸਾਹਿਬ, ਕਹਿੰਦੇ ਜਿਹੜਾ ਸਵਾਲ ਹੈਗਾ ਆ ਵੀ ਪੰਜਾਬੀ ਆਰਮੀ ਜਿਹੜੀ ਹੈਗੀ ਆ ਜਾਂ ਨਾਰਥ ਵੈਸਟ ਪ੍ਰੋਵਿੰਸ ਦੇ ਜਿਹੜੇ ਮੁਸਲਮਾਨ ਹੈਗੇ ਆ, ਉਹ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ, ਉਹਨਾਂ ਦਾ ਸਲੀਕਾ ਕਿਸ ਤਰੀਕੇ ਦਾ ਹੋਵੇਗਾ ਜਦੋਂ ਅਫਗਾਨਿਸਤਾਨ ਜਿਹੜਾ ਆ ਉਹ ਭਾਰਤ ਦੇ ਉੱਤੇ ਆ ਕੇ ਹਮਲਾ ਕਰੂਗਾ। ਇਹ ਬਹੁਤ ਕਰੂਸ਼ੀਅਲ, ਬਹੁਤ ਇੰਪੋਰਟੈਂਟ ਜਿਹੜਾ ਆ ਕੁਐਸਚਨ ਹੈਗਾ ਆ। ਤੇ ਭਾਵੇਂ ਕਿ ਇਹ ਰੁੱਖਾ ਕੁਐਸਚਨ ਹੈਗਾ ਆ। ਕਹਿੰਦੇ ਕੁਝ ਬੰਦੇ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਹੈਗੇ ਆ ਕਿ ਇਹ ਜਿਹੜਾ ਮੁਸਲਮਾਨਾਂ ਦਾ ਜਿਹੜਾ ਵਰਚਸਵ ਹੈਗਾ ਆ ਜਾਂ ਉਹਨਾਂ ਦਾ ਜਿਹੜਾ ਵੱਡੀ ਗਿਣਤੀ ਆਰਮੀ ਦੇ ਵਿੱਚ ਹੈਗੀ ਆ, ਇੱਕ ਸੈਟਲਡ ਫੈਕਟ ਨਹੀਂ ਹੈਗਾ। ਮਤਲਬ ਇੱਕ ਧਾਰਨਾ, ਪੱਕੀ ਧਾਰਨਾ ਨਹੀਂ, ਇਹਨੂੰ ਚੇਂਜ ਕੀਤਾ ਜਾ ਸਕਦਾ। ਪਰ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਜਿਹੜੇ ਇਹ ਗੱਲ ਕਹਿੰਦੇ ਆ ਨਾ ਵੀ ਇਹ ਚੇਂਜ ਕੀਤਾ ਜਾ ਸਕਦਾ, ਮੁਸਲਮਾਨਾਂ ਦੀ ਕੰਪੋਜੀਸ਼ਨ ਚੇਂਜ ਕੀਤੀ ਜਾ ਸਕਦੀ ਆ। ਕਹਿੰਦੇ ਇਹ ਸੋਚ ਕੇ ਦੇਖਿਓ ਕਿ ਜੇ ਮੁਸਲਮਾਨ ਇਸ ਚੀਜ਼ ਦੇ ਲਈ ਸਫਲ ਹੋ ਗਿਆ ਕਿ ਉਹਨੂੰ ਸੇਫਗਾਰਡ ਕਰਵਾ ਗਿਆ ਕਿ ਜੇ ਭਾਰਤ ਦੇ ਵਿੱਚ ਜੇ ਫੌਜ ਬਣਨੀ ਆ, ਉਹਦਾ 50% ਹਿੱਸਾ ਜਾਂ 60% ਹਿੱਸਾ ਜਿਹੜਾ ਆ ਸਾਡੇ ਲਈ ਰਿਜ਼ਰਵ ਰੱਖਿਆ ਜਾਊਗਾ, ਫਿਰ ਕੀ ਬਣੂਗਾ। ਕਹਿੰਦੇ ਇਤਿਹਾਸ ਗਵਾਹ ਹੈਗਾ ਆ, ਅੱਜ ਤੱਕ ਵੀ ਜਿਹੜੇ ਮੁਸਲਮਾਨ ਹੈਗੇ ਆ, ਜਦੋਂ ਵੀ ਕੋਈ ਉਹਨਾਂ ਨੇ ਡਿਮਾਂਡਾਂ ਰੱਖੀਆਂ ਆਪਣੀ ਗੋਰੀ ਸਰਕਾਰ ਦੇ ਅੱਗੇ, ਉਹ ਹਮੇਸ਼ਾ ਹੀ ਸਕਸੈਸਫੁਲ ਹੋਏ ਆ, ਹਮੇਸ਼ਾ ਹੀ ਉਹ ਸਫਲ ਹੋਏ ਹੈਗੇ ਆ। ਤੇ ਹਿੰਦੂ ਹਮੇਸ਼ਾ ਜਿਹੜੇ ਹੈਗੇ ਆ ਉਹ ਅਸਫਲ ਹੋਏ ਹੈਗੇ ਆ। ਕਹਿੰਦੇ ਵੀ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਹਿੰਦੂ ਹੈਗੇ ਆ, ਕੀ ਉਹ ਏਦਾਂ ਦੀ ਆਰਮੀ ਦੀ ਜਿਹੜੀ ਸਪੋਰਟ ਜਿਹੜੀ ਆ ਜਾਂ ਆਰਮੀ ਦੇ ਉੱਤੇ ਡਿਪੈਂਡ ਹੋ ਸਕਦੇ ਆ ਜਿਹਦੇ ਵਿੱਚ ਮੈਜੋਰਿਟੀ 'ਚ ਮੁਸਲਮਾਨ ਹੋਣਗੇ? ਤੇ ਹਮੇਸ਼ਾ ਹੀ ਇਹ ਖਤਰਾ ਬਣਿਆ ਰਹੂਗਾ ਕਿ ਕੀ ਹੋਊਗਾ ਜਦੋਂ ਅਫਗਾਨਿਸਤਾਨ ਭਾਰਤ ਦੇ ਉੱਤੇ ਹਮਲਾ ਕਰੂਗਾ, ਹਨਾ। ਤੇ ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਜਿਹੜੇ ਤਾਂ ਕੱਟੜ ਜਿਹੜੇ ਆਪਣੇ ਰਾਸ਼ਟਰਵਾਦੀ ਹੈਗੇ ਆ, ਉਹ ਕਹਿੰਦੇ ਜੀ ਹਾਂ ਜੀ ਅਸੀਂ ਤਾਂ ਰਾਸ਼ਟਰਵਾਦੀ ਆ। ਉਹ ਇਸ ਸਵਾਲ ਨੂੰ ਕਹੋਗੇ ਹਾਂ ਅਸੀਂ ਡਿਪੈਂਡ ਹੋ ਸਕਦੇ ਮੁਸਲਮਾਨਾਂ ਦੇ ਉੱਤੇ ਜੇ ਅਫਗਾਨ ਜਿਹੜਾ ਆ ਉਹ ਭਾਰਤ ਦੇ ਉੱਤੇ ਚੜ੍ਹਾਈ ਕਰੂਗਾ ਜਾਂ ਇਨਵੇਜ਼ਨ ਕਰੂਗਾ, ਹਮਲਾ ਕਰੂਗਾ। ਪਰ ਕਹਿੰਦੇ ਜਿਹੜੇ ਰੀਅਲਿਸਟਿਕਸ ਹੈਗੇ ਆ ਯਥਾਰਥਵਾਦੀ, ਕਹਿੰਦੇ ਉਹ ਜ਼ਰੂਰ ਇਸ ਗੱਲ ਦੇ ਉੱਤੇ ਸੋਚਣਗੇ। ਰੀਅਲਿਸਟ ਜਿਹੜੇ ਲੋਕ ਹੈਗੇ ਆ ਉਹ ਇਸ ਗੱਲ ਦੇ ਉੱਤੇ ਜ਼ਰੂਰ ਸੋਚਣਗੇ ਵੀ ਹਾਂ ਵੀ ਜਿਹੜਾ ਸਵਾਲ ਉਠਾਇਆ ਗਿਆ ਆ ਇਹ ਵਾਕਈ ਵਜੂਦ ਰੱਖਦਾ ਸਵਾਲ ਕਿ ਬ੍ਰਿਟਿਸ਼ ਆਰਮੀ ਦੇ ਵਿੱਚ 50% ਜਿਹੜੀ ਪਾਪੂਲੇਸ਼ਨ ਜਿਹੜੀ ਹੈਗੀ ਆ 50% ਜਿਹੜੀ ਭਰਤੀ ਹੈਗੀ ਆ ਮੁਸਲਮਾਨਾਂ ਦੀ ਹੈਗੀ ਆ। ਕਹਿੰਦੇ ਹਾਂ ਯਥਾਰਥਵਾਦੀ ਇਹ ਵੀ ਸੋਚਣਗੇ ਕਿ ਜਿਹੜੇ ਮੁਸਲਮਾਨ ਹੈਗੇ ਆ, ਹਿੰਦੂਆਂ ਨੂੰ ਕਾਫਿਰ ਕਹਿੰਦੇ ਆ, ਉਹ ਇਹਨਾਂ ਦਾ ਮਾਲੀਆ ਮੇਟ ਕਰਨਗੇ, ਇਹਨਾਂ ਨੂੰ ਪ੍ਰੋਟੈਕਟ ਨਹੀਂ ਕਰਨਗੇ। ਤੇ ਅੱਗੇ ਦੱਸਦੇ ਹੈਗੇ ਆ ਕਿ ਜਿਹੜੇ ਯਥਾਰਥਵਾਦੀ ਹੈਗੇ ਆ ਉਹਨਾਂ ਨੇ ਯੂਰਪੀਅਨ ਜਿਹੜੇ ਹੈਗੇ ਆ, ਜਿਹੜੇ ਗੋਰੇ ਲੋਕ ਹੈਗੇ ਆ,
ਉਹਨਾਂ ਨੂੰ ਆਪਣੇ ਨਾਲੋਂ ਉੱਚਾ ਮੰਨਿਆ ਹੈਗਾ, ਪਰ ਉਹ ਹਿੰਦੂਆਂ ਨੂੰ ਹਮੇਸ਼ਾ ਹੀ ਉਹ ਨੀਵਾਂ ਮੰਨਦੇ ਆਉਂਦੇ ਹੈਗੇ ਆ। ਯਥਾਰਥਵਾਦੀ ਕਹਿੰਦੇ ਵੀ ਇਹ ਵੀ ਸੋਚਣਗੇ ਕਿ ਉਹਨਾਂ ਦੇ ਹਾਲਾਤ ਜਿਹੜੇ ਹਿੰਦੂ ਆਫੀਸਰ ਹੋਣੇ ਆ, ਉਹ ਜਿਹੜੇ ਫੌਜੀਆਂ ਦੇ ਹਿੰਦੂ ਆਫੀਸਰ ਹੋਣੇ ਆ, ਉਹ ਉਹਨਾਂ ਦਾ ਕਿੱਦਾਂ ਕਹਿਣਾ ਮੰਨਣਗੇ। ਹਿੰਦੂ ਆਫੀਸਰ ਕਿੱਦਾਂ ਉਹਨਾਂ ਤੋਂ ਇਨਫੀਰੀਅਰ, ਜਿਹੜਾ ਉਹਨਾਂ ਤੋਂ ਥੱਲੇ ਤੋਂ ਉੱਤੇ ਉੱਠ ਕੇ ਆਫੀਸਰ ਲੱਗ ਜਾਊ ਬਈ, ਉਹਨਾਂ ਦੇ ਉੱਦਾਂ ਦੀ ਸਥਿਤੀ ਦੇ ਵਿੱਚ ਉਹਨਾਂ ਦੇ ਕੀ ਹਾਲਾਤ ਹੋਣਗੇ। ਇਸ ਚੀਜ਼ ਨੂੰ ਸੋਚਣਾ ਬਹੁਤ ਜ਼ਰੂਰੀ ਆ। ਕਹਿੰਦੇ ਤੁਸੀਂ ਸੋਚ ਕੇ ਦੇਖੋ, ਜਿਹੜੇ ਪੰਜਾਬੀ ਮੁਸਲਮਾਨ ਆ, ਉਹਨਾਂ ਨੇ ਪੈਨ ਇਸਲਾਮਿਜ਼ਮ ਦੀ ਸਪੋਰਟ ਕੀਤੀ ਸੀ। ਇੱਕ ਪੈਨ ਇਸਲਾਮਿਜ਼ਮ ਇੱਕ ਮੂਵਮੈਂਟ ਚੱਲੀ ਸੀ, ਮੈਂ ਗੂਗਲ ਤੇ ਸਰਚ ਕੀਤਾ ਸੀ, ਉਹਦੇ ਵਿੱਚ ਇੱਕ ਜਿੰਨੀਆਂ ਵੀ ਇਸਲਾਮਿਕ ਕੰਟਰੀਆਂ ਹੈਗੀਆਂ ਉਹ ਹਿੱਸਾ ਬਣਨੀਆਂ ਚਾਹੁੰਦੀਆਂ ਸੀ। ਮੈਂਬਰਸ਼ਿਪ ਜਿੱਦਾਂ ਹੁੰਦੀ ਨੇ, ਸਾਰਾ ਇਕੱਠਾ ਹੀ ਕਰ ਦੇਣੇ ਸਾਰੇ ਰਾਜ, ਤੇ ਇਦਾਂ ਜਿਹੜੇ ਇੰਡੀਆ ਦੇ ਮੁਸਲਮਾਨ ਆ ਉਹ ਇਸ ਚੀਜ਼ ਨੂੰ ਸਪੋਰਟ ਕਰਦੇ ਸੀ। ਇਸੇ ਤਰੀਕੇ ਨਾਲ ਕਹਿੰਦੇ 1919 ਦੇ ਵਿੱਚ ਜਿਹੜੇ ਭਾਰਤ ਦੇ ਮੁਸਲਮਾਨ ਸੀਗੇ, ਜਿਨ੍ਹਾਂ ਨੇ ਖਿਲਾਫਤ ਮੂਵਮੈਂਟ ਦੇ ਦੌਰਾਨ ਜਿਹੜੀ ਖਿਲਾਫਤ ਮੂਵਮੈਂਟ ਚੱਲੀ ਸੀਗੀ, ਤੇ ਉਹਨਾਂ ਨੇ ਅਫਗਾਨਿਸਤਾਨ ਦੇ ਅਮੀਰ ਜਿਹੜੇ ਸੀਗੇ ਉਹਨਾਂ ਨੂੰ ਇਹ ਗੱਲ ਕਹੀ ਸੀ ਆ ਕੇ ਭਾਰਤ ਤੇ ਹਮਲਾ ਕਰੋ। ਤੇ ਦੂਸਰਾ ਜਿਹੜਾ ਹੈਗਾ ਆ, ਕਹਿੰਦੇ ਇਸੇ ਸਵਾਲ ਦੇ ਨਾਲ ਇੱਕ ਦੂਸਰਾ ਸਵਾਲ ਕਹਿੰਦੇ ਹੋਰ ਖੜਾ ਹੈਗਾ ਆ, ਜਿਹਦੇ ਉੱਤੇ ਵੀ ਸਾਨੂੰ ਜਿਹੜੇ ਹਿੰਦੂ ਹੈਗੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈਗਾ ਆ। ਉਹ ਕਿਹੜਾ ਸਵਾਲ ਹੈਗਾ ਆ? ਉਹ ਇਹ ਸਵਾਲ ਆ ਕਿ ਕੀ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਆ, ਉਹ ਆਪਣੀ ਜਿਹੜੀ ਆਰਮੀ ਹੈਗੀ ਆ, ਉਹ ਕਾਰਗਰ ਤਰੀਕੇ ਦੇ ਨਾਲ ਉਹ ਜਿਹੜੀ ਆਪਣੀ ਆਰਮੀ, ਇੰਡੀਆ ਦੀ ਆਰਮੀ ਹੈਗੀ ਆ, ਉਹਨੂੰ ਅਫਗਾਨਾਂ ਦੇ ਖਿਲਾਫ ਯੂਜ਼ ਕਰ ਸਕਦੇ ਕਿ ਨਹੀਂ ਯੂਜ਼ ਕਰ ਸਕਦੇ। ਕਹਿੰਦੇ ਇਹਦੇ ਸੰਦਰਭ ਦੇ ਵਿੱਚ ਮੈਂ ਤੁਹਾਡਾ ਜਿਹੜਾ ਧਿਆਨ ਹੈਗਾ ਆ ਮੁਸਲਿਮ ਲੀਗ ਦੇ ਜਿਹੜੇ ਪਾਏ ਹੋਏ ਮਤੇ ਵੱਲ ਦਿਵਾਉਣਾ ਚਾਹੁੰਦਾ ਆ। ਉਹ ਮਤਾ ਕੀ ਸੀਗਾ? ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਭਾਰਤੀ ਜਿਹੜੀ ਆਰਮੀ ਹੈਗੀ ਆ, ਉਹ ਕਦੀ ਵੀ ਆਪਣੀ ਜਿਹੜੀ ਸੈਨਾ ਆ ਉਹਦਾ ਜਿਹੜਾ ਵਰਤਾਵ ਹੈਗਾ ਆ, ਉਹਦਾ ਜਿਹੜਾ ਯੂਜ਼ ਹੈਗਾ ਆ, ਉਹ ਮੁਸਲਮਾਨ ਸ਼ਕਤੀਆਂ ਦੇ ਖਿਲਾਫ ਨਹੀਂ ਕਰ ਸਕਦੀ। ਕਹਿੰਦੇ ਇਸ ਤੋਂ ਪਹਿਲਾਂ ਜਿਹੜੀ ਮੁਸਲਿਮ ਲੀਗ ਤੋਂ ਪਹਿਲਾਂ ਇੱਕ ਖਿਲਾਫਤ ਕਮੇਟੀ ਸੀ, ਉਹਨਾਂ ਨੇ ਸਭ ਨਾਲ ਪਹਿਲਾਂ ਇਹ ਜਿਹੜਾ ਪ੍ਰਿੰਸੀਪਲ ਜਿਹੜਾ ਇਹ ਸੀਗਾ, ਇਹ ਜਿਹੜਾ ਸਿਧਾਂਤ ਆ, ਇਹ ਲੀਗ ਮੁਸਲਿਮ ਲੀਗ ਤੋਂ ਵੀ ਪਹਿਲਾਂ ਇਹ ਸਿਧਾਂਤ ਰੱਖਿਆ ਸੀਗਾ ਕਿ ਭਾਰਤੀ ਸੈਨਾ ਜਿਹੜੀ ਆ ਕਦੇ ਵੀ ਮੁਸਲਮਾਨ ਕੰਟਰੀਆਂ ਦੇ ਖਿਲਾਫ ਉਹ ਆਪਣੀ ਸੈਨਾ ਜਿਹੜੀ ਆ ਉਹ ਯੂਜ਼ ਨਹੀਂ ਕਰ ਸਕਦੀ। ਕਹਿੰਦੇ ਜੇ ਇੱਕ ਇੰਡੀਆ ਜਿਹੜਾ ਆ ਉਹ ਇਕੱਠਾ ਰਹਿੰਦਾ ਆ, ਜਿਹੜੇ ਇੰਡੀਆ ਪਾਕਿਸਤਾਨ ਇਕੱਠਾ ਰਹਿੰਦਾ ਆ, ਜਿਹੜੀ ਟੂ ਨੇਸ਼ਨ ਮੈਂਟੈਲਿਟੀ, ਜਿਹੜੀ ਧਾਰਨਾ ਮੁਸਲਮਾਨਾਂ ਦੇ ਵਿੱਚ ਜਾਂ ਹਿੰਦੂਆਂ ਦੇ ਦਿਮਾਗ ਦੇ ਵਿੱਚ ਜਾਂ ਮੁਸਲਮਾਨਾਂ ਦੇ ਦਿਮਾਗ ਦੇ ਵਿੱਚ ਪਾਕਿਸਤਾਨ ਦੀ ਜਿਹੜੀ ਧਾਰਨਾ ਹਮੇਸ਼ਾ ਤੋਂ ਇਹ ਬਣਦੀ ਰਹਿਣੀ ਆ, ਤੇ ਹਮੇਸ਼ਾ ਹੀ ਇਹ ਹਿੰਦੂਆਂ ਦੇ ਮੁਸਲਮਾਨਾਂ ਦੇ ਟਕਰਾਅ ਹੁੰਦੇ ਹੀ ਰਹਿਣੇ ਆ। ਕਿਉਂਕਿ ਜੇ ਅਲੱਗ ਹੁੰਦੇ ਆ ਫਿਰ ਠੀਕ ਆ, ਜੇ ਇਕੱਠੇ ਰਹਿਣਗੇ ਇਹ ਧਾਰਨਾ ਹਮੇਸ਼ਾ ਉਹਨਾਂ ਦੇ ਦਿਮਾਗਾਂ 'ਚ ਰਹਿਣੀ ਹੈਗੀ ਆ। ਤੇ ਕਹਿੰਦੇ ਜਿਹੜੀ ਆਰਮੀ ਆ, ਭਾਵੇਂ ਕਿ ਭਾਰਤ ਕੋਲ ਆਪਣੀ ਆਰਮੀ ਹੋਣੀ ਹੈਗੀ ਆ, ਪਰ ਉਹ ਫ੍ਰੀ ਨਹੀਂ ਹੋਣਗੇ ਉਹਨੂੰ ਯੂਜ਼ ਕਰਨ ਦੇ ਲਈ, ਕਿਉਂਕਿ ਜਿਹੜੀ ਲੀਗ ਆ, ਜਿਹੜੀ ਮੁਸਲਿਮ ਲੀਗ ਆ, ਉਹਨੂੰ ਅਪੋਜ਼ ਕਰਦੀ ਆ ਵੀ ਜਿਹੜੀ ਭਾਰਤੀ ਆਰਮੀ ਆ ਉਹ ਕਦੀ ਵੀ ਕਿਸੇ ਹਾਲਾਤ ਦੇ ਵਿੱਚ ਵੀ ਉਹ ਮੁਸਲਮਾਨਾਂ ਉੱਤੇ ਆਪਣੀ ਪਾਵਰ ਯੂਜ਼ ਨਹੀਂ ਕਰ ਸਕਦੀ। ਕਹਿੰਦੇ ਇਹ ਚੀਜ਼ ਹਮੇਸ਼ਾ ਹੀ ਇੱਕ ਸਾਨੂੰ ਪ੍ਰੋਬਲਮ ਰਹਿਣੀ ਹੈਗੀ ਆ ਭਾਰਤੀ ਲੋਕਾਂ ਨੂੰ, ਜਿਹੜੇ ਹਿੰਦੂ ਲੋਕ ਮੈਜੋਰਟੀ। ਤੇ ਕਹਿੰਦੇ ਜੇ ਭਾਰਤ ਦੀ ਆਰਮੀ ਜਿਹੜੀ ਆ ਉਹਦੇ ਵਿੱਚ ਹਮੇਸ਼ਾ ਹੀ ਮੁਸਲਮਾਨਾਂ ਦਾ, ਪੰਜਾਬ ਦੇ ਮੁਸਲਮਾਨਾਂ ਦਾ, ਤੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਮੁਸਲਮਾਨਾਂ ਦਾ ਜਿਹਨਾਂ 'ਚ ਵਰਚਸਵ ਰਹਿੰਦਾ ਆ, ਜਿਹੜੇ ਹਿੰਦੂ ਹੈਗੇ ਆ ਉਹ ਕਦੀ ਵੀ ਉਸ ਆਰਮੀ ਨੂੰ ਮੁਸਲਮਾਨ ਜਿਹੜਾ ਧਾੜਵੀ ਹੈਗਾ ਆ, ਇਨਵੇਡਰ ਹੈਗਾ ਆ, ਜਿਹੜਾ ਬਾਹਰੋਂ ਆਇਆ ਆ ਹਮਲਾ ਕਰਨ, ਉਹਦੇ ਉੱਤੇ ਕਦੀ ਵੀ ਯੂਜ਼ ਨਹੀਂ ਕਰ ਸਕਦੇ। ਲੀਗ ਨੇ ਹਮੇਸ਼ਾ ਇਹਨੂੰ ਅਪੋਜ਼ ਕਰਨਾ ਹੈਗਾ। ਹੁਣ ਕਹਿੰਦੇ ਮੁਸਲਮਾਨ ਜਿਹੜੇ ਹਿੰਦੂ ਹੈਗੇ ਆ ਉਹਨਾਂ ਦੇ ਕੋਲ ਬੜੀ ਦੁਵਿਧਾਜਨਕ ਜਿਹੜੀ ਇਹ ਸਿਚੁਏਸ਼ਨ ਇੱਥੇ ਬਣ ਚੁੱਕੀ ਆ ਕਿ ਹੁਣ ਉਹਨਾਂ ਨੂੰ ਸੁਰੱਖਿਅਤ ਆਰਮੀ ਚਾਹੀਦੀ ਆ ਕਿ ਸੁਰੱਖਿਅਤ ਬਾਰਡਰ ਚਾਹੀਦੇ ਆ। ਬਾਰਡਰਾਂ ਦੀ ਆਪਾਂ ਗੱਲ ਪਿਛਲੀ ਵਾਰੀ ਡਾਕਟਰ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਵਧੀਆ ਤਰੀਕੇ ਨਾਲ ਸਮਝਾਈ ਸੀ ਕਿ ਬਾਰਡਰ ਜਿਹੜੇ ਹੈਗੇ ਆ ਵੀ ਉਹ ਇਹ ਕਹਿੰਦੇ ਜੀ ਬਾਰਡਰ ਜਿਹੜੇ ਆ ਉਹ ਸੇਫ ਚਾਹੀਦੇ ਆ। ਹੁਣ ਬਾਬਾ ਸਾਹਿਬ ਇੱਥੇ ਦੋ ਸਵਾਲ ਖੜੇ ਕਰਦੇ ਆ, ਕੀ ਹਿੰਦੂਆਂ ਨੂੰ ਆਰਮੀ ਜਿਹੜੀ ਆ ਉਹ ਸੁਰੱਖਿਅਤ ਚਾਹੀਦੀ ਆ ਜਾਂ ਬਾਰਡਰ ਸੁਰੱਖਿਅਤ ਚਾਹੀਦੀ ਆ? ਦੋਨਾਂ ਚੋਂ ਕਿਹੜੀ ਚੀਜ਼ ਚਾਹੀਦੀ ਆ, ਆਰਮੀ ਜਾਂ ਬਾਰਡਰ? ਹੁਣ ਕਹਿੰਦੇ ਵੀ ਬਾਬਾ ਸਾਹਿਬ ਕਹਿੰਦੇ ਆ ਕਿ ਇਸ ਦੁਵਿਧਾ ਦੇ ਵਿੱਚ ਮੈਂ ਹਿੰਦੂਆਂ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਹਾਂ। ਸੋ ਦੱਸਦੇ ਹੈਗੇ ਆ ਕਿ ਵੀ ਹੁਣ ਮੈਂ ਇਸ ਡਿਫਿਕਲਟੀ ਦੇ ਵਿੱਚ ਮੈਂ ਹਿੰਦੂਆਂ ਨੂੰ ਇੱਕ ਸਲਾਹ ਦੇਣਾ ਚਾਹੁੰਦਾ ਹਾਂ। ਉਹਦੇ ਵਿੱਚ ਇਹ ਹੈਗਾ ਆ ਕਿ ਕੀ ਜੇ ਮੁਸਲਮਾਨ ਇੰਡੀਆ ਦਾ ਹਿੱਸਾ ਰਹਿੰਦੇ ਆ, ਹਨਾ, ਤੋ ਕੀ ਇਹ ਗੱਲ ਸੋਚਣੀ ਜਾਇਜ਼ ਆ ਹਿੰਦੂਆਂ ਦੇ ਲਈ ਵੀ ਮੁਸਲਮਾਨ ਇੰਡੀਆ ਦਾ ਹਿੱਸਾ ਰਹਿਣ, ਇਸ ਕਰਕੇ ਜਿਹੜੇ ਬਾਰਡਰ ਆ ਉਹ ਸਾਡੇ ਸੇਫ ਰਹਿਣਗੇ? ਕਿਉਂਕਿ ਅੱਗੇ ਉਹ ਮੁਸਲਮਾਨਾਂ ਦਾ ਪਾਕਿਸਤਾਨ ਵਗੈਰਾ ਜਿਹੜਾ ਏਰੀਆ ਆ ਜਿਹੜਾ ਉਹ ਮੰਗਦੇ ਹੈਗੇ ਆ ਉਹ ਪੈਂਦਾ ਆ, ਤੇ ਉਹ ਸਾਡੇ ਲਈ ਵਧੀਆ ਬਾਰਡਰ ਆ, ਵਧੀਆ ਬਾਰਡਰਾਂ ਦਾ ਕੰਮ ਕਰ ਰਿਹਾ ਹੈਗਾ ਕਿ ਤੁਹਾਨੂੰ ਇਹ ਚੀਜ਼ ਚਾਹੀਦੀ ਆ ਜਾਂ ਫਿਰ
ਉਹ ਮੁਸਲਮਾਨਾਂ ਨੂੰ ਵੱਖਰਾ ਚਾਹੁੰਦੇ, ਪਾਕਿਸਤਾਨ ਬਣਾਉਣਾ ਵੱਖਰਾ ਚਾਹੁੰਦੇ ਆ, ਜਾਂ ਹਿੰਦੂ ਇਹਦੀ ਗੱਲ ਕਰਨਗੇ ਤਾਂ ਕਿ ਸਾਡੇ ਕੋਲ ਸੇਫ ਆਰਮੀ ਹੋਵੇ। ਜਾਂ ਤਾਂ ਪਾਰਟੀਸ਼ਨ ਦੀ ਸਪੋਰਟ ਕਰਨ ਵੀ ਸਾਡੇ ਕੋਲ ਸੇਫ ਬਾਰਡਰ ਰਹਿਣ। ਦੂਸਰਾ ਉਹਨਾਂ ਦੇ ਅੱਗੇ, ਹਿੰਦੂਆਂ ਦੇ ਅੱਗੇ ਸਵਾਲ ਇਹ ਹੈਗਾ ਆ ਵੀ ਜਾਂ ਤਾਂ ਤੁਸੀਂ ਸੈਪਰੇਟ ਕਰ ਦਿਓ ਪਾਕਿਸਤਾਨ ਨੂੰ ਤੇ ਆਪਣੀ ਆਰਮੀ ਨੂੰ ਸੇਫ ਕਰ ਲਓ। ਦੋਨਾਂ ਦੇ ਵਿੱਚ ਇਹ ਚੀਜ਼ਾਂ ਕਹਿੰਦੇ ਵੀ ਬਹੁਤ ਜ਼ਰੂਰੀ ਹੈਗੀਆਂ ਆ ਅੰਡਰਸਟੈਂਡ ਕਰਨੀਆਂ। ਤੇ ਕਹਿੰਦੇ ਵੀ ਜਿਹੜਾ ਏਰੀਆ ਜਿਹੜਾ ਪਾਕਿਸਤਾਨ ਨੂੰ ਜਾਣਾ ਹੈਗਾ ਆ, ਜਿਹੜਾ ਏਰੀਆ ਪਾਕਿਸਤਾਨ ਦੇ ਲਈ ਚੁਣਿਆ ਜਾ ਰਿਹਾ ਹੈਗਾ ਜਿੱਥੇ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈਗੀ, ਉਹਦੇ ਵਿੱਚ ਆਲਰੇਡੀ ਹਿੰਦੂਆਂ ਦੇ ਉੱਤੇ ਬਹੁਤ ਵੱਡੇ ਲੈਵਲ ਦੇ ਉੱਤੇ ਤਸ਼ੱਦਦ ਹੋ ਰਿਹਾ ਆ, ਬਹੁਤ ਵੱਡੇ ਲੈਵਲ ਤੇ ਤਸ਼ੱਦਦ ਹੋ ਰਿਹਾ। ਹੁਣ ਇਹ ਦੱਸੋ ਕਹਿੰਦੇ ਇਹਨਾਂ ਚੋਂ ਕਿਹੜਾ ਵਧੀਆ ਆ ਵੀ ਮੁਸਲਮਾਨ ਦੇ ਬਗੈਰ ਤੇ ਉਹਨਾਂ ਦੇ ਵਿਰੋਧ ਵਿੱਚ, ਜਾਂ ਮੁਸਲਮਾਨਾਂ ਦੇ ਨਾਲ ਉਹਨਾਂ ਦੇ ਵਿਰੋਧ ਦੇ ਵਿੱਚ, ਹਨਾ। ਤੇ ਮੁਸਲਮਾਨਾਂ ਦੇ ਬਾਬਾ ਸਾਹਿਬ ਕਹਿੰਦੇ ਬਗੈਰ ਵਧੀਆ ਆ ਦੇਸ਼, ਤੇ ਉਹਨਾਂ ਦੇ ਵਿਰੋਧ ਚ ਉਹਨਾਂ ਰਹਿਣਾ ਹੀ ਆ, ਨਾਲ ਵੀ ਵਿਰੋਧ ਵਿੱਚ ਰਹਿਣਾ ਤੇ ਬਗੈਰ ਵੀ ਵਿਰੋਧ ਵਿੱਚ ਰਹਿਣਾ। ਹੁਣ ਬਾਬਾ ਸਾਹਿਬ ਕਹਿੰਦੇ ਦੋਨਾਂ ਰਾਹਾਂ ਚੋਂ ਰਾਹ ਕਿਹੜਾ ਸਹੀ ਆ? ਕਹਿੰਦੇ ਵੀ ਉਹਨਾਂ ਤੋਂ ਬਗੈਰ ਵਿਰੋਧ ਵਿੱਚ ਜਾਂ ਨਾਲ ਵਿਰੋਧ ਵਿੱਚ। ਕਹਿੰਦੇ ਕੋਈ ਵੀ ਸਿਆਣਾ ਆਦਮੀ ਇਹੀ ਕਹੂਗਾ ਵੀ ਬਗੈਰ ਵਿਰੋਧ ਵਿੱਚ ਠੀਕ ਆ, ਵੀ ਉਹ ਸਾਡੇ ਤੋਂ ਬਾਹਰ ਬਗੈਰ ਰਹਿਣ ਤੇ ਭਾਵੇਂ ਵਿਰੋਧ ਵਿੱਚ ਰਹਿਣ। ਇਹ ਰਾਹ ਭਾਰਤ ਦੇ ਲਈ ਸੇਫ ਰਾਹ ਹੈਗਾ ਆ। ਉਸ ਤੋਂ ਬਾਅਦ ਅੱਗੇ ਦੱਸਦੇ ਹੈਗੇ ਆ ਕਿ ਇੰਪੋਰਟੈਂਟ ਬਹੁਤ ਜਿਹੜੀ ਮੈਂ ਹੈਲਪ ਕਰਨਾ ਚਾਹੁੰਦਾ ਹਾਂ। ਬਾਬਾ ਸਾਹਿਬ ਕਹਿੰਦੇ ਵੀ ਡੇਟਾ ਆ ਮੇਰੇ ਕੋਲ, ਇਹਦੇ ਵਿੱਚ ਬਾਬਾ ਸਾਹਿਬ ਮੈਂ ਸ਼ਾਰਟ ਕਰਕੇ ਇਹਦੇ ਵਿੱਚ ਦੱਸ ਦਿੰਦਾ। ਬਾਬਾ ਸਾਹਿਬ ਇਹ ਦੱਸਦੇ ਹੈਗੇ ਆ ਕਿ ਜਿਹੜੇ ਏਰੀਏ ਨਾਰਥ ਵੈਸਟ ਪ੍ਰੋਵਿੰਸ ਦੇ ਏਰੀਏ ਹੈਗੇ ਆ, ਜਾਂ ਪੰਜਾਬ ਦੇ ਏਰੀਏ ਹੈਗੇ ਆ, ਇਹਦੇ ਵਿੱਚ ਇਹ ਜਿਹੜੇ ਏਰੀਏ ਹੈਗੇ ਆ, ਇਹਨਾਂ ਦਾ ਜਿਹੜਾ ਸਾਲਾਨਾ ਬਜਟ ਆ ਉਹ ਇੰਨਾ ਵਧੀਆ ਨਹੀਂ ਹੈ। ਗੋਰਿਆਂ ਨੇ ਕਈ ਵਾਰੀ ਇਹਨਾਂ ਦੀ ਹੈਲਪ ਕੀਤੀ ਹੈਗੀ ਆ ਵੀ ਇਹ ਜਿਹੜੀਆਂ ਸਟੇਟਸ ਹੈਗੀਆਂ ਇਹਨਾਂ ਨੂੰ ਸੈਂਟਰਲ ਜਿਹੜਾ ਖਾਤਾ ਹੈਗਾ ਆ, ਜਿਹੜਾ ਸੈਂਟਰਲ ਗਵਰਨਮੈਂਟ ਦਾ ਖਾਤਾ ਹੈਗਾ, ਫੈਡਰਲ ਗਵਰਨਮੈਂਟ ਦਾ ਖਾਤਾ ਹੈਗਾ, ਉਹਦੇ ਵਿੱਚੋਂ ਇਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਆਪਣੀਆਂ ਜਿਹੜੀਆਂ ਕਾਰਜਕਾਰੀ ਜਿਹੜੀ ਡਿਪਾਰਟਮੈਂਟ ਹੈਗੇ ਆ ਉਹਨਾਂ ਦਾ ਜਿਹੜਾ ਖਰਚਾ ਨਿਕਲ ਸਕੇ। ਈਵਨ ਦੋ ਕਹਿੰਦੇ ਜਿਹੜੀ ਆਰਮੀ ਹੈਗੀ ਆ ਜਿਹਦੇ ਵਿੱਚ ਮੁਸਲਮਾਨਾਂ ਦਾ ਵਰਚਸਵ ਜ਼ਿਆਦਾ ਹੈ, ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਆ, ਉਹਦੇ ਵਿੱਚ ਵੀ ਉਹ ਆਰਮੀ ਦਾ ਜਿੰਨਾ ਪੈਸਾ ਸਪੈਂਡ ਹੁੰਦਾ ਆ ਉਹ ਸਾਰਾ ਸੈਂਟਰਲ ਗਵਰਨਮੈਂਟ ਕੋਲ ਦਿੰਦੀ ਹੈ। ਇਹ ਪ੍ਰੋਵਿੰਸ ਜਿਹੜੀਆਂ ਹੈਗੀਆਂ ਆ ਇਹ ਪੈਸੇ ਜਨਰੇਟ ਨਹੀਂ ਕਰਦੀਆਂ। ਹੁਣ ਬਾਬਾ ਸਾਹਿਬ ਇਹਦੇ ਵਿੱਚ ਦੱਸਦੇ ਆ ਕਿ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਸੈਂਟਰਲ ਗਵਰਨਮੈਂਟ ਦਾ ਰੈਵਨਿਊ ਕਹਿੰਦੇ 121 ਕਰੋੜ ਹੈਗਾ ਆ ਸਾਲਾਨਾ, ਉਹਦੇ ਵਿੱਚੋਂ ਕਹਿੰਦੇ ਵੀ 52 ਕਰੋੜ ਜਿਹੜਾ ਹੈਗਾ ਆ ਉਹ ਆਰਮੀ ਦੇ ਉੱਤੇ ਸਪੈਂਡ ਕਰਦੇ ਹੈਗੇ ਆ। ਕਹਿੰਦੇ ਕਿੱਥੇ ਇਹ ਜਿਹੜਾ ਏਰੀਆ ਹੈਗਾ ਆ, ਕਹਿੰਦਾ ਕਿੱਥੇ ਹੈਗਾ ਆ ਇਹ ਆਪਣਾ 52 ਕਰੋੜ ਜਿਹੜਾ ਆਰਮੀ ਦੇ ਉੱਤੇ ਸਪੈਂਡ ਹੁੰਦਾ ਹੈਗਾ ਆ। ਤੇ ਉਹਦੇ ਵਿੱਚੋਂ ਜਿਹੜਾ 52 ਕਰੋੜ ਬਾਬਾ ਸਾਹਿਬ ਕਹਿੰਦੇ ਆ ਵੀ ਇਹ ਗੱਲ ਧਿਆਨ ਨਾਲ ਹੀ ਰੱਖਣ ਦੀ ਲੋੜ ਹੈਗੀ ਆ ਵੀ ਇਹ ਉਸ ਆਰਮੀ ਨੂੰ ਦਿੱਤਾ ਜਾਂਦਾ ਆ ਜਿਹੜੀ ਆਰਮੀ ਦੇ ਵਿੱਚ ਆਲਰੇਡੀ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਆ ਤੇ ਉਹ ਪਾਕਿਸਤਾਨ ਏਰੀਆ 'ਚ ਪੈਂਦਾ ਹੈਗਾ ਆ। ਤੇ ਅੱਗੇ ਦੱਸਦੇ ਹੈਗੇ ਆ ਕਿ 52 ਕਰੋੜ ਰੁਪਈਆ ਜਿਹੜਾ ਹੈਗਾ ਆ ਉਹ ਹਿੰਦੂ ਪ੍ਰੋਵਿੰਸ ਜਿਹੜੀਆਂ ਹੈਗੀਆਂ ਆ, ਹਿੰਦੂ ਸਟੇਟਾਂ ਜਿਹੜੀਆਂ ਹੈਗੀਆਂ ਉਹਨਾਂ ਵੱਲੋਂ ਕੀਤਾ ਹੋਇਆ ਇਕੱਠਾ ਪੈਸਾ ਜਿਹੜਾ ਆ ਉਹ ਆਰਮੀ ਦੇ ਉੱਤੇ ਸਪੈਂਡ ਹੋ ਰਿਹਾ ਹੈ 52 ਕਰੋੜ, ਜਿਹਦੇ ਵਿੱਚ ਕੋਈ ਵੀ ਹਿੰਦੂ ਵੀ ਨਹੀਂ ਹੈਗਾ, ਹਿੰਦੂ ਜਾਂ ਘੱਟ ਗਿਣਤੀ ਦੇ ਵਿੱਚ ਹੈਗੇ ਆ। ਤੇ ਫਿਰ ਅੱਗੇ ਦੱਸਦੇ ਹੈਗੇ ਕਿ ਹਿੰਦੂਆਂ ਨੂੰ ਇਸ ਟ੍ਰੈਜਡੀ ਦਾ ਪਤਾ ਹੈਗਾ, ਕਿ ਹਿੰਦੂਆਂ ਨੂੰ ਇਸ ਦੁਰਘਟਨਾ ਦਾ ਪਤਾ ਹੈ ਵੀ ਜਿੰਨਾ ਵੀ ਰੈਵਨਿਊ ਜਨਰੇਟ ਹੁੰਦਾ ਭਾਰਤ ਦੇ ਵਿੱਚੋਂ ਉਹਦਾ 52 ਕਰੋੜ ਆਰਮੀ ਦੇ ਉੱਤੇ ਲਾਇਆ ਜਾਂਦਾ, ਤੇ ਉਸ ਆਰਮੀ ਦੇ ਵਿੱਚ 50% ਲੋਕ ਜਿਹੜੇ ਆ ਉਹ ਮੁਸਲਮਾਨ ਹੈਗੇ ਆ। ਕਹਿੰਦੇ ਹਿੰਦੂਆਂ ਨੂੰ ਇਸ ਚੀਜ਼ ਦਾ ਨਹੀਂ ਪਤਾ। ਅੱਜ ਤਾਂ ਕਹਿੰਦੇ ਹਿੰਦੂ ਜਿਹੜੇ ਆ ਉਹ ਅੱਜ ਇਸ ਚੀਜ਼ ਲਈ ਰਿਸਪੌਂਸੀਬਲ ਨਹੀਂ ਹੈ, ਜ਼ਿੰਮੇਵਾਰ ਨਹੀਂ ਹੈ, ਕਿਉਂਕਿ ਉਹਨਾਂ ਦਾ ਕੰਟਰੋਲ ਨਹੀਂ ਹੈ ਇਹਨਾਂ ਚੀਜ਼ਾਂ ਦੇ ਉੱਤੇ। ਪਰ ਕੀ ਜਦੋਂ ਭਾਰਤ ਆਜ਼ਾਦ ਹੋ ਜਾਣਾ ਹੈਗਾ ਜਾਂ ਜਦੋਂ ਸੈਪਰੇਸ਼ਨ ਹੋ ਜਾਣੀ ਹੈ, ਕੀ ਹਿੰਦੂ ਇਸ ਚੀਜ਼ ਨੂੰ ਅਲਾਉ ਕਰਨਗੇ? ਇਹ ਤਾਂ ਇਦਾਂ ਲੱਗਦਾ ਕਿ ਆਪ ਪੈਸੇ ਦੇ ਕੇ ਆਪਣੀ ਜਿਹੜੀ ਆਪਣੀ ਡਿਸਟਰਕਸ਼ਨ ਦੇ ਲਈ ਹਥਿਆਰ ਖਰੀਦਣ ਦੇ ਬਰਾਬਰ ਹੈਗਾ ਆ, ਆਪਣੀ ਤਬਾਹੀ ਦੇ ਲਈ ਇੱਕ ਹਥਿਆਰ ਖਰੀਦਣਾ, ਮਹਿੰਗਾ ਹਥਿਆਰ ਖਰੀਦਣ ਦੇ ਬਰਾਬਰ ਹੈਗਾ ਆ। ਤੇ ਕਹਿੰਦੇ ਹੁਣ ਇਹਦੇ ਵੀ ਨਾਲ ਕੀ ਆ ਵੀ ਇਹੀ ਪੈਸੇ ਜਿਹੜੇ ਆ ਹਿੰਦੂ ਜਿਹੜੇ ਆ ਪਾਕਿਸਤਾਨ ਬਣਨ ਤੋਂ ਬਾਅਦ ਆਪਣੀ ਮਿਲਟਰੀ ਵੱਖਰੇ ਰਾਜਾਂ ਦੇ ਵਿੱਚੋਂ ਇਕੱਠੀ ਕਰਕੇ ਆਪ ਬਣਾ ਸਕਦੇ ਆ, ਜਿਹਨੂੰ ਉਹ ਜਿੱਥੇ ਚਾਹਣ ਯੂਜ਼ ਕਰ ਸਕਦੇ ਆ। ਹੁਣ ਕਹਿੰਦੇ ਬਾਬਾ ਸਾਹਿਬ ਕਹਿੰਦੇ ਵੀ ਮੇਰੇ ਹਿਸਾਬ ਦੇ ਨਾਲ ਜਿਹੜੀ ਸੇਫ ਆਰਮੀ ਆ ਉਹ ਸੇਫ ਬਾਰਡਰਸ ਦੇ ਨਾਲੋਂ ਜ਼ਿਆਦਾ ਵਧੀਆ ਆ, ਜ਼ਿਆਦਾ ਕਾਰਗਰ ਆ। ਇਹ ਸੀਗਾ ਜੀ ਚੈਪਟਰ ਆਪਣਾ, ਪਿਛਲੀ ਵਾਰੀ ਅੱਧਾ ਰਹਿ ਗਿਆ ਸੀਗਾ। ਤੇ ਅਗਲਾ ਜਿਹੜਾ ਚੈਪਟਰ ਆ ਇਹ ਵੱਡਾ ਚੈਪਟਰ ਆ, ਬਹੁਤ ਇੰਪੋਰਟੈਂਟ ਚੈਪਟਰ ਹੈ। ਇਹਦੇ ਵਿੱਚ ਬਾਬਾ ਸਾਹਿਬ ਦੱਸਦੇ ਆ ਕਿ ਵੰਡ ਕਿਉਂ ਹੋਣੀ ਚਾਹੀਦੀ ਆ, ਪਾਪੂਲੇਸ਼ਨ ਜਿਹੜੀਆਂ ਹੈਗੀਆਂ ਕਿੱਥੋਂ ਕਿੱਧਰ ਨੂੰ ਜਾਣੀਆਂ ਚਾਹੀਦੀਆਂ ਆ, ਜਿਹੜੀ ਡੀਮਾਰਕੇਸ਼ਨ ਬਾਉਂਡਰੀ ਆ ਉਹ ਕਿੱਥੇ ਲੱਗਣੀ ਚਾਹੀਦੀ ਆ। ਬਹੁਤ ਇੰਪੋਰਟੈਂਟ ਚੈਪਟਰ ਹੈਗਾ ਆ। ਤੇ ਹਾਂਜੀ, ਜਿਹੜਾ ਚੈਪਟਰ ਨੰਬਰ 6ਵਾਂ ਹੈਗਾ ਆ, ਹਿੰਦੂਆਂ ਦੀ ਧਾਰਨਾ ਹੈਗੀ ਆ ਕਿ ਜਿਹੜਾ ਪਾਕਿਸਤਾਨ ਹੈਗਾ ਆ ਉਹਦੇ ਬਣਨ ਦੇ ਨਾਲ ਜਿਹੜੀ ਸਾਡਾ ਕੌਮੀ ਮਸਲਾ ਹੈਗਾ ਆ ਉਹ ਸੋਲਵ ਨਹੀਂ ਹੁੰਦਾ। ਹੁਣ ਬਾਬਾ ਸਾਹਿਬ ਇਹਨੂੰ ਲੈ ਕੇ ਦੱਸਦੇ ਆ ਕਿ ਵੀ ਕਿੰਨਾ ਕੁ ਸੋਲਵ ਹੁੰਦਾ ਆ।
ਉਹਦਾ ਜਿਹੜਾ ਮਾਪਦੰਡ ਹੈਗਾ ਜਾਂ ਉਹਦਾ ਮਾਪ ਹੈਗਾ, ਉਹਦਾ ਮੈਗਨੀਟਿਊਡ ਹੈਗਾ, ਉਹਨੂੰ ਕਿੱਦਾਂ ਘਟਾ ਸਕਦੇ ਆ ਕੌਮੀ ਮਸਲੇ ਨੂੰ। ਇਹ ਜਿਹੜਾ ਕੌਮੀ ਮਸਲਾ ਸਭ ਤੋਂ ਪਹਿਲਾਂ ਹੈ ਕੀ ਆ? ਕੌਮੀ ਮਸਲਾ ਹਿੰਦੂਆਂ ਤੇ ਮੁਸਲਮਾਨਾਂ ਦਾ ਜਿਹੜਾ ਰੌਲਾ ਹੈਗਾ ਆ, ਜਿਹੜਾ ਪਾਕਿਸਤਾਨ ਦੀ ਵੰਡ ਦਾ ਕਾਰਨ ਬਣਿਆ, ਉਹ ਹੈ ਕੀ ਆ, ਉਹ ਇਸ ਚੈਪਟਰ 'ਚ ਦੱਸਿਆ ਜਾਊਗਾ। ਇਹਦੇ ਵਿੱਚ ਹਿੰਦੂ ਪੁੱਛੂਗਾ, ਬਾਬਾ ਸਾਹਿਬ ਜੋ ਸ਼ੁਰੂ ਕਰਦੇ ਆ ਵੀ ਪਾਕਿਸਤਾਨ ਦਾ ਜਿਹੜਾ ਮਸਲਾ ਹੈਗਾ ਆ, ਪਾਕਿਸਤਾਨ ਦੇ ਨਾਲ ਜਿਹੜਾ ਖਰ ਕੌਮੀ ਮਸਲਾ ਹੈਗਾ ਆ, ਇਹ ਸੋਲਵ ਨਹੀਂ ਹੋਣਾ ਹੈਗਾ। ਕਹਿੰਦੇ ਇਹਦਾ ਆਨਸਰ ਦੇਣ ਦੇ ਲਈ, ਇਸ ਆਨਸਰ ਨੂੰ ਦੇਣ ਦੇ ਲਈ ਸਾਨੂੰ ਕੁਝ ਚੀਜ਼ਾਂ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਸਾਨੂੰ ਅਧਿਐਨ ਕਰਨਾ ਪੈਣਾ ਹੈਗਾ ਵੀ ਇਸ ਚੀਜ਼ ਦਾ ਆਨਸਰ ਦੇਣ ਦੇ ਲਈ। ਕਹਿੰਦੇ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪੈਣਾ ਹੈਗਾ ਆ, ਇੱਕ ਮਾਈਂਡ ਸਾਨੂੰ ਕਲੀਅਰ ਬਣਾਉਣਾ ਪੈਣਾ ਹੈਗਾ ਆ ਵੀ ਐਕਚੁਅਲੀ ਇਹ ਮਤਲਬ ਕੀ ਹੈਗਾ ਆ ਜਦੋਂ ਮੁਸਲਮਾਨ ਅਤੇ ਹਿੰਦੂ ਕ੍ਰਿਮੀਨਲ ਕੁਐਸਚਨ ਦੇ ਬਾਰੇ ਗੱਲ ਕਰਦੇ ਹੈਗੇ ਆ, ਕੌਮੀ ਸਵਾਲ ਦੇ ਬਾਰੇ ਜਦੋਂ ਗੱਲ ਕਰਦੇ, ਫਿਰਕੂ ਸਵਾਲ ਦੇ ਬਾਰੇ ਗੱਲ ਕਰਦੇ ਹੈਗੇ ਆ। ਕਹਿੰਦੇ ਸਾਨੂੰ ਪਹਿਲਾਂ ਤਾਂ ਇਹ ਦੇਖਣਾ ਪੈਣਾ ਆ ਵੀ ਇਹ ਹੈ ਕੀ ਆ, ਮਸਲਾ ਕੀ ਆ। ਇਸ ਤੋਂ ਬਗੈਰ ਕਹਿੰਦੇ ਵੀ ਆਪਾਂ ਜਿਹੜੀ ਡਿਸਕਸ਼ਨ ਕਰਨੀ ਹੈਗੀ ਆ ਕਿ ਪਾਕਿਸਤਾਨ ਬਣਨ ਤੋਂ ਬਾਅਦ ਜਿਹੜੇ ਕੌਮੀ ਮਸਲਾ ਹੈਗਾ ਆ, ਕੀ ਇਹ ਹੱਲ ਹੋਣਗੇ ਕਿ ਨਹੀਂ ਹੋਣਗੇ, ਫਿਰ ਹੀ ਆਪਾਂ ਉਹਦੇ ਤੇ ਕਨਸੈਂਟਰੇਟ ਕਰ ਪਾਵਾਂਗੇ। ਕਹਿੰਦੇ ਇਹਦਾ ਇੱਕ ਵੱਡਾ ਇੰਪੈਕਟ ਆ, ਇੱਕ ਘੱਟ ਇੰਪੈਕਟ ਆ, ਇੱਕ ਘੱਟ ਇੰਪੈਕਟ, ਇੱਕ ਬਹੁਤ ਵੱਡਾ ਇੰਪੈਕਟ ਆ। ਘੱਟ ਇੰਪੈਕਟ ਜਿਹੜਾ ਹੈਗਾ ਆ ਉਹ ਕੀ ਹੈਗਾ ਆ, ਜਿਹਨੂੰ ਆਪਾਂ ਲੈਸਰ ਇੰਟੈਂਟ ਨੂੰ ਕਹਿੰਦੇ ਹੈਗੇ ਆ। ਉਹਦੇ ਵਿੱਚ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਵੀ ਜਿਹੜਾ ਮਸਲਾ ਜਿਹੜਾ ਸ਼ੁਰੂ ਹੁੰਦਾ ਹੈਗਾ, ਕੌਮੀ ਮਸਲਾ ਜਿਹੜਾ ਇਹਨਾਂ ਦਾ ਆਪਸ ਸ਼ੁਰੂ ਹੁੰਦਾ ਹੈਗਾ ਆ, ਉਹ ਇਹ ਹੈ ਕਿ ਹਿੰਦੂਆਂ ਤੇ ਮੁਸਲਮਾਨਾਂ ਦੀ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਰੀਪ੍ਰੈਜ਼ੈਂਟੇਸ਼ਨ ਨੂੰ ਲੈ ਕੇ ਆਉਂਦਾ ਆ, ਨੁਮਾਇੰਦਗੀ ਨੂੰ ਲੈ ਕੇ ਆਉਂਦਾ ਹੈਗਾ ਆ। ਕਹਿੰਦੇ ਆਪਾਂ ਇਹਨੂੰ ਦੋ ਤਰੀਕੇ ਨਾਲ ਦੇਖ ਸਕਦੇ ਹਾਂ, ਦੋ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਇਹਦੇ ਵਿੱਚ। ਕਹਿੰਦੇ ਇੱਕ ਤਾਂ ਜਿਹੜੀ ਨੰਬਰ ਆਫ ਸੀਟਸ ਜਿਹੜੀਆਂ ਹੈਗੀਆਂ, ਸੀਟਾਂ ਜਿਹੜੀਆਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਅਲਾਟ ਕੀਤੀਆਂ ਗਈਆਂ ਹੈਗੀਆਂ ਵੱਖਰੀਆਂ ਵਿਧਾਨ ਸਭਾ ਦੇ ਵਿੱਚ, ਉਹਨੂੰ ਲੈ ਕੇ ਪ੍ਰੋਬਲਮ ਆ। ਦੂਸਰੇ ਨੰਬਰ ਦੇ ਉੱਤੇ ਜਿਹੜੇ ਚੋਣ ਪ੍ਰਕਿਰਿਆ ਦਾ ਤਰੀਕਾ ਹੈਗਾ ਆ, ਉਹਨੂੰ ਲੈ ਕੇ ਵੀ ਪ੍ਰੋਬਲਮ ਹੈਗੀ ਆ। ਬਈ ਕੁਝ ਕਹਿੰਦੇ ਹੈਗੇ ਆ ਸਾਡਾ ਜੁਆਇੰਟ ਇਲੈਕਟੋਰੇਟ ਹੋਣਾ ਚਾਹੀਦਾ ਆ, ਕੋਈ ਕਹਿੰਦੇ ਹੈਗੇ ਸਾਡਾ ਸੈਪਰੇਟ ਇਲੈਕਟੋਰੇਟ ਹੋਣਾ ਚਾਹੀਦਾ ਆ। ਇਹ ਵੀ ਕਹਿੰਦੇ ਵੀ ਮਸਲਾ ਬਣਿਆ ਹੋਇਆ ਇਹਨਾਂ ਦਾ। ਤੇ ਉਸ ਤੋਂ ਬਾਅਦ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਮੁਸਲਮਾਨਾਂ ਨੇ ਕੁਝ ਮੰਗਾਂ ਕੀਤੀਆਂ। ਕਹਿੰਦੇ ਉਹਨਾਂ ਨੇ ਇਹ ਗੱਲ ਕਿਹਾ ਹੈਗਾ ਕਿ ਜਿਹੜੇ ਸਾਡੇ ਰਾਜ ਆਪਣੇ ਲੋਕ ਸਭਾ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਸਾਡੇ ਜਿਹੜੇ ਨੁਮਾਇੰਦੇ ਹੈਗੇ ਆ, ਉਹ ਸੈਪਰੇਟ ਇਲੈਕਟੋਰੇਟ ਤੋਂ ਚੁਣ ਕੇ ਜਾਣੇ ਚਾਹੀਦੇ ਆ। ਹੁਣ ਜਿਹੜੇ ਸਾਡੇ ਸਾਥੀ ਸਾਡੇ ਨਾਲ ਲੰਬੇ ਸਮੇਂ ਤੋਂ ਜੁੜਨ ਨੂੰ ਪਤਾ ਸੈਪਰੇਟ ਇਲੈਕਟੋਰੇਟ ਕੀ ਹੁੰਦੀ ਆ, ਵੀ ਉਹ ਸੈਪਰੇਟ ਇਲੈਕਟੋਰੇਟ ਦੇ ਨਾਲ ਚੁਣੇ ਹੋਏ ਜਾਣੇ ਚਾਹੀਦੇ ਆ। ਤੇ ਨਾਲ ਦੀ ਨਾਲ ਜਿਹੜੀ ਉਹਨਾਂ ਦੀ ਦੂਸਰੀ ਮੰਗ ਸੀਗੀ ਉਹ ਇਹ ਸੀ ਕਿ ਜਿੱਥੇ ਮੁਸਲਮਾਨਾਂ ਦੀ ਗਿਣਤੀ ਘੱਟ ਆ, ਜਿਹਨਾਂ ਰਾਜਾਂ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਘੱਟ ਆ, ਉੱਥੇ ਸਾਨੂੰ ਵੇਟੇਜ ਦਿੱਤੀ ਜਾਣੀ ਚਾਹੀਦੀ ਹੈਗੀ ਆ। ਤੇ ਵੇਟੇਜ ਦੇ ਨਾਲ ਤੇ ਜਿੱਥੇ ਸਾਡੀ ਮੈਜੋਰਿਟੀ ਹੈਗੀ ਆ, ਜਿੱਦਾਂ ਪੰਜਾਬ ਦੇ ਵਿੱਚ, ਸਿੰਧ ਦੇ ਵਿੱਚ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਵਿੱਚ, ਬੰਗਾਲ ਦੇ ਵਿੱਚ, ਉੱਥੇ ਸਾਨੂੰ ਕਾਨੂੰਨੀ ਤੌਰ ਦੇ ਉੱਤੇ, ਕਨਸਟੀਟਿਊਸ਼ਨ ਦੇ ਤੌਰ ਦੇ ਉੱਤੇ ਸਾਨੂੰ ਸੀਟਾਂ ਜਿਹੜੀਆਂ ਆ ਉਹ ਨਿਰਧਾਰਿਤ ਕਰ ਦੇ ਦੇਣੀਆਂ ਚਾਹੀਦੀਆਂ ਵੀ ਤੁਹਾਡੀਆਂ ਇੰਨੀਆਂ ਸੀਟਾਂ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਤੈਅ ਕੀਤੀਆਂ ਗਈਆਂ, ਇਹ ਸਟੈਟੂਟਰੀ ਹੋਣੀ ਚਾਹੀਦੀ ਆ। ਇਹ ਜਿਹੜੀਆਂ ਮੰਗਾਂ ਕਹਿੰਦੇ ਵੀ ਹਿੰਦੂਆਂ ਨੇ ਰਿਜੈਕਟ ਕੀਤੀਆਂ। ਹਿੰਦੂ ਕਹਿੰਦੇ ਹੈਗੇ ਆ ਵੀ ਇਹ ਜਿਹੜੀਆਂ ਦੋਨੇ ਡਿਮਾਂਡਾਂ ਆ ਹਿੰਦੂਆਂ ਨੇ ਰਿਜੈਕਟ ਕਰ ਦਿੱਤੀਆਂ। ਹਿੰਦੂ ਇਹ ਚਾਹੁੰਦੇ ਹੈਗੇ ਆ ਕਿ ਜਿਹੜੀ ਇਲੈਕਸ਼ਨ ਹੈਗੀ ਆ ਉਹ ਜੁਆਇੰਟ ਇਲੈਕਟੋਰੇਟ ਹੋਵੇ, ਚਾਹੇ ਉਹ ਪ੍ਰੋਵਿੰਸ਼ੀਅਲ ਹੋਵੇ, ਚਾਹੇ ਉਹ ਮਤਲਬ ਕਿ ਸੈਂਟਰਲ ਹੋਵੇ, ਸੈਂਟਰਲ ਤੇ ਚਾਹੇ ਖੇਤਰੀ ਹੋਵੇ। ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਦੂਸਰੀ ਮੰਗ ਸੀਗੀ ਕਿ ਜਿੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਆ, ਉਹਨਾਂ ਸਟੇਟਾਂ ਦੇ ਵਿੱਚ ਸਾਡੀਆਂ ਜਿਹੜੀਆਂ ਸੀਟਾਂ ਆ ਉਹ ਕਨਸਟੀਟਿਊਸ਼ਨ ਦੇ ਵਿੱਚ ਨਿਰਧਾਰਤ ਕੀਤੀਆਂ ਜਾਣ। ਉਹ ਵੀ ਮੰਗ ਜਿਹੜੀ ਆ ਹਿੰਦੂਆਂ ਨੇ ਅਪੋਜ਼ ਕੀਤੀ। ਪਰ ਜਦੋਂ ਕ੍ਰਿਮੀਨਲ ਅਵਾਰਡ ਮਿਲਿਆ, ਬਾਬਾ ਸਾਹਿਬ ਕਹਿੰਦੇ ਉਹਨਾਂ ਨੇ ਹਿੰਦੂਆਂ ਦੀਆਂ ਸਾਰੀਆਂ ਮੰਗਾਂ ਮੁਸਲਮਾਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਆ ਉਹ ਮੰਨ ਲਈਆਂ। ਤੇ ਮੁਸਲਮਾਨਾਂ ਨੂੰ ਜਿਉਂ ਕਿਹਾ ਉਸੇ ਤਰੀਕੇ ਨਾਲ ਉਹਨਾਂ ਨੂੰ ਜਿੱਥੇ ਵੇਟੇਜ ਦੇਣੀ ਸੀ, ਜਿੱਥੇ ਪੋਪੂਲੇਸ਼ਨ ਉਹਨਾਂ ਦੀ ਘੱਟ ਸੀ, ਉੱਥੇ ਵੇਟੇਜ ਦਿੱਤੀ, ਜਿੱਥੇ ਨਾਲੇ ਸੈਪਰੇਟ ਇਲੈਕਟੋਰੇਟ ਦਿੱਤਾ, ਨਾਲੇ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦੀ ਸੀਟਾਂ ਨਿਰਧਾਰਿਤ ਕਰ ਦਿੱਤੀਆਂ। ਕਹਿੰਦੇ ਹੁਣ ਇਸ ਅਵਾਰਡ ਦੇ ਵਿੱਚ ਕੋਈ ਕੀ ਇਹ ਅਵਾਰਡ ਸੀਗਾ ਜਿਹੜੇ ਪ੍ਰੋਬਲਮ ਕ੍ਰੀਏਟ ਕੀਤੀ ਆ? ਕੀ ਜਿਹੜੇ ਹਿੰਦੂਆਂ ਦੇ ਆਬਜੈਕਸ਼ਨ ਹੈਗੇ ਆ ਉਹਨਾਂ ਨੇ ਕ੍ਰਿਮੀਨਲ ਅਵਾਰਡ ਦਾ ਵਿਰੋਧ ਕੀਤਾ? ਸਾਰੇ ਪਾਸੇ ਕ੍ਰਿਮੀਨਲ ਅਵਾਰਡ ਦਾ ਵਿਰੋਧ ਹੋਣਾ ਸ਼ੁਰੂ ਹੋਇਆ। ਬਾਬਾ ਸਾਹਿਬ ਕਹਿੰਦੇ ਵੀ
ਕੀ ਇਹ ਅਵਾਰਡ ਦੇ ਵਿੱਚ ਕੋਈ ਗਲਤੀ ਹੈਗੀ ਹੈ ਜਿਹਦੇ ਕਰਕੇ ਹਿੰਦੂਆਂ ਦੇ ਕੋਲ ਕੋਈ ਹੈਗਾ ਆ ਵੀ ਹਾਂ ਵੀ ਹਿੰਦੂਆਂ ਦੀ ਗੱਲ ਦੇ ਵਿੱਚ ਕੋਈ ਤੱਤ ਹੈਗਾ ਆ ਵੀ ਵਾਕਈ ਅਵਾਰਡ ਦੇ ਵਿੱਚ ਕੋਈ ਮਸਲਾ ਹੈਗਾ ਆ ਵੀ ਹਿੰਦੂ ਜਿਹੜੇ ਆ ਆਬਜੈਕਸ਼ਨ ਕੀ ਲਾ ਰਹੇ ਹਿੰਦੂ ਆਬਜੈਕਸ਼ਨ ਇਹ ਲਾਉਂਦੇ ਹੈਗੇ ਆ ਕਿ ਇਹ ਜਿਹੜੀ ਵੇਟੇਜ ਹੈਗੀ ਆ ਜਿੱਥੇ ਘੱਟ ਗਿਣਤੀਆਂ ਮੁਸਲਮਾਨ ਆ ਉੱਥੇ ਪੋਪੂਲੇਸ਼ਨ ਨੂੰ ਛੱਡ ਕੇ ਜੇ 2-4 ਸੀਟਾਂ ਕਿਤੇ ਵਾਧੂ ਦੇਣ ਦੀ ਲੋੜ ਪੈਂਦੀ ਹੈ ਤਾਂ ਕਿ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਦੋਨੇ ਪਾਰਟੀਆਂ ਹਿੰਦੂਆਂ ਤੇ ਮੁਸਲਮਾਨਾਂ ਦਾ ਬਰਾਬਰ ਦੀ ਸਰਕਾਰ ਜੀ ਬਣੇ ਬਰਾਬਰ ਦੇ ਮਿਨਿਸਟਰ ਬਣ ਜਾਂ ਦੂਜੇ ਬਣ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਬਣ ਉਹਨੂੰ ਵੇਟੇਜ ਕਹਿੰਦੇ ਸੀਗੇ ਵੀ ਪੋਪੂਲੇਸ਼ਨ ਦੇ ਆਧਾਰ ਦੇ ਉੱਤੇ ਤਾਂ ਜਿਹੜੀ ਸੀਟ ਉਹਨਾਂ ਨੂੰ ਮਿਲਣੀ ਹੈ ਉੱਥੇ ਪਰ ਜੇ ਮੁਸਲਮਾਨਾਂ ਦੀ ਗਿਣਤੀ ਘੱਟ ਆ ਤੇ ਹਿੰਦੂਆਂ ਦੀ ਜ਼ਿਆਦਾ ਆ ਤੇ ਵੱਧ ਤੁਸੀਂ ਪੋਪੂਲੇਸ਼ਨ ਤੋਂ ਵੀ ਵੱਧ ਸੀਟਾਂ ਦੇ ਸਕਦੇ ਹੋ ਉਹਨਾਂ ਨੂੰ ਕਿਤੇ 10 ਦੇ ਦਿਓ ਜੇ 5 ਬਣਦੀਆਂ 10 ਦੇ ਦਿਓ ਤਾਂ ਕਿ ਬਾਹਲੇ ਘੱਟ ਵੀ ਨਾ ਉਹਨਾਂ ਦੇ ਜਿਹੜੇ ਐਮਐਲਏ ਐਮਪੀ ਬਣ ਇਹਨੂੰ ਵੇਟੇਜ ਕਹਿੰਦੇ ਆ ਕਹਿੰਦੇ ਵੀ ਇਹ ਜਿਹੜੀ ਵੇਟੇਜ ਪਹਿਲੀ ਜਿਹੜੀ ਆਬਜੈਕਸ਼ਨ ਹੈਗੀ ਉਹਨਾਂ ਦੀ ਵੇਟੇਜ ਨੂੰ ਲੈ ਕੇ ਹੈਗੀ ਆ ਕਹਿੰਦੇ ਹਿੰਦੂਆਂ ਨੂੰ ਇਹਦੀ ਇਹ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਕਿਉਂਕਿ ਹਿੰਦੂਆਂ ਨੂੰ ਵੀ ਇਦਾਂ ਦੀ ਵੇਟੇਜ ਦਿੱਤੀ ਆ ਜਿਹੜੇ ਰਾਜਾਂ ਦੇ ਵਿੱਚ ਹਿੰਦੂਆਂ ਦੀ ਗਿਣਤੀ ਘੱਟ ਆ ਉੱਥੇ ਹਿੰਦੂਆਂ ਨੂੰ ਵੀ ਗੋਰਿਆਂ ਨੇ ਵੇਟੇਜ ਦਿੱਤੀ ਹੈਗੀ ਆ ਦੂਸਰੇ ਨੰਬਰ ਦੇ ਉੱਤੇ ਜਿਹੜੀ ਸੈਕੰਡ ਆਬਜੈਕਸ਼ਨ ਹੈਗੀ ਆ ਕਹਿੰਦੇ ਉਹ ਆਬਜੈਕਸ਼ਨ ਜਿਹੜੀ ਹੈਗੀ ਆ ਉਹ ਵੀ ਮੁਸਲਮਾਨਾਂ ਦੀਆਂ ਜਿਹੜੀਆਂ ਸੀਟਾਂ ਹੈਗੀਆਂ ਆ ਉਹ ਕਨਸਟੀਟਿਊਸ਼ਨ ਦੇ ਵਿੱਚ ਨਿਰਧਾਰਿਤ ਕੀਤੀਆਂ ਗਈਆਂ ਵੀ ਮੁਸਲਮਾਨਾਂ ਨੂੰ ਸੀਟਾਂ ਇੰਨੀਆਂ ਦੇਣੀਆਂ ਹੈਗੀਆਂ ਆ ਉਹਦੀ ਵੀ ਕਹਿੰਦੇ ਹਿੰਦੂ ਵਿਰੋਧ ਕਰਦੇ ਹੈਗੇ ਆ ਕਹਿੰਦੇ ਇਹ ਵੀ ਜਿਹੜੀ ਧਾਰਨਾ ਹਿੰਦੂਆਂ ਦੀ ਹੈਗੀ ਉਹ ਸਹੀ ਨਹੀਂ ਹੈਗੀ ਕਿਉਂਕਿ ਹਿੰਦੂਆਂ ਨੂੰ ਵੀ ਸੀਟਾਂ ਜਿਹੜੀਆਂ ਨਿਰਧਾਰਿਤ ਕੀਤੀਆਂ ਗਈਆਂ ਹੈਗੀਆਂ ਆ ਤੇ ਇਹ ਵੀ ਆਬਜੈਕਸ਼ਨ ਕਹਿੰਦੇ ਨਹੀਂ ਬਣਦਾ ਹੈਗਾ ਕਹਿੰਦੇ ਬਾਬਾ ਸਾਹਿਬ ਫਿਰ ਆਪਣੀ ਐਕਸਪਲੇਨੇਸ਼ਨ ਦਿੰਦੇ ਹੈਗੇ ਆ ਵੀ ਜਿਹੜੀ ਇੱਕ ਰੀਪ੍ਰੈਜ਼ੈਂਟੇਸ਼ਨ ਦੀ ਨੁਮਾਇੰਦਗੀ ਦੀ ਗਰੰਟੀ ਦੇਣੀ ਕਿਸੇ ਸਮਾਜ ਨੂੰ ਸਿਧਾਂਤਕ ਤੌਰ ਤੇ ਠੀਕ ਨਹੀਂ ਹੈਗਾ ਪਰ ਜਿੱਦਾਂ ਦੇ ਹਾਲਾਤ ਕਹਿੰਦੇ ਭਾਰਤ ਦੇ ਵਿੱਚ ਬਣੇ ਹੋਏ ਹੈਗੇ ਆ ਇਹ ਜਿਹੜੀ ਚੇਂਜਿਸ ਹੈਗੀਆਂ ਆ ਸੰਵਿਧਾਨਕ ਤੌਰ ਦੇ ਉੱਤੇ ਸਾਨੂੰ ਕਰਨੀਆਂ ਪੈ ਰਹੀਆਂ ਹੈਗੀਆਂ ਜਾਂ ਪੈਣੀਆਂ ਹੈਗੀਆਂ ਆ ਇਹਨੂੰ ਰੋਕਿਆ ਨਹੀਂ ਜਾ ਸਕਦਾ ਕਹਿੰਦੇ ਜਦੋਂ ਇੱਕ ਚੀਜ਼ ਗ੍ਰਾਂਟ ਕਰ ਦਿੱਤੀ ਜਾਂਦੀ ਹੈ ਇੱਕ ਨੁਮਾਇੰਦਗੀ ਗ੍ਰਾਂਟ ਕਰ ਦਿੱਤੀ ਜਾਂਦੀ ਹੈਗੀ ਆ ਉਹ ਇਸ ਚੀਜ਼ ਨੂੰ ਕੀਤੀ ਜਾਂਦੀ ਹੈ ਵੀ ਜਿਨ੍ਹਾਂ ਦੀ ਪੋਪੂਲੇਸ਼ਨ ਜ਼ਿਆਦਾ ਹੈਗੀ ਆ ਉਹਨਾਂ ਨੂੰ ਮਾਈਨੋਰਿਟੀ ਨਾ ਬਣਾਇਆ ਜਾ ਸਕੇ ਜੇ ਉਹਨਾਂ ਦੀ ਪੋਪੂਲੇਸ਼ਨ ਜ਼ਿਆਦਾ ਆ ਉਹਨਾਂ ਦੀ ਨੁਮਾਇੰਦਗੀ ਵੀ ਜ਼ਿਆਦਾ ਹੋਣੀ ਚਾਹੀਦੀ ਆ ਬਾਬਾ ਸਾਹਿਬ ਕਹਿੰਦੇ ਵੀ ਜਦੋਂ ਤੁਸੀਂ ਇੱਕ ਮੈਜੋਰਿਟੀ ਜਮਾਤ ਜਿਹੜੀ ਹੈਗੀ ਆ ਮੈਜੋਰਿਟੀ ਪੋਪੂਲੇਸ਼ਨ ਵਾਲੇ ਹੈਗੇ ਆ ਜੇ ਉਹਨਾਂ ਦੀਆਂ ਸੀਟਾਂ ਤੁਸੀਂ ਫਿਕਸ ਕਰ ਦਿੰਦੇ ਆ ਜਿਹੜੇ ਮਿਨੋਰਿਟੀ ਦੇ ਹੁੰਦੇ ਆ ਉਹਨਾਂ ਦੀਆਂ ਸੀਟਾਂ ਆਟੋਮੈਟਿਕਲੀ ਫਿਕਸ ਹੋ ਜਾਂਦੀਆਂ ਹੈਗੀਆਂ ਇਹ ਕੋਈ ਮਸਲਾ ਨਹੀਂ ਹੈਗਾ ਤੇ ਅੱਗੇ ਬਾਬਾ ਸਾਹਿਬ ਇਹਦੇ ਵਿੱਚ ਦੱਸਦੇ ਹੈਗੇ ਆ ਕਿ ਜਿਹੜੀਆਂ ਚੀਜ਼ਾਂ ਹਿੰਦੂ ਛੱਡ ਰਹੇ ਹੈਗੇ ਆ ਜਿਹੜੀ ਧਾਰਨਾ ਜਿਹੜੀ ਐਕਚੁਅਲੀ ਜਿਹੜੀ ਪ੍ਰੋਬਲਮ ਹੈਗੀ ਆ ਕਮਿਊਨਲ ਅਵਾਰਡ ਵਿੱਚ ਜਿਹੜਾ ਦਿੱਤਾ ਗਿਆ ਮੁਸਲਮਾਨਾਂ ਨੂੰ ਉਹ ਹਿੰਦੂ ਛੱਡ ਰਹੇ ਹੈਗੇ ਆ ਕਿੱਦਾਂ ਛੱਡ ਰਹੇ ਹੈਗੇ ਬਾਬਾ ਸਾਹਿਬ ਹੁਣ ਉਹਨਾਂ ਧਿਆਨ ਦਿਵਾ ਰਹੇ ਆ ਵੀ ਜਿਹਦਾ ਵਿਰੋਧ ਕਰਨਾ ਚਾਹੀਦਾ ਉਹ ਚੀਜ਼ ਬਣਦੀ ਆ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਫਿਰ ਦੱਸਦੇ ਹੈਗੇ ਆ ਕਹਿੰਦੇ ਜਿਹੜੀਆਂ ਹਿੰਦੂ ਪ੍ਰੋਵਿੰਸ ਹੈਗੀਆਂ ਜਿੱਥੇ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈਗੀ ਆ ਉੱਥੇ ਮੁਸਲਮਾਨ ਜਿਹੜੇ ਆ ਉਹਨਾਂ ਦੀ ਸੈਪਰੇਟ ਇਲੈਕਟੋਰੇਟ ਹੈਗੀ ਆ ਤੇ ਦੂਸਰੇ ਨੰਬਰ ਦੇ ਉੱਤੇ ਉਹਨਾਂ ਦੇ ਕੋਲ ਚੁਆਇਸ ਹੈਗੀ ਆ ਕਮਿਊਨਲ ਅਵਾਰਡ ਉਹਨਾਂ ਨੂੰ ਇਹ ਚੀਜ਼ ਦੀ ਚੁਆਇਸ ਕਰਨ ਨੂੰ ਦਿੰਦਾ ਆ ਕਿ ਉਹਨਾਂ ਨੂੰ ਸੈਪਰੇਟ ਇਲੈਕਟੋਰੇਟ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ ਜੇ ਸੈਪਰੇਟ ਇਲੈਕਟੋਰੇਟ ਦੀ ਜਗ੍ਹਾ ਦੇ ਉੱਤੇ ਜੁਆਇੰਟ ਇਲੈਕਟੋਰੇਟ ਕਰਵਾਉਣੀ ਆ ਇਲੈਕਸ਼ਨ ਉਹ ਹਿੰਦੂਆਂ ਦੇ ਕੰਸੈਂਟ ਉਹ ਮੁਸਲਮਾਨਾਂ ਦੇ ਕੰਸੈਂਟ ਤੋਂ ਬਗੈਰ ਨਹੀਂ ਕੀਤਾ ਜਾ ਸਕਦਾ ਤੇ ਜਿਹੜੇ ਹਿੰਦੂ ਹੈਗੇ ਆ ਉਹਨਾਂ ਨੂੰ ਇਸ ਚੀਜ਼ ਨੂੰ ਮੰਨਣਾ ਹੀ ਪੈਣਾ ਹੈਗਾ ਆ ਪਰ ਦੂਜੇ ਪਾਸੇ ਮੁਸਲਮਾਨ ਜਿੱਥੇ ਜਿਹੜੇ ਮੁਸਲਮਾਨ ਮੈਜੋਰਿਟੀ ਦੇ ਵਿੱਚ ਆ ਹਿੰਦੂ ਮਾਈਨੋਰਿਟੀ ਦੇ ਵਿੱਚ ਆ ਉੱਥੇ ਇਸ ਤਰੀਕੇ ਦਾ ਨਹੀਂ ਹੈਗਾ ਬਾਬਾ ਸਾਹਿਬ ਕਹਿੰਦੇ ਹੈਗੇ ਕਿ ਜਿਹੜੇ ਹਿੰਦੂ ਮਾਈਨੋਰਿਟੀ ਹੈਗੀ ਆ ਉਹ ਮੰਗ ਕਰਦੇ ਆ ਜੁਆਇੰਟ ਇਲੈਕਟੋਰੇਟ ਦੀ ਮੰਗ ਕਰਦੇ ਆ ਪਰ ਉੱਥੇ ਉਹਨਾਂ ਨੂੰ ਫੋਰਸਫੁਲੀ ਜਿਹੜਾ ਆ ਸੈਪਰੇਟ ਇਲੈਕਟੋਰੇਟ ਜਿਹੜਾ ਆ ਉਹ ਕਰਨ ਨੂੰ ਕਹਿ ਰਹੇ ਹੈਗੇ ਆ ਤੇ ਜਿਹੜਾ ਮੁਸਲਮਾਨਾਂ ਨੂੰ ਅਧਿਕਾਰ ਦਿੱਤਾ ਗਿਆ ਆ ਵੀ ਤੁਹਾਡੇ ਨਾਲ ਕੰਸੈਂਟ ਤੁਹਾਡੇ ਨਾਲ ਸਲਾਹ ਮਸ਼ਵਰਾ ਕੀਤੇ ਤੋਂ ਬਗੈਰ ਹਿੰਦੂ ਤੁਹਾਨੂੰ ਫੋਰਸ ਨਹੀਂ ਕਰ ਸਕਦੇ ਵੀ ਜੇ ਤੁਹਾਨੂੰ ਇਹ ਨਹੀਂ ਕਹਿ ਸਕਦੇ ਤੁਸੀਂ ਜੁਆਇੰਟ ਇਲੈਕਟੋਰੇਟ ਦੇ ਨਾਲ ਹੀ ਇਲੈਕਸ਼ਨ ਲੜਨੀ ਆ ਇਹ ਜਿਹੜਾ ਕਹਿੰਦੇ ਵੀ ਫੈਸਿਲਿਟੀ ਦਿੱਤੀ ਆ ਇਹ ਜਿਹੜੀ ਸੁਵਿਧਾ ਦਿੱਤੀ ਹੈਗੀ ਆ ਇਹ ਮੁਸਲਮਾਨਾਂ ਨੂੰ ਦਿੱਤੀ ਗਈ ਹੈਗੀ ਆ ਤੇ ਇਹ ਹਿੰਦੂਆਂ ਦੇ ਕੋਲ ਨਹੀਂ ਹੈਗਾ ਇਥੋਂ ਕਹਿੰਦੇ ਕਹਿ ਸਕਦੇ ਹੈਗੇ ਆ ਕਿ ਵੀ ਕੁਝ ਚੀਜ਼ਾਂ ਜਿਹੜੀਆਂ ਕਮਿਊਨਲ ਅਵਾਰਡ ਦੇ ਵਿੱਚ ਸਹੀ ਨਹੀਂ ਹੈਗੀਆਂ ਇਹਨੂੰ ਚੇਂਜ ਕਰਨਾ ਚਾਹੀਦਾ ਵੀ ਸਾਡੇ ਨਾਲ ਪੱਖਪਾਤ ਕਿਉਂ ਆ ਜੇ ਮੁਸਲਮਾਨ ਇਹ ਡਿਸਾਈਡ ਕਰ ਸਕਦਾ ਕਿ ਅਸੀਂ ਸੈਪਰੇਟ ਇਲੈਕਟੋਰੇਟ ਕਰਨੀ ਆ ਜਾਂ ਸਾਨੂੰ ਜੁਆਇੰਟ ਇਲੈਕਟੋਰੇਟ ਦੇਣੀ ਆ ਸਾਡੇ ਤੋਂ ਸਲਾਹ ਕੀਤੇ ਤੋਂ ਬਗੈਰ ਤੁਸੀਂ ਸਾਡੇ ਉੱਤੇ ਕੋਈ ਵੀ ਮੈਥਡ ਜਿਹੜਾ ਇਲੈਕਸ਼ਨ ਦਾ ਉਹ ਨਹੀਂ ਦੇ ਸਾਡੇ ਤੇ ਥੋਪ ਨਹੀਂ ਸਕਦੇ ਪਰ ਹਿੰਦੂਆਂ ਦੇ ਕੋਲ ਇਹ ਸੁਵਿਧਾ ਨਹੀਂ ਹੈਗੀ ਇਹਨੂੰ ਮੈਂ ਸਿੰਪਲ ਕਰਕੇ ਦੱਸ ਰਿਹਾ
ਤੇ ਪਰ ਮੁਸਲਮਾਨਾਂ ਦੇ ਕੋਲ ਇਹ ਚੁਆਇਸ ਹੈਗੀ ਆ। ਅੱਗੇ ਬਾਬਾ ਸਾਹਿਬ ਨੂੰ ਦੱਸਦੇ ਹੈਗੇ ਆ ਕਿ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਹੋਈਆਂ ਹੈਗੀਆਂ ਆ ਬਈ ਸੈਪਰੇਟ ਇਲੈਕਟੋਰੇਟ ਚੂਜ਼ ਕਰਨੀ ਹੈਗੀ ਆ ਜਾਂ ਪ੍ਰਾਈਵੇਟ ਚੂਜ਼ ਕਰਨੀ ਹੈਗੀ ਆ, ਇਹ ਕਹਿੰਦੇ ਵੱਖਰੇ ਵੱਖਰੇ ਸਰਕਮਸਟੈਂਸਿਸ, ਵੱਖਰੀਆਂ ਵੱਖਰੀਆਂ ਪ੍ਰਸਥਿਤੀਆਂ ਬਣਦੀਆਂ ਹੈਗੀਆਂ ਆ। ਕਹਿੰਦੇ ਕੋਈ ਮਾਈਨੋਰਿਟੀ ਆ ਉਹ ਆਪਣੀ ਸੈਲਫ ਪ੍ਰੋਟੈਕਸ਼ਨ ਜਿਹੜੀ ਆ, ਆਪਣੀ ਸੁਰੱਖਿਆ ਜਿਹੜੀ ਆ ਉਹ ਦੇਖਦਾ ਹੈਗਾ ਸੈਪਰੇਟ ਇਲੈਕਟੋਰੇਟ ਵਿੱਚ ਭਾਲਦਾ ਆ। ਕੋਈ ਮਾਈਨੋਰਿਟੀ ਹੈਗੀ ਆ ਉਹ ਆਪਣੀ ਸੈਲਫ ਪ੍ਰੋਟੈਕਸ਼ਨ ਜਿਹੜੀ ਆ ਉਹ ਜੁਆਇੰਟ ਇਲੈਕਟੋਰੇਟ ਦੇ ਵਿੱਚ ਭਾਲਦੀ ਆ। ਇਹ ਵੱਖਰੀਆਂ ਵੱਖਰੀਆਂ ਜਿਹੜੀਆਂ ਪ੍ਰਸਥਿਤੀਆਂ ਆ ਉਹ ਇਸ ਤਰੀਕੇ ਨਾਲ ਹੁੰਦਾ ਹੈ। ਬਾਬਾ ਸਾਹਿਬ ਦੱਸਦੇ ਕਿ ਜਿਹੜੀ ਕਮਿਊਨਿਟੀ ਸਟਰੋਂਗ ਆ ਉਹਨੂੰ ਕਿਸੇ ਵੀ ਚੀਜ਼ ਦਾ ਉਹਨੂੰ ਜਿਹੜੀ ਕਮਿਊਨਿਟੀ ਦੇ ਵਿੱਚ ਬੌਂਡਿੰਗ ਆ, ਜਿੱਦਾਂ ਮੁਸਲਮਾਨ ਆ ਉਹਨੂੰ ਧਰਮ ਦੇ ਨਾਂ ਦੇ ਉੱਤੇ ਸਾਰੇ ਇਕੱਠੇ, ਬਾਬਾ ਸਾਹਿਬ ਕਹਿੰਦੇ ਵੀ ਉਹ ਕਮਿਊਨਿਟੀ ਨੂੰ ਕਿਸੇ ਚੀਜ਼ ਦਾ ਡਰ, ਤੇ ਉਹ ਜਿਹੜੇ ਆ ਇਸ ਚੀਜ਼ ਤੋਂ ਡਰਦੇ ਹੈਗੇ ਆ। ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਵੀ ਹਾਂ ਵੀ ਕਿਊਮਰਲ ਅਵਾਰਡ ਹੈਗਾ ਇਹਦੇ ਵਿੱਚ ਹਿੰਦੂਆਂ ਦੇ ਲਈ ਜਿਹੜਾ ਇਹ ਪੱਖਪਾਤ ਹੋਇਆ ਹੈਗਾ ਇਹਨੂੰ ਚੇਂਜ ਕਰ ਸਕਦੇ ਆ ਜਾਂ ਚੇਂਜ ਕੀਤਾ ਜਾਣਾ ਚਾਹੀਦਾ। ਹਿੰਦੂਆਂ ਨੂੰ ਜਿਹੜੀ ਇਹ ਗੱਲ ਹੈਗੀ ਆ ਇਹ ਲੋਕਾਂ ਦੇ ਮੂਹਰੇ ਲਿਆਉਣੀ ਚਾਹੀਦੀ ਆ, ਨਾ ਕਿ ਮੁਸਲਮਾਨਾਂ ਦੀ ਜਿਹੜੀ ਸੈਪਰੇਟ ਇਲੈਕਟੋਰੇਟ ਹੈਗੀ ਆ ਤੇ ਮੁਸਲਮਾਨਾਂ ਦੀ ਵੇਟੇਜ ਵਾਲੀ ਗੱਲ ਹੈਗੀ ਆ ਜਾਂ ਸੰਵਿਧਾਨਕ ਉਹਨਾਂ ਦੀਆਂ ਸੀਟਾਂ ਰਾਖਵੀਆਂ ਦੀ ਗੱਲ ਆਉਂਦੀ ਆ, ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ। ਅੱਗੇ ਬਾਬਾ ਸਾਰਾ ਪਾਰਟ ਜਿਹੜਾ ਹੈਗਾ ਆ ਇਹ ਤਾਂ ਸੀ ਲੈਸਰ ਇੰਟੈਂਟ ਵਾਲਾ। ਹੁਣ ਵੱਡਾ ਜਿਹੜਾ ਗ੍ਰੇਟਰ ਇੰਟੈਂਟ ਪਾਰਟ ਬਾਬਾ ਸਾਹਿਬ ਕਹਿੰਦੇ ਇਹ ਬੜਾ ਇੰਪੋਰਟੈਂਟ ਪਾਰਟ ਹੈਗਾ ਆ। ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਵੀ ਇਹ ਕੀ ਹੈਗਾ ਆ ਜਿਹਦੇ ਵਿੱਚ ਹਿੰਦੂ ਕਹਿੰਦੇ ਆ ਪ੍ਰੋਬਲਮ ਹੈਗੀ ਆ। ਕਹਿੰਦੇ ਹਿੰਦੂ ਇਹ ਕਹਿੰਦੇ ਹੈਗੇ ਆ ਕਿ ਜਿਹੜਾ ਇਹ ਮੁਸਲਮਾਨ ਪ੍ਰੋਵਿੰਸ ਹੈਗੀਆਂ ਆ, ਇਹ ਜਿਹੜੇ ਮੁਸਲਮਾਨੀ ਖੇਤਰ ਹੈਗੇ ਆ ਇਹ ਜਾਣ ਬੁੱਝ ਕੇ ਜਿਹੜੇ ਮੁਸਲਮਾਨ ਬਣਾ ਰਹੇ ਹੈਗੇ ਆ। ਕਹਿੰਦੇ ਵੀ ਲਖਨਊ ਪੈਕਟ ਦੇ ਵਿੱਚ ਮੁਸਲਮਾਨ ਜਿਹੜੇ ਹੈਗੇ ਆ ਉਹਨਾਂ ਨੇ ਸਿਰਫ ਜਿਹੜਾ ਪਹਿਲਾ ਕੁਐਸਚਨ ਸੀਗਾ ਲੈਸਰ ਇੰਟੈਂਟ ਵਾਲਾ ਵੀ ਸਾਡੀ ਰੀਪ੍ਰੈਜ਼ੈਂਟੇਸ਼ਨ, ਸਾਡੀ ਨੁਮਾਇੰਦਗੀ ਜਿਹੜੀ ਆ ਉਹ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈਗੀ ਆ, ਪਰ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਮੁਸਲਮਾਨਾਂ ਨੇ ਗੱਲ ਕਲੀਅਰ ਕੀਤੀ ਸੀਗੀ ਵੀ ਸਾਡੀਆਂ ਜਿਹੜੀਆਂ ਸਟੇਟਾਂ ਹੈਗੀਆਂ ਆ ਉਹ ਵੀ ਮੁਸਲਮਾਨਾਂ ਦੀਆਂ ਸਟੇਟਾਂ ਜਿਹੜੀਆਂ ਆ ਉਹ ਵੱਧ ਗਿਣਤੀ ਵਾਲੀਆਂ ਹੋਣੀਆਂ ਚਾਹੀਦੀਆਂ ਤੇ ਵੱਖਰੀਆਂ ਹੋਣੀਆਂ ਚਾਹੀਦੀਆਂ। ਕਹਿੰਦੇ 1935 ਤੋਂ ਪਹਿਲਾਂ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਪਹਿਲਾਂ, ਤੇ ਕਹਿੰਦੇ ਵੀ ਹਿੰਦੂਆਂ ਦੀਆਂ ਜਿਹੜੀਆਂ ਸਟੇਟਾਂ ਸੀਗੀਆਂ ਉਹਨਾਂ ਦੀ ਗਿਣਤੀ ਜ਼ਿਆਦਾ ਸੀਗੀ ਤੇ ਮੁਸਲਮਾਨਾਂ ਦੀ ਜਿਹੜੀ ਸਟੇਟਾਂ ਦੀ ਗਿਣਤੀ ਘੱਟ ਸੀਗੀ। ਤੇ ਇਦਾਂ ਦੀਆਂ 3 ਪ੍ਰੋਵਿੰਸ ਸੀਗੀਆਂ ਜਿਨ੍ਹਾਂ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਸੀਗੀ ਤੇ ਹਿੰਦੂਆਂ ਦੀ ਘੱਟ ਸੀਗੀ। ਉਹ ਸੀਗੀਆਂ ਪੰਜਾਬ, ਬੰਗਾਲ ਤੇ ਨਾਰਥ ਵੈਸਟ ਪ੍ਰੋਵਿੰਸ। ਤੇ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਇਹਨਾਂ ਦੇ ਵਿੱਚੋਂ ਵੀ ਜਿਹੜੀ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੀਗੀ ਉਹ ਇੰਨੀ ਪ੍ਰਭਾਵਸ਼ਾਲੀ ਨਹੀਂ ਸੀ, ਕਿਉਂਕਿ ਉੱਥੇ ਜਿਹੜਾ ਮੌਂਟੇਗੂ ਚੈਮਸਫੋਰਡ ਜਿਹੜਾ ਪੋਲੀਟੀਕਲ ਰੀਫਾਰਮ ਸੀਗਾ ਉੱਥੇ ਤੱਕ ਨਹੀਂ ਹੋਇਆ ਸੀ। ਉੱਥੇ ਸੈਲਫ ਗਵਰਨਮੈਂਟ ਜਿਹੜੀ ਆ ਨਹੀਂ ਬਣ ਸਕਦੀ ਸੀ, ਉਹ ਆਜ਼ਾਦ ਸੀ ਇੱਕ ਤਰੀਕੇ ਦੇ ਨਾਲ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਕਾਰ ਨਹੀਂ ਸੀ। ਤੇ ਬਾਬਾ ਸਾਹਿਬ ਕਹਿੰਦੇ ਵੀ ਸਾਡੇ ਜਿਹੜਾ ਪ੍ਰੈਕਟੀਕਲ ਪਰਪਸ ਦੇ ਲਈ ਇਹਦੇ ਵਿੱਚ ਸਾਡੇ ਕੋਲ 2 ਸਟੇਟਾਂ ਹੈਗੀਆਂ, ਇੱਕ ਬੰਗਾਲ ਦੀ ਸਟੇਟ ਹੈਗੀ, ਇੱਕ ਪੰਜਾਬ ਦੀ ਸਟੇਟ ਹੈਗੀ ਆ, ਜਿਹਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਆ ਤੇ ਹਿੰਦੂਆਂ ਦੀ ਗਿਣਤੀ ਜਿਹੜੀ ਆ ਘੱਟ ਹੈਗੀ ਆ। ਤੇ ਮੁਸਲਮਾਨ ਇਹ ਚਾਹੁੰਦੇ ਸੀਗੇ ਕਿ ਮੁਸਲਮਾਨਾਂ ਦੀਆਂ ਜਿਹੜੀਆਂ ਸਟੇਟਾਂ ਆ ਉਹਨਾਂ ਦੀ ਗਿਣਤੀ ਵੀ ਜ਼ਿਆਦਾ ਹੋਣੀ ਚਾਹੀਦੀ ਆ। ਤੇ ਬਾਬਾ ਸਾਹਿਬ ਅੱਗੇ ਦੱਸਦੇ ਹੈਗੇ ਆ ਇਸੇ ਚੱਕਰ ਦੇ ਵਿੱਚ ਮੁਸਲਮਾਨਾਂ ਨੇ ਡਿਮਾਂਡ ਕੀਤੀ ਕਿ ਬੰਬੇ ਦੇ ਨਾਲੋਂ ਜਿਹੜਾ ਸਿੰਧ ਹੈਗਾ ਆ ਉਹ ਵੱਖਰਾ ਹੋ ਜਾਣਾ ਚਾਹੀਦਾ ਆ, ਤੇ ਵੱਖਰਾ ਹੋਣ ਦੇ ਨਾਲ ਨਾਲ ਉੱਥੇ ਇੱਕ ਆਪਣੀ ਸਟੇਟ ਦੀ ਖੇਤਰ ਦੀ ਸਰਕਾਰ ਹੋਣੀ ਚਾਹੀਦੀ ਆ। ਤੇ ਨਾਰਥ ਵੈਸਟ ਪ੍ਰੋਵਿੰਸ ਜਿਹੜਾ ਖੇਤਰ ਸੀਗਾ ਉਹ ਆਲਰੇਡੀ ਕਹਿੰਦੇ ਵੀ ਸੈਪਰੇਟ ਪ੍ਰੋਵਿੰਸ ਸੀਗਾ, ਉਹ ਕਿਸੇ ਨਾਲ ਜੁੜਿਆ ਨਹੀਂ ਹੋਇਆ ਸੀਗਾ ਖੇਤਰ। ਤੇ ਉਹਦੀ ਮੰਗ ਇਹ ਸੀਗੀ ਕਿ ਉੱਥੇ ਵੀ ਆਪਣੀ ਜਿਹੜੀ ਸੈਲਫ ਗਵਰਨਮੈਂਟ ਹੈਗੀ ਆ, ਸਵੈ ਸਰਕਾਰ, ਆਪਣੀ ਸਰਕਾਰ, ਸਟੇਟ ਦੀ ਸਰਕਾਰ ਉੱਥੇ ਹੋਣੀ ਚਾਹੀਦੀ ਆ। ਕਹਿੰਦੇ ਇੱਥੋਂ ਇਹ ਪ੍ਰੋਬਲਮ ਆਉਂਦੀ ਸੀ ਕਿ ਜਿਹੜੀਆਂ ਇਹ ਸਟੇਟਾਂ ਸੀਗੀਆਂ ਇਹਨਾਂ ਦਾ ਜਿਹੜਾ ਰੈਵਨਿਊ ਸੀਗਾ ਉਹ ਬਹੁਤ ਘੱਟ ਸੀਗਾ, ਉਹ ਆਪਣੀ ਸਰਕਾਰ ਚਲਾਉਣ ਦੇ ਜਿਹੜੀਆਂ ਡਿਪਾਰਟਮੈਂਟ ਹੈਗੇ ਉਹ ਚਲਾਉਣ ਦੇ ਕਾਬਲ ਨਹੀਂ ਸੀਗਾ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਬ੍ਰਿਟਿਸ਼ ਗਵਰਨਮੈਂਟ ਹੈਗੀ ਆ ਉਹਨਾਂ ਨੇ ਸੈਂਟਰਲ ਰੈਵਨਿਊ ਦੇ ਵਿੱਚੋਂ ਇਹਨਾਂ ਦੋਨਾਂ ਸਟੇਟਾਂ ਨੂੰ ਖੜਾ ਕੀਤਾ, ਇਹਨਾਂ ਨੂੰ ਫੰਡ ਦਿੱਤਾ। ਹੁਣ ਇਹ 4 ਸਟੇਟਾਂ ਹੋ ਗਈਆਂ ਜੀ, ਬੰਗਾਲ, ਪਾਕਿਸਤਾਨ, ਨਾਰਥ ਵੈਸਟ ਪ੍ਰੋਵਿੰਸ ਤੇ ਇੱਕ ਆਪਣਾ ਸਿੰਧ ਹੋ ਗਿਆ। ਕਹਿੰਦੇ ਹੁਣ ਇਹਨਾਂ ਦੇ ਵਿੱਚ ਮੁਸਲਮਾਨਾਂ ਦੀ ਹੁਣ ਮੈਜੋਰਿਟੀ ਹੋ ਚੁੱਕੀ ਆ ਤੇ ਇਹਨਾਂ ਸਟੇਟਾਂ ਦੇ ਵਿੱਚ ਆਪਣੀ ਸਰਕਾਰ ਵੀ ਚੱਲ ਰਹੀ ਆ। ਇਹਨਾਂ ਦੀਆਂ ਇੱਥੇ ਹਿੰਦੂਆਂ ਦੀ ਜਿਹੜੀ ਗਿਣਤੀ ਆ ਘੱਟ ਹੈਗੀ ਆ। ਹੁਣ ਇਹ ਹਿੰਦੂਆਂ ਦੇ ਲਈ ਕਹਿੰਦੇ ਸੋਚਣ ਦਾ ਵਿਸ਼ਾ ਹੈਗਾ ਆ। ਕਹਿੰਦੇ ਹੁਣ ਜਿਹੜੇ ਮੁਸਲਮਾਨ ਹੈਗੇ ਆ ਇਹ ਜਿਹੜੀਆਂ 4 ਸਟੇਟਾਂ ਹੈਗੀਆਂ ਆ
ਕਹਿੰਦੇ ਇਹਨਾਂ ਦੇ ਪਿੱਛੇ ਜਿਹੜੀ ਧਾਰਨਾ ਹੈਗੀ ਆ ਉਹ ਹਿੰਦੂ ਸਟੇਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਖਿਲਾਫ ਖੜੀਆਂ ਕੀਤੀਆਂ ਗਈਆਂ, ਸਟੇਟਾਂ ਦੇ ਖਿਲਾਫ ਖੜੇ ਕੀਤਾ ਗਿਆ ਹੈਗਾ ਆ। ਇਹ ਹਿੰਦੂ ਕਹਿੰਦੇ ਆ ਵੈਸੇ ਵੀ ਜਿਹੜੀਆਂ ਮੁਸਲਮਾਨਾਂ ਨੇ ਸਟੇਟਾਂ ਖੜੀਆਂ ਕੀਤੀਆਂ ਆ, ਮੁਸਲਮਾਨਾਂ ਨੇ 4 ਸਟੇਟਾਂ ਬਣਾਈਆਂ ਹੈਗੀਆਂ, ਉਹ ਹਿੰਦੂ ਸਟੇਟਾਂ ਦੇ ਖਿਲਾਫ ਖੜੀਆਂ ਕੀਤੀਆਂ। ਕਿਉਂ? ਕਹਿੰਦੇ ਵੀ ਜਿੱਦਾਂ ਦਾ ਤਸ਼ੱਦਦ ਹਿੰਦੂ ਮੈਜੋਰਿਟੀ ਵਾਲੀਆਂ ਸਟੇਟਾਂ ਵਿੱਚ ਮੁਸਲਮਾਨਾਂ ਉੱਤੇ ਕਰਨਾ ਆ, ਉਦਾਂ ਦੇ ਤਸ਼ੱਦਦ ਅਸੀਂ ਮੁਸਲਮਾਨ ਸਟੇਟਾਂ ਦੇ ਵਿੱਚ ਹਿੰਦੂ ਮਿਨੋਰਿਟੀ ਦੇ ਉੱਤੇ ਕਰਨਾ ਹੈਗਾ। ਇਹ ਬੇਸਿਕਲੀ ਬਾਬਾ ਸਾਹਿਬ ਕਹਿੰਦੇ ਹੈਗੇ ਆ। ਕਹਿੰਦੇ ਜੇ ਤੁਸੀਂ ਹਿੰਦੂਆਂ ਨੂੰ ਪੁੱਛਦੇ ਹੈਗੇ ਆ, ਕਹਿੰਦੇ ਵੀ ਜਿਹੜੀ ਮੁਸਲਮ ਜਿਹੜੀਆਂ ਸਟੇਟਾਂ ਹੈਗੀਆਂ ਆ, ਇਹਦੇ ਬਾਰੇ ਤੁਹਾਡੀ ਕੀ ਰਾਏ ਹੈਗੀ ਆ ਵੀ ਇਹ ਕਿਉਂ ਜਿਹੜੀਆਂ ਮੁਸਲਮਾਨਾਂ ਨੇ ਖੜੀਆਂ ਕੀਤੀਆਂ ਹੈਗੀਆਂ ਆ? ਤੇ ਬਾਬਾ ਸਾਹਿਬ ਦੱਸਦੇ ਹੈਗੇ ਜਿਹੜੇ ਹਿੰਦੂ ਹੈ ਆਨਸਰ ਦਿੰਦੇ ਹੈਗੇ ਆ ਕਿ ਇਹ ਇੱਕ ਹਥਿਆਰ ਦੇ ਵਜੋਂ ਇਹ ਯੂਜ਼ ਕੀਤੀਆਂ ਜਾਣੀਆਂ ਹੈਗੀਆਂ ਆ ਹਿੰਦੂਜ਼ ਮਿਨੋਰਿਟੀ ਦੇ ਉੱਤੇ, ਹਿੰਦੂਜ਼ ਘੱਟ ਗਿਣਤੀ ਦੇ ਉੱਤੇ ਹਮਲੇ ਹੋਣੇ ਆ। ਜੇ ਕੋਈ ਅਸੀਂ ਜਿੱਦਾਂ ਦਾ ਅਸੀਂ ਵਤੀਰਾ ਘੱਟ ਗਿਣਤੀਆਂ ਮੁਸਲਮਾਨਾਂ ਦੇ ਉੱਤੇ ਹਿੰਦੂ ਵੱਧ ਗਿਣਤੀਆਂ ਹਿੰਦੂਆਂ ਦੀਆਂ ਸਟੇਟਾਂ ਦੇ ਵਿੱਚ ਕੀਤਾ, ਇਹਦਾ ਜਿਹੜਾ ਟੈਰਰ ਬਾਈ ਟੈਰਰ ਤੇ ਟੈਰੈਨੀ ਬਾਈ ਟੈਰੈਨੀ ਤੇ ਕਾਊਂਟਰ ਬਲਾਸਟ, ਮਤਲਬ ਕਿ ਜੋ ਜਿੱਦਾਂ ਦਾ ਤੁਸੀਂ ਇੱਧਰ ਕਰੋਗੇ ਅਸੀਂ ਉਦਾਂ ਦਾ ਉੱਧਰ ਕਰਾਂਗੇ। ਇਹ ਕਹਿੰਦੇ ਉਹਨਾਂ ਦੀ ਮਨਸ਼ਾ ਹੈਗੀ ਆ। ਕਹਿੰਦੇ ਵੀ ਮੁਸਲਮਾਨ ਜਿਹੜੇ ਹੈਗੇ ਆ ਉਹ ਇਸ ਚੀਜ਼ ਤੋਂ ਅਵੇਅਰ ਸੀਗੇ ਕਹਿੰਦੇ ਵੀ ਜਿਹੜਾ ਮੌਲਾਨਾ ਅਬੂਲ ਕਲਾਮ ਆਜ਼ਾਦ ਸੀਗਾ, ਮੁਸਲਿਮ ਲੀਗ ਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਕਲਕੱਤਾ 1927 ਦੇ ਵਿੱਚ, ਉਹਨੇ ਦੱਸਿਆ ਸੀਗਾ, ਉਹਨੇ ਇਹ ਗੱਲ ਕਹੀ ਸੀਗੀ, ਉਹ ਇਸ ਗੱਲ ਤੋਂ ਜਾਣੂ ਸੀਗਾ ਕਿ 9 ਹਿੰਦੂ ਸਟੇਟਾਂ ਦੇ ਵਿੱਚ ਜਿਹੜੀਆਂ 5 ਮੁਸਲਮਾਨ ਸਟੇਟਾਂ ਹੈਗੀਆਂ ਨਾ, ਜਿਹੜੀਆਂ ਜਿੱਦਾਂ ਦਾ ਟ੍ਰੀਟਮੈਂਟ ਉਹਨਾਂ 9 ਹਿੰਦੂ ਸਟੇਟਾਂ ਦੇ ਵਿੱਚ ਕੀਤਾ ਜਾਊਗਾ, ਉਦਾਂ ਦਾ ਹੀ ਜਿਹੜਾ ਤਸ਼ੱਦਦ, ਉਦਾਂ ਦਾ ਹੀ ਸਲੀਕਾ ਜਿਹੜਾ ਆ ਹਿੰਦੂਆਂ ਦੇ ਨਾਲ ਅਸੀਂ ਆਪਣੀ ਸਟੇਟਾਂ ਦੇ ਵਿੱਚ ਕਰੂੰਗੇ। ਕਹਿੰਦੇ ਉਹਨੇ ਕਿਹਾ ਸੀ ਕਿ ਇਹ ਸਾਡੀਆਂ ਸਟੇਟਾਂ ਬਣਨ ਦਾ ਕੋਈ ਲਾਭ ਨਹੀਂ ਹੈ। ਦੱਸੋ, ਇਹ ਸਾਡੇ ਲਈ ਲਾਭ ਨਹੀਂ ਹੈ, ਇਹ ਸਾਡੇ ਲਈ ਇੱਕ ਹਥਿਆਰ ਨਹੀਂ ਹੈ ਸਟੇਟਾਂ ਬਣਾਉਣਾ। ਇਹ ਮੁਸਲਮਾਨਾਂ ਦੀ ਆਲਰੇਡੀ ਕਹਿੰਦੇ ਮਨਸ਼ਾ ਸੀਗੀ। ਬਾਬਾ ਸਾਹਿਬ ਕਹਿੰਦੇ ਵੀ ਇਦਾਂ ਦੀ ਸੇਮ ਸਪੀਚ ਜਿਹੜੀ ਆ ਫਜ਼ਲ ਉਲ ਹੱਕ ਪ੍ਰਾਈਮ ਮਿਨਿਸਟਰ ਆਫ ਬੰਗਾਲ ਦੇ ਨੇ ਵੀ ਕੀਤੀ ਸੀਗੀ, ਵੀ ਜਿਹੜੀਆਂ ਇਹ ਸਟੇਟਾਂ ਹੈਗੀਆਂ ਆ, ਫਿਰਕੂ ਸਟੇਟਾਂ ਹੈਗੀਆਂ, ਕੌਮੀ ਸਟੇਟਾਂ ਜਿਹੜੀਆਂ ਹੈਗੀਆਂ ਆ, ਇਹ ਇੱਕ ਤਰ੍ਹਾਂ ਦੇ ਨਾਲ ਸਾਡੇ ਲਈ ਇਹ ਜਿਹੜੀਆਂ ਤਸ਼ੱਦਦਾਂ ਦਾ ਇੰਜਣ ਇਹ ਸਾਬਤ ਹੋਣਗੀਆਂ। ਇਹ ਕਹਿੰਦੇ ਇਹ ਪ੍ਰੋਬਲਮ ਹੈਗੀ, ਇਹਨੂੰ ਕਹਿੰਦੇ ਕਿਊਮਨਲ ਪ੍ਰੋਬਲਮ। ਵੀ ਕਿਊਮਨਲ ਪ੍ਰੋਬਲਮ ਕੀ ਆ? ਵੀ ਸਟੇਟਾਂ ਦਾ ਗਠਨ ਕਰਨਾ, ਵੱਧ ਤੋਂ ਵੱਧ ਸੀਟਾਂ ਰਿਜ਼ਰਵ ਕਰਨੀਆਂ ਆਪਣੇ ਫਿਰਕੂ ਦੇ ਲਈ, ਆਪਣੀ ਕੌਮ ਦੇ ਲਈ, ਤੇ ਇੱਕ ਵੱਡੀ ਸਰਕਾਰ ਬਣਾਉਣਾ ਤਾਂ ਕਿ ਸਰਕਾਰ ਦੇ ਅਦਾਰੇ ਵੀ ਸਾਰੇ ਆਪਣੇ ਹੋਣ, ਤੇ ਉਹਦੇ ਵਿੱਚ ਜਿਹੜੀ ਮਿਨੋਰਿਟੀ ਆ ਉਹਨੂੰ ਤੰਗ ਕਰਨਾ। ਇਹੀ ਹਿੰਦੂਆਂ ਦੀ ਮਨਸ਼ਾ ਸੀਗੀ, ਉਹੀ ਮੁਸਲਮਾਨਾਂ ਦੀ ਮਨਸ਼ਾ ਸੀਗੀ। ਇਹਨੂੰ ਕਿਊਮਨਲ ਪ੍ਰੋਬਲਮ ਕਿਹਾ ਗਿਆ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ ਸਰਕਾਰ ਬਣਾਓ, ਸਰਕਾਰ ਬਣਾ ਕੇ ਮੈਜੋਰਿਟੀ ਦੇ ਨਾਲ ਮਿਨਿਸਟਰੀ ਲੈ ਕੇ ਜਿਹੜੀ ਮਿਨੋਰਿਟੀ ਹੈਗੀਆਂ ਆ ਉਹਨੂੰ ਤੰਗ ਕਰੋ। ਜਿੱਦਾਂ ਉਧਰ ਹਿੰਦੂ ਤੰਗ ਕਰਨਗੇ ਮੁਸਲਮਾਨਾਂ ਨੂੰ, ਇਦਾਂ ਹੀ ਅਸੀਂ ਇੱਧਰ ਤੰਗ ਕਰਾਂਗੇ ਹਿੰਦੂਆਂ ਨੂੰ। ਇਹਨੂੰ ਕਹਿੰਦੇ ਕਿਊਮਨਲ ਪ੍ਰੋਬਲਮ। ਬਾਬਾ ਸਾਹਿਬ ਕਹਿੰਦੇ ਹੁਣ ਇਹਦਾ ਸੋਲੂਸ਼ਨ ਕੀ ਆ? ਬਾਬਾ ਸਾਹਿਬ ਕਹਿੰਦੇ ਇਹਦਾ ਸੋਲੂਸ਼ਨ ਕੀ ਆ? ਕਹਿੰਦੇ ਇਹਦਾ ਸੋਲੂਸ਼ਨ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਜੀ ਕਨਸਟੀਟਿਊਸ਼ਨ ਦੇ ਵਿੱਚ ਇਹਨਾਂ ਦੇ ਮਸਲੇ ਲੱਭੋ, ਇਹਨਾਂ ਨੂੰ ਜੋ ਮੰਗਦੇ ਆ ਦੇ ਦਿਓ, ਤੇ ਇੱਕ ਸਿੰਗਲ ਗਵਰਨਮੈਂਟ ਇਹਨਾਂ ਦੀ ਇੱਕ ਸਾਂਝੀ ਸਰਕਾਰ ਬਣਾ ਦਿਓ, ਇੱਕ ਦੂਏ ਦੇ ਅਗੇਂਸਟ ਖੜੇ ਕਰਕੇ। ਕਹਿੰਦੇ ਇਹਦੇ ਨਾਲ ਕੌਮੀ ਮਸਲਾ ਹੱਲ ਨਹੀਂ ਹੋਣਾ ਹੈਗਾ। ਤੇ ਕਹਿੰਦੇ ਹੁਣ ਸਵਾਲ ਇਹ ਖੜਾ ਹੁੰਦਾ ਆ ਵੀ ਪਾਕਿਸਤਾਨ ਦਾ ਜਿਹੜਾ ਬਣਨਾ ਹੈਗਾ ਆ ਉਹ ਇਸ ਚੀਜ਼ ਨੂੰ ਖਤਮ ਕਰਦਾ ਆ, ਇਸ ਮਸਲੇ ਨੂੰ ਹੱਲ ਕਰਦਾ ਵੀ ਜਿੱਥੇ ਮੁਸਲਮਾਨਾਂ ਦੀ ਮੈਜੋਰਿਟੀ ਉੱਥੇ ਹਿੰਦੂਆਂ ਦਾ ਤਸ਼ੱਦਦ ਨਾ ਹੋਵੇ, ਜਿੱਥੇ ਹਿੰਦੂਆਂ ਦੀ ਮੈਜੋਰਿਟੀ ਉੱਥੇ ਮੁਸਲਮਾਨਾਂ ਦਾ ਤਸ਼ੱਦਦ ਨਾ ਹੋਵੇ। ਪਾਕਿਸਤਾਨ ਇਹਦੇ ਵਿੱਚ ਕਿੱਦਾਂ ਦੀ ਹੈਲਪ ਕਰਦਾ? ਬਾਬਾ ਸਾਹਿਬ ਕਹਿੰਦੇ ਇਹ ਪ੍ਰਸ਼ਨ ਤਾਂ ਆਮ ਬਣਦਾ ਹੈਗਾ ਆ। ਬਾਬਾ ਸਾਹਿਬ ਕਹਿੰਦੇ ਸਵਾਲ ਆਮ ਖੜਾ ਹੋਣਾ ਹੈਗਾ ਆ। ਕਹਿੰਦੇ ਜੇ ਪਾਕਿਸਤਾਨ ਹੋਂਦ ਦੇ ਵਿੱਚ ਆ ਜਾਂਦਾ ਹੈਗਾ ਆ, ਜਿੱਦਾਂ ਦੀਆਂ ਸੀਮਾਵਾਂ ਜਾਂ ਬਾਰਡਰ ਜਿੱਦਾਂ ਦੇ ਹੁਣ ਹੈਗੇ ਆ, ਜੇ ਉਹਨਾਂ ਦੇ ਉੱਤੇ ਅਸੀਂ ਇੱਦਾਂ ਬਣਾ ਦਈਏ, ਜਿੱਦਾਂ ਦਾ ਪ੍ਰੋਵਿੰਸ ਨਾਰਥ ਵੈਸਟ ਹੈਗਾ ਆ ਜਾਂ ਬੰਗਾਲ ਦੇ ਵਿੱਚ ਹੈਗਾ ਆ, ਇਹਦੇ ਨਾਲ ਮਸਲੇ ਹੱਲ ਨਹੀਂ ਹੋਣੇ ਹੈਗੇ। ਕਿਉਂਕਿ ਉੱਥੇ ਜਦ ਤੱਕ ਉਹਦੇ ਵਿੱਚ ਚੇਂਜਸ ਕਰਨ ਦੀ ਲੋੜ ਹੈ। ਜੇ ਬਸ ਸਿੱਧੀਆਂ ਅਸੀਂ ਲੀਕਾਂ ਮਾਰ ਦਈਏ, ਬਾਉਂਡਰੀ ਡਰਾ ਕਰ ਦਈਏ, ਉਹਦੇ ਨਾਲ ਇਹ ਮਸਲੇ ਹੱਲ ਨਹੀਂ ਹੋਣੇ। ਬਾਬਾ ਸਾਹਿਬ ਕਹਿੰਦੇ ਹੋਣਾ ਕਿੱਦਾਂ ਹੋਣਾ? ਬਾਬਾ ਸਾਹਿਬ ਕਹਿੰਦੇ ਇਹਦੇ ਨਾਲ ਕੀ ਹੋਣਾ ਆ, ਇਹ ਮਸਲੇ ਇਹਨਾਂ ਹੱਲ ਨਹੀਂ ਹੋਣੇ, ਇਹਦੇ ਨਾਲ ਜ਼ਿਆਦਾ ਮਸਲੇ ਖਰਾਬ ਹੋ ਜਾਣੇ ਆ। ਜੇ ਸਿੱਧਾ ਇੱਦਾਂ ਹੀ ਲੀਕਾਂ ਮਾਰ ਕੇ ਦੇਸ਼ ਨੂੰ ਡਿਵਾਈਡ ਕਰ ਦਿੱਤਾ, ਦੇਸ਼ ਦਾ ਬਟਵਾਰਾ ਕਰ ਦਿੱਤਾ। ਕਹਿੰਦੇ ਕਿਉਂਕਿ ਹੁਣ ਕੀ ਪ੍ਰੋਬਲਮ ਹੈਗੀ ਆ, ਹੁਣ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਉਹਦੇ ਹੱਥ ਦੇ ਵਿੱਚ ਸਾਰਾ ਕੁਝ ਹੈਗਾ ਆ। ਜੇ ਜਿਹੜੀਆਂ ਪ੍ਰੋਵਿੰਸ, ਜਿਹੜੇ ਖੇਤਰ ਮੁਸਲਮਾਨਾਂ ਦੇ ਕੰਟਰੋਲ ਦੇ ਵਿੱਚ ਹੈਗੇ ਆ, ਜਾਂ ਮੁਸਲਮਾਨਾਂ ਦੀ ਜਿੱਥੇ ਮੈਜੋਰਟੀ ਜ਼ਿਆਦਾ ਹੈ, ਜੇ ਉੱਥੇ ਹਿੰਦੂਆਂ ਦੇ ਉੱਤੇ ਤਸ਼ੱਦਦ ਹੁੰਦਾ ਹੈਗਾ ਆ, ਤੇ ਗਵਰਨਮੈਂਟ ਜਿਹੜੀ ਹੈਗੀ ਆ, ਜਿਹੜੀ ਮੋਸਟਲੀ ਹਿੰਦੂ ਲੌਬੀ ਆ,
ਉਹ ਆ ਕੇ ਆਪਣੇ ਹਿੰਦੂਆਂ ਨੂੰ ਬਚਾ ਲੈਂਦੀ ਹੈ। ਉਹਨਾਂ ਦਾ ਐਕਸਟਰਨਲ ਅਫੇਅਰ ਆ, ਬਾਹਰੋਂ ਉਹ ਕੰਮ ਕਰਦੇ ਆ, ਉਹ ਆ ਕੇ ਉਸ ਪ੍ਰੋਵਿੰਸ ਦੇ ਵਿੱਚ, ਉਸ ਸਟੇਟ ਦੇ ਵਿੱਚ, ਉਸ ਖੇਤਰ ਦੇ ਵਿੱਚ ਆ ਕੇ ਉਸ ਮਸਲੇ ਦਾ ਹੱਲ ਕਰ ਲੈਂਦੇ ਹੈਗੇ ਆ। ਬਾਬਾ ਸਾਹਿਬ ਕਹਿੰਦੇ ਵੀ ਜੇ ਇਹ ਇਦਾਂ ਹੀ ਆਪਾਂ ਬਾਉਂਡਰੀਆਂ ਡਰਾਅ ਕਰ ਦਿੱਤੀਆਂ, ਇਦਾਂ ਹੀ ਆਪਾਂ ਲਕੀਰਾਂ ਮਾਰ ਕੇ ਬਟਵਾਰਾ ਕਰ ਦਿੱਤਾ, ਇਹਦੇ ਨਾਲ ਮਸਲਾ ਨਹੀਂ ਹੱਲ ਹੋਣਾ, ਸਮਾਂ ਕਿ ਵਧਣਾ ਆ। ਕਿਉਂਕਿ ਜਦੋਂ ਇੱਕ ਵਾਰੀ ਤੁਸੀਂ ਲੀਕ ਮਾਰ ਦਿੱਤੀ ਤੇ ਜਿਹੜੀ ਹਿੰਦੂਆਂ ਦੀ ਗਵਰਨਮੈਂਟ ਹੈਗੀ ਆ ਸੈਂਟਰ ਦੇ ਵਿੱਚ, ਉਹਦਾ ਕੋਈ ਵੀ ਉਹਦੇ ਕੋਲ ਕੋਈ ਵੀ ਪਾਵਰ ਨਹੀਂ ਰਹਿਣੀ ਹੈਗੀ ਪਾਕਿਸਤਾਨ ਦੇ ਵਿੱਚ ਜਾ ਕੇ ਉਹ ਹਿੰਦੂਆਂ ਨੂੰ ਬਚਾਵੇ। ਬਾਬਾ ਸਾਹਿਬ ਕਹਿੰਦੇ ਵੀ ਇਸ ਕਰਕੇ ਪ੍ਰੋਬਲਮ ਬਹੁਤ ਹੋਣੀ ਆ ਪਾਕਿਸਤਾਨ ਦੇ ਵਿੱਚ। ਜਿਹੜੇ ਹਿੰਦੂ ਹੋਣੇ ਹੈਗੇ ਆ, ਸੇਮ ਕਹਿੰਦੇ ਉਹਨਾਂ ਦੀ ਪੋਜੀਸ਼ਨ ਜਿਹੜੀ ਆ ਅਰਮੇਨੀਅਨ ਵਰਗੀ ਹੋਣੀ ਹੈ, ਜਿੱਦਾਂ ਦੀ ਟਰਕੀਆਂ ਦੇ ਜਿਹੜੇ ਟਰਕ ਸੀਗੇ, ਟਰਕੀਆਂ ਦੇ ਅੰਡਰ ਜਿੱਦਾਂ ਦੀ ਜਿਹੜੇ ਅਰਮੇਨੀਅਨ ਸੀਗੇ ਉਹਨਾਂ ਦੇ ਹਾਲਾਤ ਸੀ, ਜਾਂ ਜਿਹੜੇ ਤਜ਼ਾਰਿਸਟ ਰਸ਼ੀਆ, ਜਿਹੜੇ ਜੂਸ ਸੀਗੇ, ਜਿਹੜੇ ਤਜ਼ਾਰਿਸਟ ਰਸ਼ੀਆ ਦੇ ਵਿੱਚ ਰਹਿੰਦੇ ਸੀਗੇ, ਜਾਂ ਨਾਜ਼ੀ ਜਿਹੜੇ ਸੀਗੇ ਜਰਮਨੀ ਦੇ, ਉਹਨਾਂ ਦੇ ਹਾਲਾਤ, ਉਹਨਾਂ ਦੇ ਕਹਿੰਦੇ ਹਾਲਾਤ ਸੀਗੇ ਜੂਸ਼ਾਂ ਦੇ, ਜਿੱਦਾਂ ਦੇ ਜਰਮਨੀ 'ਚ ਹਾਲਾਤ ਸੀਗੇ ਤੇ ਰਸ਼ੀਆ ਦੇ ਵਿੱਚ ਹਾਲਾਤ ਸੀਗੇ। ਬਾਬਾ ਸਾਹਿਬ ਕਹਿੰਦੇ ਉੱਦਾਂ ਦੇ ਹਾਲਾਤ ਜਿਹੜੇ ਆ ਉਹ ਹਿੰਦੂਆਂ ਦੇ ਹੋਣੇ ਹੈਗੇ ਆ ਪਾਕਿਸਤਾਨ ਦੇ ਵਿੱਚ, ਜੇ ਆਪਾਂ ਇਸੇ ਤਰੀਕੇ ਦੇ ਨਾਲ ਲਾਈਨਾਂ ਬਣਾ ਕੇ ਇਹਨਾਂ ਨੂੰ ਡਿਵਾਈਡ ਕਰ ਦਿੱਤਾ। ਕੁਝ ਚੇਂਜਸ ਚਾਹੁੰਦੇ ਬਾਬਾ ਸਾਹਿਬ ਕਰਨੀਆਂ, ਤਾਂ ਕਿ ਜਿਹੜਾ ਨੁਕਸਾਨ ਘੱਟ ਹੋਵੇ, ਘੱਟ ਹੋਵੇ, ਜਿਹੜੀ ਕ੍ਰਿਮੀਨਲ ਪ੍ਰੋਬਲਮ ਹੈਗੀ ਆ, ਜਿਹੜਾ ਫਿਰਕੂ ਫਸਾਦ ਹੈਗਾ ਆ, ਇਹ ਘਟੇ। ਹੁਣ ਪਾਕਿਸਤਾਨ ਜਦੋਂ ਬਣਦਾ ਹੈਗਾ, ਬਾਬਾ ਸਾਹਿਬ ਕਹਿੰਦੇ ਵੀ ਸਾਨੂੰ ਇਹ ਦੇਖਣਾ ਪੈਣਾ ਹੈਗਾ ਆ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਆ ਇਹ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਹੈਗੀਆਂ। ਕੀ ਇਹ ਪਾਕਿਸਤਾਨ ਹੀ ਪ੍ਰੋਬਲਮ ਕ੍ਰੀਏਟ ਕਰ ਰਿਹਾ ਹੈਗਾ ਆ, ਜਾਂ ਬਾਉਂਡਰੀਜ਼ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਹੈਗੀਆਂ, ਜਾਂ ਇਹ ਜਿਹੜੀਆਂ ਸੀਮਾਵਾਂ ਹੈਗੀਆਂ ਉਹ ਲੀਕਾਂ ਜਿਹੜੀਆਂ ਬਾਰਡਰ ਦੀਆਂ ਜਿਹੜੀਆਂ ਮਾਰ ਦੇਣੀਆਂ ਹੈਗੀਆਂ ਆ, ਉਹ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਹੈਗੀਆਂ। ਬਾਬਾ ਸਾਹਿਬ ਕਹਿੰਦੇ ਜੇ ਤਾਂ ਪ੍ਰੋਬਲਮ ਹੈਗੀ ਆ ਪਾਕਿਸਤਾਨ ਦੀ ਸਕੀਮ ਦੇ ਵਿੱਚ, ਫੇਰ ਤਾਂ ਹਿੰਦੂਆਂ ਨੂੰ ਇੱਥੇ ਟਾਈਮ ਹੀ ਨਹੀਂ ਵੇਸਟ ਕਰਨਾ ਚਾਹੀਦਾ, ਠੀਕ ਹੈ। ਜੇ ਬਾਉਂਡਰੀਜ਼ ਪ੍ਰੋਬਲਮ ਆ, ਜੇ ਜਿਹੜੀਆਂ ਆਪਣਾ ਸਰਹੱਦਾਂ ਹੈਗੀਆਂ ਆ ਉਹ ਪ੍ਰੋਬਲਮ ਆ, ਉਹਦੇ ਉੱਤੇ ਆਪਾਂ ਕਹਿੰਦੇ ਵੀ ਵਿਚਾਰ ਵਟਾਂਦਰਾ ਕਰ ਸਕਦੇ ਹੈਗੇ ਆ, ਉਹਨੂੰ ਅਸੀਂ ਘਟਾ ਸਕਦੇ ਆ, ਉਹਨੂੰ ਚੇਂਜ ਕਰ ਸਕਦੇ। ਬਾਬਾ ਸਾਹਿਬ ਕਹਿੰਦੇ ਹੁਣ ਕਹਿੰਦੇ ਵੀ ਜਦੋਂ ਆਪਾਂ ਪਾਕਿਸਤਾਨ ਦੀ ਸਕੀਮ ਦੀ ਗੱਲ ਕਰਦੇ ਆ, ਇਹ ਜਿਹੜੀ ਪਾਕਿਸਤਾਨ ਦੀ ਸਕੀਮ ਹੈਗੀ ਆ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਇਹਦੇ ਵਿੱਚ ਜਿਹੜੀਆਂ ਬਾਉਂਡਰੀਜ਼ ਹੈਗੀਆਂ, ਜਿਹੜੀਆਂ ਸੀਮਾਵਾਂ ਹੈਗੀਆਂ, ਸੀਮਾਵਾਂ ਹੈਗੀਆਂ ਆ, ਜਿਹੜੀਆਂ ਬਾਰਡਰ ਹੈਗੇ ਆ, ਉਹ ਪ੍ਰੋਬਲਮ ਹੈਗੇ ਆ। ਕਿੱਦਾਂ ਪ੍ਰੋਬਲਮ ਹੈਗੇ? ਬਾਬਾ ਸਾਹਿਬ ਕੇ ਦੱਸਦੇ ਹੈਗੇ ਆ ਕਿ ਜਦੋਂ ਤੁਸੀਂ ਇਹ ਸਰਹੱਦਾਂ ਦੀਆਂ, ਜਦੋਂ ਜਿੱਥੇ ਸਰਹੱਦ ਬਣਾਉਣੀ ਆ, ਉੱਥੇ ਜਿਹੜੀ ਪੋਪੂਲੇਸ਼ਨ ਹੈਗੀ ਆ, ਜਦੋਂ ਤੁਸੀਂ ਉਹਨਾਂ ਦੀ ਸਟੱਡੀ ਕਰੋਗੇ, ਤੁਹਾਨੂੰ ਧਿਆਨ ਦੇ ਵਿੱਚ ਆਵੇਗਾ ਕਿ ਵੀ ਜੇ ਅਸੀਂ ਸਰਹੱਦਾਂ ਉਸ ਤਰੀਕੇ ਦੇ ਨਾਲ ਬਣਾਈਏ ਤਾਂ ਕਿ ਇੱਕ ਸੱਭਿਆਚਾਰਕ ਗਰੁੱਪ ਇਕੱਠਾ ਕੀਤਾ ਜਾ ਸਕੇ, ਅਸੀਂ ਇਸ ਪ੍ਰੋਬਲਮ ਨੂੰ ਘਟਾ ਸਕਦੇ ਹੈਗੇ ਆ। ਜੇ ਪਾਕਿਸਤਾਨ ਬਣਨ ਤੋਂ ਬਾਅਦ ਵੀ ਜਿਹੜੀ ਕਮਿਊਨਿਟੀ ਮਿਕਸ ਰਹਿੰਦੀ ਆ, ਹਿੰਦੂ ਮੁਸਲਮਾਨਾਂ 'ਚ, ਮੁਸਲਮਾਨ ਹਿੰਦੂਆਂ 'ਚ ਰਹਿੰਦੇ ਆ, ਜਿਹੜਾ ਆਪਸੀ ਦੇ ਵਿੱਚ ਫਸਾਦ ਆ, ਇਹ ਘੱਟ ਨਹੀਂ ਹੋਣਾ ਹੈਗਾ, ਬਾਬਾ ਸਾਹਿਬ ਕਹਿੰਦੇ। ਤੇ ਬਾਬਾ ਸਾਹਿਬ ਕਹਿੰਦੇ ਆ ਵੀ ਹੁਣ ਸਾਨੂੰ ਇਹ ਦੇਖਣਾ ਪੈਣਾ ਹੈਗਾ ਵੀ ਜੇ ਪਾਕਿਸਤਾਨ ਅਸੀਂ ਬਣਾਉਣੇ ਆ, ਕੀ ਅਸੀਂ ਇੱਕ ਸਾਂਝਾ ਸੱਭਿਆਚਾਰ ਪਾਕਿਸਤਾਨ ਦੇ ਵਿੱਚ ਇਸ ਤਰੀਕੇ ਦਾ ਅਸੀਂ ਬਾਰਡਰ ਬਣਾ ਕੇ, ਕੀ ਅਸੀਂ ਲਕੀਰਾਂ ਵਾਹ ਕੇ ਉਸ ਤਰੀਕੇ ਦੇ ਨਾਲ, ਕੀ ਅਸੀਂ ਇੱਕ ਸਾਂਝਾ ਸੱਭਿਆਚਾਰ ਜਿਹੜਾ ਆ ਪਾਕਿਸਤਾਨ ਦਾ, ਉਹ ਇਦਾਂ ਦੀ ਇੱਕ ਸਟੇਟ ਬਣਾ ਸਕਦੇ ਆ ਜਿੱਥੇ ਪਾਕਿਸਤਾਨ ਵਰਗੇ ਹੀ ਲੋਕ, ਉਹਨਾਂ ਦਾ ਸਾਂਝਾ ਕਲਚਰ ਸਾਰੇ ਸੇਮ ਹੋਣ। ਬਾਬਾ ਸਾਹਿਬ ਕਹਿੰਦੇ ਫਿਰ ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਆ ਵੀ ਇਹ ਸਾਰਾ ਮਸਲਾ ਹੀ ਇੱਥੇ ਆਉਂਦਾ ਆ, ਜਦੋਂ ਸਾਰੇ ਲੋਕ ਇੱਕੋ ਜਿਹੇ ਹੋਏ, ਇੱਕੋ ਜਿਹੇ ਸੱਭਿਆਚਾਰ ਵਰਗੇ ਹੋਏ, ਇੱਕੋ ਜਿਹੇ ਧਰਮਾਂ ਵਾਲੇ ਹੋਏ, ਫਿਰ ਉੱਥੇ ਮਿਨੋਰਿਟੀ ਤੇ ਮੈਜੋਰਿਟੀ ਦੀ ਪ੍ਰੋਬਲਮ ਹੀ ਨਹੀਂ ਰਹਿੰਦੀ ਹੈਗੀ। ਬਾਬਾ ਸਾਹਿਬ ਕਹਿੰਦੇ ਇਸ ਲਈ ਸਾਨੂੰ ਜਿਹੜੀਆਂ ਇਹ ਆਪਣੀਆਂ ਬਾਉਂਡਰੀਜ਼ ਹੈਗੀਆਂ ਪਾਕਿਸਤਾਨ ਦੀਆਂ, ਉਹਦੇ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਬਾਉਂਡਰੀਜ਼ ਨੂੰ ਡਰਾ ਕੀਤਾ ਜਾਵੇ, ਤਾਂ ਕਿ ਜਿਹੜੀਆਂ ਇਹ ਇੱਕ ਸਾਂਝਾ ਸੱਭਿਆਚਾਰ ਮੁਸਲਮਾਨਾਂ ਦਾ ਇਕੱਠਾ ਕੀਤਾ ਜਾਵੇ। ਤੇ ਦੂਸਰੀ ਸਲਾਹ ਬਾਬਾ ਸਾਹਿਬ ਅੱਗੇ ਜਾ ਕੇ ਦੱਸਦੇ ਹੈਗੇ ਆ ਵੀ ਇਹਨੂੰ ਫਿਰ ਬਾਅਦ ਵਿੱਚ ਬਾਉਂਡਰੀ ਡਰਾ ਕਰਨ ਤੋਂ ਬਾਅਦ ਕਿੱਦਾਂ ਕਰਨਾ ਹੈਗਾ। ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਹੁਣ ਇਹ ਪੋਸੀਬਲ ਹੈਗਾ ਆ ਵੀ ਪਾਕਿਸਤਾਨ ਨੂੰ ਅਸੀਂ ਇਸ ਤਰੀਕੇ ਨਾਲ ਬਣਾਈਏ, ਇਸ ਤਰੀਕੇ ਨਾਲ ਉਹਦੀਆਂ ਬਾਉਂਡਰੀਜ਼ ਡਰਾ ਹੋਣ, ਤੇ ਤਾਂ ਕਿ ਜਿਹੜਾ ਇੱਕ ਸਾਂਝਾ ਸੱਭਿਆਚਾਰ ਬਣ ਸਕੇ। ਦੂਸਰੇ ਨੰਬਰ ਦੇ ਉੱਤੇ ਜਿਹੜੀ ਪਾਪੂਲੇਸ਼ਨ ਹੈਗੀ ਆ ਉਹਨੂੰ ਅਸੀਂ ਸ਼ਿਫਟ ਕਰੀਏ, ਭਾਵ ਕਿ ਜਿਹੜੇ ਹਿੰਦੂ ਜਿਹੜੇ ਆ ਪਾਕਿਸਤਾਨ ਤੋਂ ਇੱਧਰ ਆਉਣਾ ਚਾਹੁੰਦੇ ਆ, ਹਿੰਦੁਸਤਾਨ 'ਚ ਆਉਣਾ ਚਾਹੁੰਦੇ ਹੋ, ਇੱਧਰ ਆ ਜਾਣ, ਜਿਹੜੇ ਇੱਧਰੋਂ ਮੁਸਲਮਾਨ ਉੱਧਰ ਜਾਣਾ ਚਾਹੁੰਦੇ ਆ, ਇਹਦਾ ਪਾਪੂਲੇਸ਼ਨ ਸ਼ਿਫਟ ਕਰਨੀ। ਬਾਬਾ ਸਾਹਿਬ ਕਹਿੰਦੇ ਇਹ ਬਹੁਤ ਵਧੀਆ ਤਰੀਕਾ ਹੈਗਾ ਆ। ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਹੁਣ ਤੁਸੀਂ ਅਪੈਂਡਿਕਸ ਨੰਬਰ 5, 10 ਤੇ 11 ਜੋ ਤੁਸੀਂ ਦੇਖੋਗੇ, ਉਹਦੇ ਵਿੱਚ ਤੁਹਾਨੂੰ ਇਹ ਦੇਖੋਗੇ ਕਿ ਪਾਪੂਲੇਸ਼ਨ ਜਿਹੜੀ ਆ
ਪੰਜਾਬ ਵਾਲੇ ਏਰੀਏ ਤੇ ਬੰਗਾਲ ਵਾਲੇ ਏਰੀਏ ਵਿੱਚ ਬਾਬਾ ਸਾਹਿਬ ਆਪਣਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਕਹਿੰਦੇ ਵੀ ਇਹਦੇ ਵਿੱਚ ਤੁਸੀਂ ਜਦੋਂ ਬਾਬਾ ਸਾਹਿਬ ਕਹਿੰਦੇ ਆ ਵੀ ਤੁਸੀਂ ਇਹ ਚੀਜ਼ ਦੇਖੋਗੇ ਕਿ ਵੀ ਪੰਜਾਬ ਦੇ ਕੇਸ ਦੇ ਵਿੱਚ ਅਸੀਂ ਦੋ ਚੀਜ਼ਾਂ ਦੇਖਾਂਗੇ। ਇੱਕ ਤਾਂ ਇਹ ਦੇਖਾਂਗੇ ਕਿ ਕੁਝ ਜਿਹੜੇ ਡਿਸਟ੍ਰਿਕਟ ਹੈਗੇ ਆ ਉਹਨਾਂ ਦੇ ਵਿੱਚ ਮੁਸਲਮਾਨਾਂ ਦੀ ਗਿਣਤੀ ਜਿਹੜੀ ਆ ਉਹ ਜ਼ਿਆਦਾ ਹੈਗੀ ਆ, ਤੇ ਕੁਝ ਜਿਹੜੇ ਡਿਸਟ੍ਰਿਕਟ ਹੈਗੇ ਆ ਉਹਨਾਂ ਦੇ ਵਿੱਚ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈਗੀ ਆ, ਤੇ ਕੁਝ ਖੇਤਰ ਕੁਝ ਡਿਸਟ੍ਰਿਕਟ ਇਦਾਂ ਦੇ ਹੈਗੇ ਆ ਜਿੱਥੇ ਨਾ ਹਿੰਦੂ ਜ਼ਿਆਦਾ ਨਾ ਮੁਸਲਮਾਨ ਜ਼ਿਆਦਾ, ਦੋਨੇ ਈਵਨ ਆ, ਦੋਨੇ ਬਰਾਬਰ ਉਹਨਾਂ ਦੀ ਜਨਸੰਖਿਆ ਹੈਗੀ ਆ। ਬਾਬਾ ਸਾਹਿਬ ਅੱਗੇ ਦੱਸਦੇ ਹੈਗੇ ਆ ਕਿ ਇਸੇ ਤਰੀਕੇ ਨਾਲ ਜਿੱਥੇ ਮੁਸਲਮਾਨ ਗਿਣਤੀ ਵਿੱਚ ਜ਼ਿਆਦਾ ਆ ਤੇ ਹਿੰਦੂ ਗਿਣਤੀ ਵਿੱਚ ਜ਼ਿਆਦਾ ਆ, ਆਟੋਮੈਟਿਕਲੀ ਉਹ ਸੈਪਰੇਟਡ ਡਿਸਟ੍ਰਿਕਟ ਹੈਗੀਆਂ, ਤੁਹਾਨੂੰ ਅੱਡ ਕਰਨ ਦੀ ਲੋੜ ਨਹੀਂ, ਪਹਿਲਾਂ ਹੀ ਵੱਖਰੀਆਂ ਹੈਗੀਆਂ। ਇਸੇ ਤਰੀਕੇ ਨਾਲ ਕਹਿੰਦੇ ਬੰਗਾਲ ਤੇ ਅਸਾਮ ਦਾ ਕੇਸ ਦੇਖੋਗੇ, ਇਸੇ ਬੰਗਾਲ ਤੇ ਅਸਾਮ ਦੇ ਵਿੱਚ ਵੀ ਸੇਮ ਤਰੀਕੇ ਦੇ ਨਾਲ ਕਈ ਡਿਸਟ੍ਰਿਕਟ ਹੈਗੀਆਂ ਆ ਬੰਗਾਲ ਦੇ ਵਿੱਚ ਜਿੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਆ, ਕਈ ਡਿਸਟ੍ਰਿਕਟ ਹੈਗੀਆਂ ਆ ਜਿੱਥੇ ਹਿੰਦੂਆਂ ਦੀ ਗਿਣਤੀ ਜ਼ਿਆਦਾ ਹੈਗੀ ਆ। ਅਸਾਮ ਦੇ ਵਿੱਚ ਵੀ ਸੇਮ ਕੇਸ ਹੈਗੇ ਆ। ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਉੱਥੇ ਸਾਡਾ ਇਹ ਮਸਲਾ ਨਹੀਂ ਹੋਣਾ। ਮਸਲਾ ਕਿੱਥੇ ਹੋਣਾ ਹੈਗਾ? ਬਾਬਾ ਸਾਹਿਬ ਕਹਿੰਦੇ ਵੀ ਮਸਲਾ ਜਿਹੜਾ ਹੋਣਾ ਹੈਗਾ ਆ ਉਹ ਹੋਣਾ ਹੈਗਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਤੇ ਸਿੰਧ ਦੇ ਵਿੱਚ ਪ੍ਰੋਬਲਮ ਆਉਂਦੀ ਆ। ਉੱਥੇ ਕੀ ਪ੍ਰੋਬਲਮ ਹੈਗੀ ਆ? ਕਹਿੰਦੇ ਵੀ ਉੱਥੇ ਜਿਹੜੀ ਪੋਪੂਲੇਸ਼ਨ ਜੋ ਤੁਸੀਂ ਦੇਖੋਗੇ ਅਪੈਂਡਿਸਿਸ ਜਿਹੜੀ ਹੈਗੀ ਆ 6 ਤੋਂ 9 ਤੱਕ ਕਹਿੰਦੇ ਦੇਖੋਗੇ ਉੱਥੇ ਤੁਹਾਨੂੰ ਇਹ ਆਈਡੀਆ ਲੱਗਣਾ ਹੈਗਾ ਆ ਐਕਚੁਅਲੀ ਉੱਥੇ ਪੋਪੂਲੇਸ਼ਨ ਜਿਹੜੀ ਮਿਕਸ ਆ, ਜਿਹੜੀ ਮੁਸਲਮਾਨਾਂ ਦੀ ਪੋਪੂਲੇਸ਼ਨ ਤੇ ਮੁਸਲਮਾਨਾਂ ਦੀ ਪੋਪੂਲੇਸ਼ਨ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਤੇ ਸਿੰਧ ਦੇ ਵਿੱਚ ਮਿਕਸ ਆ। ਕਹਿੰਦੇ ਵੀ ਉੱਥੇ ਜੇ ਤੁਸੀਂ ਇਹ ਦੇਖਦੇ ਹੈਗੇ ਆ ਵੀ ਜਿਹੜੇ ਹਿੰਦੂ ਆ ਉਹ ਖਿਲਰੇ ਪਏ ਇਹਨਾਂ ਸਟੇਟਾਂ ਦੇ ਵਿੱਚ, ਉਹ ਇਕੱਠੇ ਨਹੀਂ ਹੈਗੇ, ਉਹਨਾਂ ਦਾ ਇਕੱਠਾ ਜੁੱਟ ਨਹੀਂ ਹੈਗਾ ਵੀ ਉੱਥੋਂ ਅਸੀਂ ਜਿੱਥੇ ਉਹ ਸੰਘਣੀ ਆਬਾਦੀ ਵਿੱਚ ਰਹਿੰਦੇ ਆ ਉੱਥੋਂ ਅਸੀਂ ਜਿਹੜੇ ਬਾਉਂਡਰੀ ਆ ਉਹਨੂੰ ਡਰਾਅ ਕਰ ਦਈਏ। ਇਦਾਂ ਦਾ ਕੇਸ ਉੱਥੇ ਨਹੀਂ ਬਣ ਰਿਹਾ, ਕਿਉਂਕਿ ਜਿਹੜੇ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਹਿੰਦੂ ਆ ਉਹ ਘੱਟ ਗਿਣਤੀਆਂ 'ਚ ਰਹਿ ਰਹੇ ਆ, ਥੋੜੀਆਂ ਗਿਣਤੀਆਂ ਵਿੱਚ, ਉਹ ਇਕੱਠੇ ਕਿਤੇ ਵੀ ਵੱਡੀ ਗਿਣਤੀ 'ਚ ਨਹੀਂ ਰਹਿ ਰਹੇ ਹੈਗੇ ਨਾਰਥ ਵੈਸਟ ਪ੍ਰੋਵਿੰਸ ਦੇ ਵਿੱਚ ਤੇ ਸਿੰਧ ਦੇ ਵਿੱਚ। ਬਾਬਾ ਸਾਹਿਬ ਕਹਿੰਦੇ ਇੱਥੇ ਸਾਨੂੰ ਪ੍ਰੋਬਲਮ ਆਉਂਦੀ ਹੈਗੀ ਆ। ਤੇ ਅੱਗੇ ਦੱਸਦੇ ਹੈਗੇ ਆ ਕਿ ਉੱਥੇ ਜਿਹੜਾ ਇੱਕ ਸਾਂਝਾ ਕਲਚਰ ਜਿਹੜਾ ਬਣਾਉਣਾ ਉਹ ਬੜਾ ਔਖਾ ਹੋਣਾ ਸਾਡੇ ਲਈ। ਇੱਕੋ ਹੀ ਇਲਾਜ ਹੈ ਇਹ ਸਟੇਟਾਂ ਦਾ, ਉੱਥੋਂ ਅਸੀਂ ਪੋਪੂਲੇਸ਼ਨ ਨੂੰ ਸ਼ਿਫਟ ਕਰੀਏ। ਬਾਬਾ ਸਾਹਿਬ ਕਹਿੰਦੇ ਵੀ ਬਹੁਤ ਸਾਰੇ ਲੋਕ ਹੱਸਣਗੇ, ਅੱਛਾ ਪੋਪੂਲੇਸ਼ਨ ਨੂੰ ਸ਼ਿਫਟ ਕਰਨਾ ਮਤਲਬ ਕਿ ਪਾਕਿਸਤਾਨ ਦੇ ਵਿੱਚੋਂ ਹਿੰਦੂ ਇੱਧਰ ਲਿਆਉਣੇ, ਇੱਧਰੋਂ ਮੁਸਲਮਾਨ ਉੱਧਰ ਲੈ ਕੇ ਜਾਣੇ, ਜਿਹੜੇ ਏਰੀਏ ਵਿੱਚ ਆਉਣੇ ਆ ਬਾਰਡਰ ਬਣਨ ਤੋਂ ਬਾਅਦ। ਬਾਬਾ ਸਾਹਿਬ ਕਹਿੰਦੇ ਵੀ ਇਹ ਕੋਈ ਨਵੀਂ ਗੱਲ ਨਹੀਂ ਹੈ ਵੀ ਟਰਕੀ ਨੇ, ਗ੍ਰੀਸ ਨੇ, ਬਲਗਾਰੀਆ ਦੇ ਵਿੱਚ ਹੋਇਆ ਆ। ਉੱਥੇ ਦੀ ਮਾਈਨੋਰਿਟੀਜ਼ ਜਿਹੜੀਆਂ ਹੈਗੀਆਂ ਆ, ਉੱਥੇ ਦੀ ਮਾਈਨੋਰਿਟੀਜ਼ ਨੇ ਇਦਾਂ ਟਰਾਂਸਫਰ ਕੀਤੀ ਹੈਗੀ ਆ। ਜਿਹੜੇ ਲੋਕ ਹੈਗੇ ਆ, ਜਿਹੜੀਆਂ ਮਾਈਨੋਰਿਟੀ ਸੀਗੀਆਂ, ਘੱਟ ਗਿਣਤੀਆਂ ਸੀ, ਜਦੋਂ ਉਹ ਅੱਡ ਹੋਏ ਆ, ਜਦੋਂ ਵੱਖਰੇ ਉਹਨਾਂ ਤੋਂ ਦੇਸ਼ ਬਣੇ ਆ, ਉੱਥੇ ਵੀ ਕਹਿੰਦੇ ਇਦਾਂ ਟਰਾਂਸਫਰ ਹੋਈ ਆ। ਪਰ ਉੱਥੇ ਕਤਲੇਆਮ ਵੀ ਬਹੁਤ ਹੋਇਆ, ਪਰ ਸਾਨੂੰ ਇਸ ਕਤਲੇਆਮ ਨੂੰ ਰੋਕਣ ਦੇ ਲਈ ਬਾਬਾ ਸਾਹਿਬ ਅੱਗੇ ਦੱਸਦੇ ਹੈਗੇ ਕਿ ਬਈ ਸਾਨੂੰ ਇਹ ਕਤਲੇਆਮ ਨੂੰ ਰੋਕਣ ਦੇ ਲਈ ਕਿਹੜੇ ਮਾਪਦੰਡ ਲਾਉਣੇ ਚਾਹੀਦੇ ਹੈਗੇ। ਬਾਬਾ ਸਾਹਿਬ ਕਹਿੰਦੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਵੀ ਇਦਾਂ ਹੋਈ ਆ, ਪੋਪੂਲੇਸ਼ਨ ਟਰਾਂਸਫਰ ਹੋਈ ਹੈਗੀ ਆ। ਇਹ ਪੋਪੂਲੇਸ਼ਨ ਟਰਾਂਸਫਰ ਜਿਹੜੀ ਹੈਗੀ ਆ ਸਾਨੂੰ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਤੇ ਸਿੰਧ ਦੇ ਵਿੱਚ ਇਹ ਸਾਨੂੰ ਕਰਨੀ ਪੈਣੀ ਹੈਗੀ ਆ। ਬਾਬਾ ਸਾਹਿਬ ਕਹਿੰਦੇ ਇੱਕ ਅੱਗੇ ਸਵਾਲ ਆਉਂਦਾ ਆ, ਸਵਾਲ ਹੈਗਾ ਕਿ ਜਿਹਦੇ ਤੋਂ ਸਿਰਫ ਮੁਸਲਮਾਨ ਹੀ ਕਹਿੰਦੇ ਮਤਲਬ ਕਿ ਇਹ ਉਹਨਾਂ ਦੇ ਲਈ ਆ, ਮੁਸਲਮਾਨਾਂ ਦੇ ਦਿਮਾਗ 'ਚ ਆਉਣਾ ਆ ਵੀ ਪਾਕਿਸਤਾਨ ਜਿਹੜਾ ਭਾਰਤ ਦੇ ਵਿੱਚ ਮੁਸਲਮਾਨ ਰਹਿ ਜਾਣਗੇ, ਉਹਨਾਂ ਦੇ ਕੀ ਅਸਰ ਪੈਣਾ ਹੈਗਾ ਆ ਪਾਕਿਸਤਾਨ ਦਾ ਬਣਨ ਤੋਂ ਬਾਅਦ, ਹਨਾ। ਤੇ ਕਹਿੰਦੇ ਤਾਂ ਓਬਵੀਅਸਲੀ ਦਿਮਾਗ ਦੇ ਵਿੱਚ ਮੁਸਲਮਾਨਾਂ ਦੇ ਆਉਣਾ, ਖਾਸ ਕਰਕੇ ਭਾਰਤ ਦੇ ਮੁਸਲਮਾਨਾਂ ਦੇ ਵਿੱਚ ਵੀ, ਜਦੋਂ ਪਾਕਿਸਤਾਨ ਇੱਕ ਕੰਟਰੀ ਬਣ ਜਾਣੀ ਹੈਗੀ ਆ, ਉਸ ਤੋਂ ਬਾਅਦ ਜਿਹੜੇ ਭਾਰਤ ਦੇ ਮੁਸਲਮਾਨ ਆ ਉਹਨਾਂ ਦੇ ਸਟੇਟਸ ਦੇ ਉੱਤੇ, ਉਹਨਾਂ ਦੇ ਉੱਤੇ ਕੀ ਅਸਰ ਪੈਣਾ ਹੈਗਾ ਆ। ਕਹਿੰਦੇ ਕੀ ਜਿਹੜੇ ਮੈਜੋਰਿਟੀ ਦੇ ਮੁਸਲਮਾਨ ਹੈਗੇ ਆ ਉਹ ਤਾਂ ਕਹਿੰਦੇ ਪਾਕਿਸਤਾਨ ਚਲੇ ਜਾਣੇ ਆ, ਜਿਹੜੇ ਘੱਟ ਗਿਣਤੀ 'ਚ ਮੁਸਲਮਾਨ ਜਿਹੜੇ ਇੰਡੀਆ 'ਚ ਰਹਿ ਜਾਣੇ ਹੈਗੇ ਉਹਨਾਂ ਦਾ ਕੀ ਬਣਨਾ ਹੈਗਾ ਆ। ਕਹਿੰਦੇ ਬਿਲਕੁਲ ਇਹ ਕੁਐਸਚਨ ਜਿਹੜਾ ਸੁਭਾਵਿਕ ਹੈਗਾ ਆ, ਇਹ ਦਿਮਾਗ ਦੇ ਵਿੱਚ ਆਉਣਾ ਹੀ ਆਉਣਾ ਹੈਗਾ ਆ। ਤੇ ਕਹਿੰਦੇ ਵੀ ਉਸ ਤੋਂ ਬਾਅਦ ਜਿਹੜਾ ਨਾ ਇਹਦਾ ਆਨਸਰ ਹੈਗਾ, ਕਹਿੰਦੇ ਵੀ ਕੁਐਸਚਨ ਖੜਾ ਕੀਤਾ ਗਿਆ ਸੀ, ਜਿਹੜਾ ਮਿਸਟਰ ਰਹਿਮਤ ਅਲੀ ਸੀਗਾ, ਜਿਹੜਾ ਪਾਕਿਸਤਾਨ ਦਾ ਬਹੁਤ ਸਪੋਰਟਰ ਸੀਗਾ, ਉਹਨੇ ਗੱਲ ਕਲੀਅਰਲੀ ਕਹਿ ਦਿੱਤੀ ਸੀ ਵੀ ਪਾਕਿਸਤਾਨ ਬਣਨ ਤੋਂ ਬਾਅਦ ਅਸੀਂ ਵੀਕ ਨਹੀਂ ਹੋਣਾ ਹੈਗਾ। ਕਹਿੰਦੇ ਪਾਕਿਸਤਾਨ ਬਣਨ ਤੋਂ ਬਾਅਦ ਅਸੀਂ ਹੋਰ ਮਜ਼ਬੂਤ ਹੋਣਾ ਹੈਗਾ, ਕਿਉਂਕਿ ਦੋਨੇ ਹੀ ਕਾਰਨਰਸ ਦੇ ਉੱਤੇ ਤੁਸੀਂ ਦੇਖੋਗੇ ਨਾ, ਇੱਥੇ ਇੱਕ ਬੰਗਾਲ ਸਟੇਟ ਮੁਸਲਮਾਨਾਂ ਦੀ ਬਣੀ, ਇੱਧਰ ਪੰਜਾਬ ਤੋਂ ਆ ਪਾਕਿਸਤਾਨ ਇੱਧਰ ਬਣਿਆ ਹੋਇਆ। ਕਹਿੰਦੇ ਅਸੀਂ ਦੋਨਾਂ ਪਾਸਿਓਂ ਮਤਲਬ ਭਾਰਤ ਤੇ ਕਬਜ਼ਾ ਕਰ ਸਕਦੇ ਹਾਂ, ਭਾਰਤ ਦੇ ਮੁਸਲਮਾਨਾਂ ਨੂੰ ਭਾਵ ਕੇ ਸਪੋਰਟ ਕਰ ਸਕਦੇ ਹੈਗੇ ਆ। ਕਹਿੰਦੇ ਵੈਸੇ ਉਹ ਸਹੀ ਵੀ ਸੀਗਾ, ਜਿਹੜਾ ਮਿਸਟਰ ਰਹਿਮਤ ਅਲੀ ਸੀਗਾ,
ਉਹ ਸਹੀ ਵੀ ਸੀਗਾ। ਕਹਿੰਦੇ ਕਿ ਜਰਮਨ ਨੇ ਕਿੱਦਾਂ ਸਪੋਰਟ ਕੀਤੀ ਹੈਗੀ ਆ ਜਿਹੜੇ ਚੈਕੋਸਲੋਵਾਕੀਆ ਦੇ ਵਿੱਚ ਜਿਹੜੇ ਜਰਮਨ ਸੀਗੇ ਬਾਹਰੋਂ ਰਹਿ ਕੇ, ਬਿਲਕੁਲ ਉਹ ਕਹਿੰਦੇ ਸਹੀ ਕਹਿ ਰਹੇ ਹੈਗੇ ਆ। ਹੁਣ ਕਹਿੰਦੇ ਵੀ ਹਿੰਦੂਆਂ ਦੇ ਲਈ ਇੱਕ ਸਵਾਲ ਹੋਰ ਖੜਾ ਹੁੰਦਾ ਹੈਗਾ ਆ ਵੀ ਜਿਹੜੇ ਹਿੰਦੂ ਕੰਸਰਨ ਹੈਗੇ ਆ, ਜਿਹੜੇ ਹਿੰਦੂ ਸਵਾਲ ਖੜਾ ਕਰਦੇ ਆ ਵੀ ਪਾਕਿਸਤਾਨ, ਹੁਣ ਬਾਬਾ ਸਾਹਿਬ ਨੇ ਕੁਐਸਚਨ ਦੱਸਿਆ ਹੈਗਾ ਕਿ ਕ੍ਰਿਮੀਨਲ ਕੁਐਸਚਨ ਕੀ ਆ, ਕ੍ਰਿਮੀਨਲ ਵਿਵਾਦ ਕੀ ਆ, ਕ੍ਰਿਮੀਨਲ ਜਿਹੜਾ ਪ੍ਰੋਬਲਮ ਹੈਗੀ ਆ ਉਹ ਹੈ ਕੀ ਆ, ਹਨਾ। ਇਹ ਸਾਰੀ ਉੱਪਰ ਬਾਬਾ ਸਾਹਿਬ ਨੇ ਪਹਿਲਾਂ ਐਕਸਪਲੇਨ ਕੀਤੀ। ਹੁਣ ਦੱਸ ਰਹੇ ਆ ਵੀ ਮੁਸਲਮਾਨ ਜਿਹੜੇ ਸਵਾਲ ਖੜਾ ਕਰਦੇ ਆ ਕਿ ਪਾਕਿਸਤਾਨ ਬਣਨ ਤੋਂ ਬਾਅਦ ਜਿਹੜਾ ਇਹ ਕੌਮੀ ਵਿਵਾਦ ਆ ਇਹ ਹੱਲ ਕਿੱਦਾਂ ਹੋਊਗਾ। ਕਹਿੰਦੇ ਬਹੁਤ ਜਾਇਜ਼ ਕੁਐਸਚਨ ਆ ਹਿੰਦੂਆਂ ਦਾ। ਕਹਿੰਦੇ ਇਹ ਮੰਨਣਾ ਪਵੇਗਾ ਕਿ ਪਾਕਿਸਤਾਨ ਬਣਨ ਤੋਂ ਬਾਅਦ ਜਿਹੜਾ ਹਿੰਦੁਸਤਾਨ ਜਿਹੜਾ ਹੈਗਾ ਆ ਉਹਦੇ ਵਿੱਚ ਜਿਹੜੇ ਵਿਵਾਦ ਹੈਗੇ ਆ, ਜਿਹੜਾ ਹੈਗਾ ਕੌਮੀ ਮਸਲਾ ਹੈਗਾ, ਉਹ ਬਣਿਆ ਰਹਿਣਾ ਹੈਗਾ ਆ। ਕਹਿੰਦੇ ਭਾਵੇਂ ਕਿ ਪਾਕਿਸਤਾਨ ਵਿੱਚ ਇਹ ਚੀਜ਼ਾਂ ਨਹੀਂ ਰਹਿਣੀਆਂ ਹੈਗੀਆਂ, ਕਿਉਂਕਿ ਪਾਕਿਸਤਾਨ ਦੇ ਵਿੱਚ ਇੱਕ ਹੋਮੋਜੀਨੀਅਸ ਸਟੇਟ ਬਣ ਜਾਣੀ ਆ, ਭਾਵ ਕਿ ਇੱਕ ਸਾਂਝੇ ਸੱਭਿਆਚਾਰ ਦੇ ਜਾਣੀ ਕਿ ਲੋਕ ਜਿਹੜੇ ਆ ਉੱਥੇ ਬਣ ਜਾਣੇ ਪਾਕਿਸਤਾਨ ਦੇ ਵਿੱਚ। ਭਾਰਤ ਦੇ ਵਿੱਚ ਹਿੰਦੁਸਤਾਨ, ਬਾਬਾ ਸਾਹਿਬ ਇੱਥੇ ਵਰਡ ਯੂਜ਼ ਕਰਦੇ, ਭਾਰਤ ਜਿਹੜਾ ਹੈਗਾ ਉਹ ਮਿਕਸਚਰ ਹੀ ਰਹਿਣਾ, ਉਹਦੇ ਵਿੱਚ ਮੁਸਲਮਾਨ, ਕ੍ਰਿਸਚਨ, ਸਿੱਖ ਸਾਰੇ ਉਹ 'ਚ ਇਕੱਠਾ ਹੀ ਰਹਿਣਾ, ਉੱਥੇ ਪੰਗਾ ਪਿਆ ਰਹਿਣਾ, ਬਾਬਾ ਸਾਹਿਬ ਕਹਿੰਦੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਇਸ ਸਕੀਮ ਨੂੰ ਛੱਡ ਦਈਏ। ਬਾਬਾ ਸਾਹਿਬ ਕਹਿੰਦੇ ਮੁਸਲਮਾਨ ਜਿਹੜੇ ਆ ਹਿੰਦੁਸਤਾਨ ਦੇ ਵਿੱਚ ਸਾਰੇ ਪਾਸੇ ਖਿਲ ਰਹੇ ਪਏ ਹੈਗੇ ਆ, ਉਹ ਸ਼ਹਿਰਾਂ ਦੇ ਵਿੱਚ ਹੈਗੇ ਆ, ਹਨਾ। ਤੇ ਇਸ ਕਰਕੇ ਤੁਸੀਂ ਉੱਥੋਂ ਬਾਉਂਡਰੀਆਂ, ਇਦਾਂ ਥਾਂ ਤੋਂ ਬਾਉਂਡਰੀਆਂ ਤਾਂ ਨਹੀਂ ਬਣਾ ਸਕਦੇ, ਪਰ ਇਹ ਪ੍ਰੋਬਲਮ ਹੈ ਭਾਰਤ ਦੀ, ਹਨਾ। ਕਹਿੰਦੇ ਵੀ ਇਸ ਚੀਜ਼ ਨੂੰ ਘਟਾਇਆ ਕਿੱਦਾਂ ਜਾ ਸਕਦਾ, ਐਕਸਚੇਂਜ ਕਰਕੇ, ਪਾਪੂਲੇਸ਼ਨ ਨੂੰ ਐਕਸਚੇਂਜ ਕਰਕੇ ਇਸ ਚੀਜ਼ ਨੂੰ ਘਟਾਇਆ ਜਾ ਸਕਦਾ। ਜਿੰਨੇ ਵੱਧ ਤੋਂ ਵੱਧ ਮੁਸਲਮਾਨ ਜਿਹੜੇ ਆ ਉਹ ਉਧਰ ਚਲੇ ਜਾਣਗੇ ਤੇ ਜਿੰਨੇ ਵੱਧ ਤੋਂ ਵੱਧ ਹਿੰਦੂ ਇੱਧਰ ਆ ਜਾਣਗੇ, ਉਹਦੇ ਨਾਲ ਕੀ ਹੋਣਾ, ਇਸ ਚੀਜ਼ ਨੂੰ ਘਟਾਇਆ ਜਾ ਸਕਦਾ ਹੈਗਾ। ਤੇ ਕਹਿੰਦੇ ਇਹ ਮੰਨਦੇ ਹੋਏ ਕਿ ਜਿਹੜਾ ਪਾਕਿਸਤਾਨ ਬਣਨਾ ਹੈਗਾ ਆ ਉਹ ਇਹ ਸਾਡਾ ਜਿਹੜਾ ਕੌਮੀ ਮਸਲਾ ਹੈਗਾ ਉਹਨੂੰ ਹੱਲ ਕਰਦਾ ਹੈਗਾ। ਕੀ ਇਸ ਜਿਹੜਾ ਪਾਕਿਸਤਾਨ ਦੇ ਮਸਲੇ ਨੂੰ ਦੂਰ ਸਿੱਟ ਦੇਣਾ ਚਾਹੀਦਾ, ਵੀ ਪਾਕਿਸਤਾਨ ਨਹੀਂ ਬਣਨਾ ਚਾਹੀਦਾ। ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਕੋਈ ਹਿੰਦੂ ਇਸ ਡਿਸੀਜਨ ਬਣਾਉਣ ਇਸ ਤਰੀਕੇ ਦਾ ਵੀ ਹਾਂ ਵੀ ਪਾਕਿਸਤਾਨ ਨਹੀਂ ਬਣਨਾ ਚਾਹੀਦਾ, ਸਾਡਾ ਕੌਮੀ ਮਸਲੇ ਦਾ ਹੱਲ ਨਹੀਂ ਕਰਦਾ। ਪਰ ਬਾਬਾ ਸਾਹਿਬ ਕਹਿੰਦੇ ਮੈਂ ਕੁਛ ਇੱਥੇ ਮੈਂ ਹਿੰਦੂਆਂ ਨੂੰ ਸੁਜੈਸਟ ਕਰਨਾ ਚਾਹੁੰਦਾ ਆ ਵੀ ਇਹਦਾ ਮੈਗਨੀਟਿਊਡ ਕਿੰਨਾ ਰਹਿੰਦਾ, ਤੁਹਾਡਾ ਜਿਹੜਾ ਕੌਮੀ ਮਸਲਾ ਹੈਗਾ ਆ, ਜਿਹੜੀ ਕ੍ਰਿਮੀਨਲ ਪ੍ਰੋਬਲਮ ਹੈਗੀ ਆ, ਇਹਦਾ ਮੈਗਨੀਟਿਊਡ, ਇਹਦਾ ਮਾਪ ਕਿੰਨਾ ਕੁ ਅਸਰਦਾਰ ਰਹਿੰਦਾ ਉਦੋਂ। ਬਾਬਾ ਸਾਹਿਬ ਕਹਿੰਦੇ ਵੀ ਮੈਂ ਜਿਹੜੇ ਫੈਕਟ, ਮੇਰਾ ਫਸਟ ਫੈਕਟ ਹੈਗਾ ਆ ਉਹ ਇਹ ਹੈਗਾ ਆ ਕਿ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਆ ਜਿਹੜਾ ਡੇਟਾ ਬਾਬਾ ਸਾਹਿਬ ਵਿੱਚ ਦੇ ਰਿਹਾ ਹੈ, ਕਹਿੰਦੇ ਵੀ ਹਿੰਦੂਆਂ ਨੂੰ ਇਸ ਡੇਟਾ ਨੂੰ ਦੇਖਣਾ ਚਾਹੀਦਾ ਹੈ। ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਮੁਸਲਮਾਨ ਜਿਹੜੇ ਹੈਗੇ ਆ ਪਾਕਿਸਤਾਨ ਬਣਨ ਤੋਂ ਬਾਅਦ ਜਿਹੜੇ ਹਿੰਦੁਸਤਾਨ ਦੇ ਵਿੱਚ, ਬ੍ਰਿਟਿਸ਼ ਹਿੰਦੁਸਤਾਨ ਦੇ ਵਿੱਚ ਜਿਹੜੇ ਮੁਸਲਮਾਨ ਰਹਿਣੇ ਹੈਗੇ ਆ ਉਹ 1.8 ਕਰੋੜ ਰਹਿ ਜਾਣੇ, ਯਾਨੀ ਕਿ 18.5 ਮਿਲੀਅਨ ਲੋਕ ਜਿਹੜੇ ਆ ਮੁਸਲਮਾਨ ਜਿਹੜੇ ਭਾਰਤ ਦੇ ਵਿੱਚ ਰਹਿ ਜਾਣੇ ਹੈਗੇ ਵੰਡ ਤੋਂ ਬਾਅਦ। ਤੇ ਜਿਹੜੇ 47.8 ਮਿਲੀਅਨ ਲੋਕ ਆ, ਜਾਨੀ ਕਿ 4.7 ਕਰੋੜ ਲੋਕ ਜਿਹੜੇ ਮੁਸਲਮਾਨ ਹੈਗੇ ਆ ਉਹ ਪਾਕਿਸਤਾਨ ਤੇ ਚਲੇ ਜਾਣਗੇ। ਕਹਿੰਦੇ ਇਸੇ ਤਰੀਕੇ ਦੇ ਨਾਲ ਅੱਜ ਜਦੋਂ ਕ੍ਰਿਮੀਨਲ ਮਸਲਾ ਚੱਲ ਰਿਹਾ ਹੈਗਾ ਆ, ਅੱਜ ਹਿੰਦੂਆਂ ਨੂੰ 6.5 ਕਰੋੜ ਮੁਸਲਮਾਨਾਂ ਦੇ ਨਾਲ ਜਵਾਬ ਆਪਣਾ ਲੈਣ ਦੇਣ ਕਰਨਾ ਪੈ ਰਿਹਾ ਹੈਗਾ ਆ, ਮਤਲਬ ਕਿ ਉਹਨਾਂ ਦਾ ਮੈਗਨੀਟਿਊਡ ਬਹੁਤ ਜ਼ਿਆਦਾ ਆ। ਪਰ ਜਦੋਂ ਪਾਕਿਸਤਾਨ ਬਣ ਜਾਣਾ ਆ, ਜਿਹੜਾ ਮੁਸਲਮਾਨ 2 ਕਰੋੜ ਭਾਰਤ ਦੇ ਵਿੱਚ ਰਹਿ ਜਾਣੇ ਆ ਤੇ ਉਹਦਾ ਮੈਗਨੀਟਿਊਡ ਘਟ ਜਾਣਾ। ਵੀ ਜਿਹੜਾ ਇਹਦੇ ਵਿੱਚ ਕੀ ਆ, ਜਦੋਂ ਘੱਟ ਗਿਣਤੀ ਮੁਸਲਮਾਨਾਂ ਦੀ ਹੋਊਗੀ ਤਾਂ ਫਿਰ ਕਮਿਊਨਿਟੀ ਦਾ ਪੀਸ ਵੀ ਜਲਦੀ ਆਉਣਾ ਹੈ ਤੇ ਈਜ਼ੀਅਰ ਪੀਸਫੁਲ ਸੋਲੂਸ਼ਨ ਜਿਹੜਾ ਆ ਉਹ ਨਿਕਲ ਸਕਦਾ। ਬਾਬਾ ਸਾਹਿਬ ਕਹਿੰਦੇ 6.5 ਕਰੋੜ ਮੁਸਲਮਾਨਾਂ ਦੀਆਂ ਮੰਗਾਂ ਨੂੰ ਅਸੈਪਟ ਕਰਨਾ ਹਿੰਦੂਆਂ ਲਈ ਔਖਾ ਆ, 2 ਕਰੋੜ ਮੁਸਲਮਾਨਾਂ ਦੀਆਂ ਮੰਗਾਂ ਨੂੰ ਅਸੈਪਟ ਕਰਨਾ ਹਿੰਦੂਆਂ ਲਈ ਜਾਣੀ ਕਿ ਇੱਕ ਸਾਂਝਾ ਸਮਝੌਤਾ ਕਰਨਾ ਘੱਟ ਪਾਪੂਲੇਸ਼ਨ ਦੇ ਨਾਲ ਸੌਖਾ ਹੈਗਾ। ਬਾਬਾ ਸਾਹਿਬ ਕਹਿੰਦੇ ਦੂਸਰਾ ਇਫੈਕਟ ਜਿਹੜਾ ਹੈਗਾ ਆ ਉਹ ਕੀ ਹੁੰਦਾ ਆ ਵੀ ਜਿਹੜੀਆਂ ਲੋਕ ਸਭਾਵਾਂ ਹੋਣੀਆਂ ਹੈਗੀਆਂ ਜਾਂ ਆਪਣੀ ਲੋਕ ਸਭਾਵਾਂ ਹੋਣੀਆਂ ਹੈਗੀਆਂ ਜਾਂ ਆਪਣੀਆਂ ਵਿਧਾਨ ਸਭਾਵਾਂ ਹੋਣੀਆਂ, ਉਹਦੇ ਵਿੱਚ ਕਿੱਦਾਂ ਦਾ ਗਠਨ ਹੋਣਾ ਹੈ। ਕਹਿੰਦੇ 1935 ਐਕਟ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਉਹਦੇ ਵਿੱਚ ਕੌਂਸਲ ਆਫ ਸਟੇਟ ਦੇ ਵਿੱਚ 150 ਸੀਟਾਂ ਦੇ ਵਿੱਚੋਂ ਜਿਹੜੇ ਹਿੰਦੂ ਤੇ ਜਿਹੜੇ ਨਾਨ ਮੁਸਲਿਮ ਆ 75 ਸੀਟਾਂ ਉਹਨਾਂ ਨੂੰ ਦਿੱਤੀਆਂ ਗਈਆਂ ਹੈਗੀਆਂ, ਮੁਸਲਮਾਨਾਂ ਨੂੰ 49 ਦਿੱਤੀਆਂ ਗਈਆਂ। ਪਾਕਿਸਤਾਨ ਤੋਂ ਬਾਅਦ ਉਹ ਘਟ ਕੇ 25 ਰਹਿ ਜਾਣੀਆਂ, 49 ਤੋਂ 25 ਰਹਿ ਜਾਣੀਆਂ। ਮਤਲਬ ਕਿ ਮੁਸਲਮਾਨਾਂ ਦੀ ਜਿਹੜੀ ਲੋਕ ਸਭਾ ਦੇ ਵਿੱਚ ਨੁਮਾਇੰਦਗੀ ਆ ਉਹ ਘਟ ਜਾਣੀ ਹੈਗੀ ਆ, 66% ਤੋਂ 33.5% ਬਾਬਾ ਸਾਹਿਬ ਕਹਿੰਦੇ ਰਹਿ ਜਾਣੀ ਹੈਗੀ ਆ।
ਕਿ ਇਹਨਾਂ ਚੀਜ਼ਾਂ ਦਾ ਧਿਆਨ ਜਿਹੜਾ ਆ ਮੁਸਲਮਾਨਾਂ ਨੂੰ ਰੱਖਣਾ ਨਹੀਂ ਚਾਹੀਦਾ, ਆਪਣੇ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਆ ਬਈ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਹੁੰਦਾ, ਸਰਕਾਰ ਦੇ ਵਿੱਚ ਉਹਨਾਂ ਦੀ ਮੈਜੋਰਿਟੀ ਬਣਦੀ। ਬਾਬਾ ਸਾਹਿਬ ਕਹਿੰਦੇ ਉਹਦੇ ਨਾਲ ਕੀ ਆ, ਦੇਸ਼ ਦੇ ਵਿੱਚ ਸ਼ਾਂਤੀ ਆਉਣੀ ਆ, ਬਹੁਤੇ ਮੁਸਲਮਾਨ ਜਿਹੜੇ ਉੱਧਰ ਚਲੇ ਜਾਣੇ ਆ, ਤੇ ਪਾਵਰ ਜਿਹੜੀ ਆ ਉਹ ਮੁਸਲਮਾਨਾਂ ਦੀ ਜਿਹੜੀ ਲੋਕ ਸਭਾ ਦੇ ਵਿੱਚ ਜਿਹੜੀ ਆ ਉਹ ਵਰਚਸਵ ਉਹਨਾਂ ਦਾ ਘਟ ਜਾਣਾ ਹੈਗਾ ਆ, ਸੀਟਾਂ ਘੱਟ। ਜਿਹੜਾ ਚੌਥਾ ਪਾਰਟ ਹੈ ਚੈਪਟਰ ਦਾ, ਆਖਰੀ ਜਿਹੜਾ ਕੁਐਸਚਨ ਹੈਗਾ ਆ ਉਹ ਇਹ ਹੈਗਾ ਆ ਕਿ ਜਿਹੜੇ ਹਿੰਦੂ ਹੈਗੇ ਆ ਪੰਜਾਬ ਦੇ, ਮੁਸਲਮਾਨ ਹੈਗੇ ਆ ਪੰਜਾਬ ਦੇ ਤੇ ਬੰਗਾਲ ਦੇ, ਕਿ ਉਹ ਇਹਨਾਂ ਸਰਹੱਦਾਂ ਨੂੰ ਜਿਹੜੀਆਂ ਇਹ ਬਾਉਂਡਰੀ ਡਰਾਅ ਕਰਨੀਆਂ ਹੈਗੀਆਂ ਆ, ਇਹ ਸਰਹੱਦਾਂ ਬਣਾਉਣੀਆਂ ਹੈਗੀਆਂ ਆਪਣੀ ਧਰਤੀ ਦੇ ਉੱਤੇ, ਕੀ ਉਹ ਇਹਨੂੰ ਸਵੀਕਾਰ ਕਰਨਗੇ ਇਸ ਸਕੀਮ ਨੂੰ ਬਣਨ ਦੇ ਲਈ? ਇਹ ਬੜਾ ਵੱਡਾ ਸਵਾਲ ਹੈ। ਕਿਤੇ ਬਾਬਾ ਸਾਹਿਬ ਕਹਿੰਦੇ ਮੁਸਲਮਾਨਾਂ ਦੇ ਲਈ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਹੋਣੀ ਹੈਗੀ ਆ, ਪਰ ਜੇ ਉਹ ਇਸ ਦਾ ਵਿਰੋਧ ਕਰਦੇ ਆ, ਜਿਹੜੇ ਪੰਜਾਬ ਦੇ ਮੁਸਲਮਾਨ ਆ ਤੇ ਜਿਹੜੇ ਬੰਗਾਲ ਦੇ ਮੁਸਲਮਾਨ ਆ, ਉਹਨਾਂ ਨੂੰ ਇਹ ਨਹੀਂ ਪਤਾ ਵੀ ਪਾਕਿਸਤਾਨ ਦਾ ਮਸਲਾ ਜਾਂ ਕੌਮੀ ਮਸਲਾ ਹੈ ਕੀ ਆ। ਉਹਨਾਂ ਮੁਸਲਮਾਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ। ਕਹਿੰਦੇ ਕੁਝ ਮੁਸਲਮਾਨ ਜਿਹੜੇ ਆ ਨੁਮਾਇੰਦਗੀ ਕਰਦੇ ਆ, ਉਹ ਕਹਿੰਦੇ ਜੀ ਜਿਹੜਾ ਪਾਕਿਸਤਾਨ ਹੈਗਾ ਆ ਉਹ ਮੁਸਲਿਮ ਨੈਸ਼ਨਲ ਸਟੇਟ ਹੋਣੀ ਆ, ਤੇ ਕੁਝ ਕਹਿੰਦੇ ਹੈਗੇ ਆ ਕਿ ਮੁਸਲਿਮ ਨੈਸ਼ਨਲ ਹੋਮ ਹੋਣਾ ਹੈਗਾ ਆ। ਇਹਨਾਂ ਦੋਨਾਂ ਦੇ ਵਿੱਚ ਬਾਬਾ ਸਾਹਿਬ ਬਹੁਤ ਦੱਸਦੇ ਵੀ ਫਰਕ ਹੈਗਾ। ਬਾਬਾ ਸਾਹਿਬ ਕਹਿੰਦੇ ਇਹਨਾਂ 'ਚ ਮੈਂ ਇੱਕ ਆ ਨਾ ਜਦੋਂ ਪੈਲਸਤੀਨ ਦੇ ਵਿੱਚ ਜੂਇਸ਼ ਨੈਸ਼ਨਲ ਹੋਮ ਬਣਿਆ ਸੀ, ਉਹਦੇ ਬਾਰੇ ਬ੍ਰਿਟਿਸ਼ ਗਵਰਨਮੈਂਟ ਨੇ ਇੱਕ ਡੈਕਲੇਰੇਸ਼ਨ ਕੀਤੀ ਸੀ 1922 ਦੇ ਵਿੱਚ, ਉਹਨੂੰ ਮੈਂ ਸਕਿਪ ਕਰ ਰਿਹਾ, ਪਰ ਮੈਂ ਉਹਦਾ ਦੱਸ ਰਿਹਾ ਵੀ ਨੈਸ਼ਨਲ ਹੋਮ ਕੀ ਹੁੰਦਾ, ਨੈਸ਼ਨਲ ਸਟੇਟ ਕੀ ਹੁੰਦੀ ਹੈ। ਨੈਸ਼ਨਲ ਹੋਮ ਕੀ ਹੁੰਦਾ ਕਿ ਇੱਕ ਕੌਮ ਨੂੰ ਇੱਕ ਜਗ੍ਹਾ ਦੇ ਦਿੱਤੀ ਜਾਂਦੀ ਆ, ਉਹਦੇ ਵਿੱਚ ਉਹ ਆਪਣਾ ਆਜ਼ਾਦੀ ਬਰਾਬਰਤਾ ਦੇ ਨਾਲ ਉੱਥੇ ਰਹਿ ਸਕਦੇ ਆ, ਆਪਣੇ ਕਲਚਰ ਨੂੰ ਪ੍ਰਮੋਟ ਕਰ ਸਕਦੇ ਆ। ਪਰ ਜਿਹੜੀ ਸਟੇਟ ਹੁੰਦੀ ਆ ਜਾਂ ਨੈਸ਼ਨਲ ਜਿਹੜੀ ਕੰਟਰੀ ਹੁੰਦੀ ਆ, ਉਹ ਨੈਸ਼ਨੈਲਿਟੀ ਇੰਪੋਜ਼ ਨਹੀਂ ਕਰਦੀ ਉਹਦੇ ਉੱਤੇ। ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਜਿਹੜੀ ਨੈਸ਼ਨਲ ਸਟੇਟ ਹੈਗੀ ਆ, ਉਹਦੇ ਵਿੱਚ ਕੀ ਹੈਗਾ ਆ, ਉਹਦੇ ਵਿੱਚ ਜਿਹੜੇ ਲੋਕ ਹੈਗੇ ਆ, ਸਬਜੈਕਟਸ ਹੈਗੇ ਆ, ਉਹ ਉੱਥੇ ਦੇ ਜਿਹੜੇ ਵਸਿੰਦੇ ਹੈਗੇ ਆ, ਉਹਦੇ ਵਿੱਚ ਉਹਨਾਂ ਦੇ ਵਿੱਚ ਪੂਰੀ ਰਾਜਸੀ ਆਜ਼ਾਦੀ ਹੁੰਦੀ ਆ। ਉਹਦੇ ਵਿੱਚ ਜਿਹੜੀ ਸਟੇਟ ਹੁੰਦੀ ਆ ਜਾਂ ਜਿਹੜੀ ਉਹਦੇ ਵਿੱਚ ਕੰਟਰੀ ਹੁੰਦੀ ਆ, ਉਹ ਆਪਣੀ ਨੈਸ਼ਨੈਲਿਟੀ ਜਿਹੜੀ ਆ ਉਹਨਾਂ ਦੇ ਸਬਜੈਕਟ ਦੇ ਉੱਤੇ ਇੰਪੋਜ਼ ਕਰਦੇ ਵੀ ਤੁਸੀਂ ਅੱਜ ਤੋਂ ਪਾਕਿਸਤਾਨੀ ਆ, ਤੁਸੀਂ ਅੱਜ ਤੋਂ ਇੰਡੀਅਨਸ ਆ, ਜਾਂ ਤੁਸੀਂ ਅਮਰੀਕਨਸ ਆ, ਇੱਦਾਂ ਉਹਨੂੰ ਕਹਿੰਦੇ ਨੈਸ਼ਨਲ ਸਟੇਟ। ਹੁਣ ਕਹਿੰਦੇ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਮੁਸਲਮਾਨਾਂ ਨੂੰ ਕਿ ਉਹ ਪਾਕਿਸਤਾਨ ਨੂੰ ਕੀ ਚਾਹੁੰਦੇ ਹੈਗੇ ਆ। ਕਹਿੰਦੇ ਜੇ ਉਹ ਪਾਕਿਸਤਾਨ ਨੂੰ ਇੱਕ ਨੈਸ਼ਨਲ ਹੋਮ ਬਣਾਉਣਾ ਚਾਹੁੰਦੇ ਆ, ਵੀ ਇੱਕ ਵੱਖਰੀ ਜਗ੍ਹਾ ਆ ਜਿੱਥੇ ਇੱਕ ਤਰ੍ਹਾਂ ਦੇ ਸੱਭਿਆਚਾਰ ਦੇ ਲੋਕ ਰਹਿੰਦੇ ਆ, ਉਹਨਾਂ ਨੂੰ ਆਪਣਾ ਕਲਚਰ ਪ੍ਰਮੋਟ ਕਰਨ ਦੀ ਪੂਰੀ ਆਜ਼ਾਦੀ ਆ, ਤੇ ਉਹਨਾਂ ਦਾ ਕੋਈ ਨੈਸ਼ਨਲਿਜ਼ਮ, ਉਹਨਾਂ ਦੀ ਕੋਈ ਨੈਸ਼ਨੈਲਿਟੀ ਨਹੀਂ ਹੋਣੀ। ਬਾਬਾ ਸਾਹਿਬ ਕਹਿੰਦੇ ਜੇ ਤਾਂ ਉਹ ਪਾਕਿਸਤਾਨ ਨੂੰ ਇਸ ਤਰੀਕੇ ਨਾਲ ਰੱਖਣਾ ਚਾਹੁੰਦੇ ਫਿਰ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਜਿੱਥੇ ਅੱਜ ਪਾਕਿਸਤਾਨ ਬਣ ਜਾ ਰਿਹਾ ਹੈਗਾ ਉੱਥੇ ਆਲਰੇਡੀ ਮੁਸਲਮਾਨਾਂ ਦੀ ਮੈਜੋਰਿਟੀ ਹੈਗੀ ਆ। ਕਹਿੰਦੇ ਜੇ ਉਹ ਪਾਕਿਸਤਾਨ ਨੂੰ ਨੈਸ਼ਨਲ ਮੁਸਲਿਮ ਸਟੇਟ ਬਣਾਉਣਾ ਚਾਹੁੰਦੇ ਆ, ਫਿਰ ਕਹਿੰਦੇ ਵੀ ਕੁਝ ਸਵਾਲ ਹੈਗੇ ਆ ਜਿਹੜੇ ਜ਼ਿਕਰਯੋਗ ਹੈਗੇ ਆ ਇੱਥੇ, ਉਹਨਾਂ ਨੂੰ ਇਸ ਚੀਜ਼ ਬਾਰੇ ਸੋਚਣਾ ਪੈਣਾ ਹੈਗਾ। ਉਹ ਕੀ ਹੈਗਾ ਆ, ਬਾਬਾ ਸਾਹਿਬ ਇੱਥੇ ਚਿੰਤਤ ਇਸ ਗੱਲੋਂ ਆ ਵੀ ਜਿਹੜੇ ਮੁਸਲਮਾਨ ਸਟੇਟ ਦੇ ਵਿੱਚ ਜਿਹੜੇ ਹਿੰਦੂ ਹੋਣੇ ਹੈਗੇ ਆ, ਕੀ ਉਹਨਾਂ ਦੇ ਉੱਤੇ ਜ਼ਬਰਦਸਤੀ ਦੇਸ਼ ਦੀ ਨੈਸ਼ਨੈਲਿਟੀ ਥਾਪੀ ਜਾ ਸਕਦੀ ਹੈ ਕਿ ਨਹੀਂ ਥਾਪੀ ਜਾ ਸਕਦੀ। ਇੱਥੇ ਬਾਬਾ ਸਾਹਿਬ ਇਹ ਸਵਾਲ ਖੜਾ ਕਰਦੇ ਆ ਵੀ ਜਿਹੜਾ ਨੈਸ਼ਨਲ ਸਟੇਟ ਹੈ ਉਹਦਾ ਰੂਲ ਆ ਕਿ ਉਹ ਨੈਸ਼ਨੈਲਿਟੀ ਜਿਹੜੀ ਆ ਉੱਥੇ ਦੇ ਜਿਹੜੇ ਸਬਜੈਕਟ ਹੈਗੇ ਆ, ਉੱਥੇ ਦੇ ਜਿਹੜੇ ਲੋਕ ਹੈਗੇ ਆ, ਉਹਨਾਂ ਦੇ ਉੱਤੇ ਨੈਸ਼ਨੈਲਿਟੀ ਥਾਪ ਸਕਦੀ ਹੈ। ਜਿਹੜੇ ਪਾਕਿਸਤਾਨ ਦੇ ਅੰਦਰ ਆ ਗਏ ਉਹਨਾਂ ਸਾਰਿਆਂ ਨੂੰ ਪਾਕਿਸਤਾਨੀ ਬਣਨਾ ਪੈਣਾ ਹੈਗਾ ਆ। ਬਾਬਾ ਸਾਹਿਬ ਕਹਿੰਦੇ ਇੱਥੇ ਪ੍ਰੋਬਲਮ ਆ ਜਾਣੀ ਹੈਗੀ ਆ, ਕਿਉਂਕਿ ਇਦਾਂ ਦੀਆਂ ਸਿਚੁਏਸ਼ਨਸ ਇਤਿਹਾਸ ਦੇ ਵਿੱਚ ਪਹਿਲਾਂ ਕ੍ਰੀਏਟ ਹੋ ਚੁੱਕੀਆਂ। ਕਿੱਦਾਂ ਹੋ ਚੁੱਕੀਆਂ ਵੀ ਜਿਹੜੇ ਮਰਡਰ ਜਿਹੜੇ ਹੈਗੇ ਆ, ਜਿਹੜੇ ਕੀਤੇ ਗਏ ਹੈਗੇ ਟਰਕਸ ਵੱਲੋਂ, ਗ੍ਰੀਕ ਵੱਲੋਂ, ਬਲਗਰਸ ਵੱਲੋਂ ਤੇ ਚੈਕਸ ਦੇ ਵੱਲੋਂ, ਜਿਹੜੇ ਉਹਨਾਂ ਦੀਆਂ ਮਾਈਨੋਰਿਟੀਜ਼ ਦੇ ਉੱਤੇ ਕੀਤੇ ਗਏ ਹੈਗੇ ਆ। ਕਹਿੰਦੇ ਇਸ ਚੀਜ਼ ਨੂੰ ਰੋਕਣਾ ਪੈਣਾ, ਕਿਉਂਕਿ ਜੇ ਪਾਕਿਸਤਾਨ ਦੇ ਵਿੱਚ ਕੋਈ ਹਿੰਦੂ ਆ, ਉਹਦੇ ਉੱਤੇ ਨੈਸ਼ਨੈਲਿਟੀ ਇੰਪੋਜ਼ ਕੀਤੀ ਜਾਂਦੀ ਆ ਜ਼ਬਰਦਸਤ ਵੀ ਤੂੰ ਹੁਣ ਪਾਕਿਸਤਾਨੀ ਹੋ ਗਿਆ, ਤੇ ਉੱਥੇ ਕਹਿੰਦੇ ਵੀ ਬਲੱਡ ਸ਼ੈਡ ਹੋ ਜਾਣੀ ਹੈਗੀ ਆ। ਇਤਿਹਾਸ ਵਿੱਚ ਇਹ ਹੋਇਆ ਹੈਗਾ। ਬਾਬਾ ਸਾਹਿਬ ਕਹਿੰਦੇ ਵੀ ਇਸ ਚੀਜ਼ ਨੂੰ ਖੋਇਆ ਜਾ ਸਕਦਾ ਵੀ ਜਿਹੜੀ ਇੱਕ ਸਟੇਟ ਆ ਪਾਕਿਸਤਾਨ ਅਥਾਰਟੀ ਹੈਗੀ, ਉਹਦੇ ਕੋਲੋਂ ਇਹ ਚੀਜ਼ ਵਾਪਸ ਲਈ ਜਾਵੇ। ਉਹ ਆਪਣੀ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ ਜਾਂ ਆਪਣੀ ਨੈਸ਼ਨੈਲਿਟੀ ਉਹ ਕਿਸੇ ਉੱਤੇ ਇੰਪੋਜ਼ ਨਹੀਂ ਕਰ ਸਕਦੀ। ਤੇ ਉਸ ਤੋਂ ਬਾਅਦ ਬਾਬਾ ਸਾਹਿਬ ਇਹਨੂੰ ਦੱਸਦੇ, ਮਤਲਬ ਸਾਰਾ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਵੀ ਜਿਹਨੇ ਇੱਧਰ ਆਉਣਾ ਇੱਧਰ ਆ ਜਾਵੇ, ਜਿਹਨੇ ਉੱਧਰ ਜਾਣਾ ਉੱਧਰ ਚਲੇ ਜਾਵੇ। ਏਦਾਂ ਬਾਬਾ ਸਾਹਿਬ ਇਹਦੇ ਵਿੱਚ ਦੱਸ ਰਹੇ ਹੈਗੇ ਆ। ਹੁਣ ਬਾਬਾ ਸਾਹਿਬ ਕਹਿੰਦੇ ਹੈਗੇ ਆ, ਇਹਨੂੰ ਮੈਂ ਬਰੀਫ ਕਰਕੇ ਦੱਸਣਾ ਚਾਹੁੰਦਾ ਵੀ ਕੁਝ ਜਿਹੜੇ ਪੰਜਾਬ ਦੇ ਹਿੰਦੂ ਹੈਗੇ ਆ ਤੇ ਬੰਗਾਲ ਦੇ ਹਿੰਦੂ ਹੈਗੇ ਆ, ਉਹ ਇਸ ਚੀਜ਼ ਦਾ ਵਿਰੋਧ ਕਰਦੇ ਹੈਗੇ ਆ।
ਹੁਣ ਬਾਬਾ ਸਾਹਿਬ ਇਨ ਨਟਸ਼ੈਲ ਇਹ ਦੱਸ ਰਿਹਾ ਹੈਗਾ ਕਿ ਜਿਹੜਾ ਉਹ ਵਿਰੋਧ ਕਰ ਰਿਹਾ ਹੈਗਾ ਕਿਉਂਕਿ ਉਹਨਾਂ ਦੇ ਕੋਲ ਜਿਹੜੇ ਬੰਗਾਲ ਦੇ ਹਿੰਦੂ ਆ ਤੇ ਜਿਹੜੇ ਪੰਜਾਬ ਦੇ ਹਿੰਦੂ ਆ ਉਹ ਅਪਰ ਕਲਾਸ ਹਿੰਦੂ ਆ ਜਿਨ੍ਹਾਂ ਨੇ ਐਜੂਕੇਸ਼ਨ ਤੇ ਜਿਹੜੀ ਆਪਣੇ ਕੋਲ ਰੱਖੀ ਹੋਈ ਆ ਤੇ ਆਪਣਾ ਰਾਈਟ ਸਮਝਿਆ ਆ, ਜਿਹੜੀਆਂ ਸਿਵਲ ਸਰਵਿਸਿਜ਼ ਉਹਨਾਂ ਦੇ ਕੋਲ ਹੈਗੀਆਂ, ਆਪਣਾ ਫਾਇਦਾ ਦੇਖਦੇ ਹੈਗੇ ਬਾਬਾ ਸਾਹਿਬ ਨਾ ਕਹਿੰਦੇ ਵੀ ਉਹੀ ਬੰਦੇ ਜਿਹੜੇ ਆ ਵੰਡ ਦਾ ਵਿਰੋਧ ਕਰ ਰਹੇ ਹੈਗੇ ਆ। ਹਾਈ ਕਾਸਟ ਜਿਹੜੇ ਹਿੰਦੂ ਉਹ ਇਸ ਚੀਜ਼ ਦਾ ਵਿਰੋਧ ਕਰਦੇ ਹੈਗੇ ਆ। ਤੇ ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿੱਦਾਂ ਇਹਦੀਆਂ ਕਹਿੰਦੇ 2 ਐਗਜ਼ਾਮਪਲਾਂ ਹੈਗੀਆਂ ਆ। ਕਹਿੰਦੇ 1929 ਦੇ ਵਿੱਚ ਹਿੰਦੂਆਂ ਨੇ ਜਦੋਂ ਸਿੰਧ ਬੰਬੇ ਦੇ ਨਾਲੋਂ ਵੱਖਰਾ ਹੋਇਆ, ਬੰਬੇ ਪ੍ਰੈਜ਼ੀਡੈਂਸੀ ਦੇ ਨਾਲੋਂ ਵੱਖਰਾ ਹੋਇਆ ਹੈਗਾ ਆ, ਹਿੰਦੂਆਂ ਨੇ 1929 ਵਿੱਚ ਇਹਦਾ ਵਿਰੋਧ ਕੀਤਾ। ਤੇ ਪਰ ਹਿੰਦੂਆਂ ਨੇ 1915 ਦੇ ਵਿੱਚ ਇਹਦੀ ਸਪੋਰਟ ਕੀਤੀ ਸੀ ਵੀ ਜਿਹੜੀ ਬੰਬੇ ਪ੍ਰੈਜ਼ੀਡੈਂਸੀ ਦੇ ਨਾਲੋਂ ਜਿਹੜੇ ਸਿੰਧ ਹੈਗਾ ਵੱਖਰਾ ਹੋਣਾ ਚਾਹੀਦਾ। ਕਿਉਂ? ਕਹਿੰਦੇ ਕਿਉਂਕਿ ਉੱਥੇ ਉਸ ਵੇਲੇ ਗਵਰਨਮੈਂਟ ਹੈ ਨਹੀਂ ਸੀ। ਜਦੋਂ ਉੱਥੇ ਸਾਈਮਨ ਕਮਿਸ਼ਨ ਆਉਣ ਤੋਂ ਬਾਅਦ ਉੱਥੇ ਗਵਰਨਮੈਂਟ ਬਣਦੀ ਆ ਤੇ ਫਿਰ ਕੀ ਹੁੰਦਾ ਆ, ਹਿੰਦੂ ਕਹਿੰਦੇ ਵੀ ਇਹਨੂੰ ਅੱਡ ਨਹੀਂ ਕਰਨਾ ਹੈਗਾ ਕਿਉਂਕਿ ਉਹਨਾਂ ਨੂੰ ਪਤਾ ਵੀ ਉੱਥੇ ਅਸੀਂ ਆਪਣੀ ਜਿਹੜਾ ਗਵਰਨਮੈਂਟ ਬਣਾ ਸਕਦੇ ਹੈਗੇ ਆ, ਮੁਸਲਮਾਨਾਂ ਨੂੰ ਥੱਲੇ ਲੈ ਸਕਦੇ ਆ ਆਪਣੀ ਗਵਰਨਮੈਂਟ ਬਣਾ ਕੇ। ਸੋ ਜਿਹੜੇ ਅਪਰ ਕਲਾਸ ਹਿੰਦੂ ਆ ਉਹ ਸਿਆਸਤ ਵਿੱਚ ਵੀ ਰਹਿਣਾ ਚਾਹੁੰਦੇ ਆ ਤੇ ਐਜੂਕੇਸ਼ਨ ਦੇ ਵਿੱਚ ਵੀ ਬਾਬਾ ਸਾਹਿਬ ਕਹਿੰਦੇ ਰਹਿਣਾ ਚਾਹੁੰਦੇ ਆ। ਇਹ ਉਹੀ ਬੰਦੇ ਆ ਜਿਹੜਾ ਮੁਸਲਮਾਨ ਪੰਜਾਬ ਤੇ ਬੰਗਾਲ ਦੇ ਵਿੱਚ ਮੁਸਲਮਾਨਾਂ ਦਾ ਵਿਰੋਧ ਕਰਦੇ ਆ ਤੇ ਵੰਡ ਦਾ ਵਿਰੋਧ ਕਰਦੇ ਆ। ਬਾਬਾ ਸਾਹਿਬ ਇੱਥੇ ਇਹਨਾਂ ਦੀ ਇਹ ਗੱਲ ਦੱਸਦੇ ਹੈਗੇ ਆ। ਕਹਿੰਦੇ ਹੁਣ ਪੰਜਾਬੀਆਂ ਦੇ ਕੋਲ ਜਿਹੜੇ ਪੰਜਾਬ 'ਚ ਹੈਗੇ ਆ ਉਹਨਾਂ ਦੇ ਕੋਲ 2 ਅਲਟਰਨੇਟਿਵ ਹੈਗੇ ਆ, ਦੋ ਰਾਹ ਉਹਨਾਂ ਦੇ ਕੋਲ ਦੋ ਰਾਹ ਹੈਗੇ ਆ। ਕਿਹੜੇ ਆ? ਕਹਿੰਦੇ ਮੁਸਲਮਾਨ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ 13 ਮਿਲੀਅਨ ਹੈਗੇ ਆ ਤੇ ਹਿੰਦੂ ਤੇ ਸਿੱਖ ਜਿਹੜੇ ਹੈਗੇ ਆ ਉਹ 11 ਮਿਲੀਅਨ ਬਣਦੇ ਆ। ਜੇ ਆਪਾਂ ਇਹਨਾਂ ਨੂੰ ਘਟਾਉਣੇ ਹੈਗੇ ਆ ਉਹ ਸਾਰੇ 1.9 ਮਿਲੀਅਨ ਰਹਿ ਜਾਂਦੇ ਆ। ਤੇ ਕਹਿੰਦੇ ਇੱਥੋਂ ਹੀ ਪਤਾ ਲੱਗਦਾ ਕਿ ਮੁਸਲਮਾਨਾਂ ਦੀ ਜਿਹੜੀ ਮੈਜੋਰਿਟੀ ਹੈਗੀ ਆ ਉਹ 8% ਹੈਗੀ ਆ। ਪੰਜਾਬ ਦੇ ਵਿੱਚ ਮੁਸਲਮਾਨ 8% ਗਿਣਤੀ ਦੇ ਵਿੱਚ ਜ਼ਿਆਦਾ ਆ। ਕਹਿੰਦੇ ਇਹਨਾਂ ਤੱਥਾਂ ਨੂੰ ਅੱਗੇ ਰੱਖਦੇ ਹੋਏ ਅਸੀਂ ਕੀ ਕਹਿ ਸਕਦੇ, ਕਿਹੜੀ ਚੀਜ਼ ਵਧੀਆ ਆ ਵੀ ਪੰਜਾਬ ਨੂੰ ਇਕੱਠਾ ਰੱਖਿਆ ਜਾਵੇ ਤਾਂ ਕਿ ਮੁਸਲਮਾਨ ਜਿਹੜੇ ਆ 54% ਜਿਹੜੇ ਹੈਗੇ ਆ 54% ਮੁਸਲਮਾਨ ਜਿਹੜੇ ਆ ਹਿੰਦੂਆਂ ਦੀ 46% ਮਿਨੋਰਿਟੀ ਉੱਤੇ ਰਾਜ ਕਰਨ, ਜਾਂ ਫਿਰ ਉੱਥੇ ਜਿਹੜੀਆਂ ਬਾਉਂਡਰੀਜ਼ ਜਿਹੜੀਆਂ ਸੀਮਾਵਾਂ ਹੈਗੀਆਂ, ਜਿਹੜੀਆਂ ਸਰਹੱਦਾਂ ਉੱਥੇ ਬਣਾ ਦਿੱਤੀਆਂ ਜਾਣ, ਹਨਾ, ਤਾਂ ਕਿ ਜਿਹੜੇ ਹਿੰਦੂ ਉਹ ਆਪਣੀ ਜਿਹੜੀ ਆ ਸੈਪਰੇਟ ਨੇਸ਼ਨ ਬਣਾਉਣ ਤੇ ਜਿਹੜੀ ਮੁਸਲਮਾਨਾਂ ਦੇ ਅਤਿਆਚਾਰ ਤੋਂ ਬਚ ਸਕਣ। ਬੰਗਾਲ ਦੇ ਵਿੱਚ ਵੀ ਕਹਿੰਦੇ ਇਹੀ ਸਿਚੁਏਸ਼ਨ ਹੈਗੀ ਆ ਵੀ ਮੁਸਲਮਾਨ ਜਿਹੜੇ ਬੰਗਾਲ ਦੇ ਵਿੱਚ ਹੈਗੇ ਆ ਉਹ 27.4 ਮਿਲੀਅਨ ਆ ਤੇ ਹਿੰਦੂ ਜਿਹੜੇ ਹੈਗੇ ਆ ਉਹ 21.57 ਮਿਲੀਅਨ ਹੈਗੇ ਆ। ਇਹਨਾਂ ਦੋਨਾਂ ਦਾ ਡਿਫਰੈਂਸ ਜਿਹੜਾ ਆ ਕਹਿੰਦੇ 5.9 ਮਿਲੀਅਨ ਬਣਦਾ ਹੈਗਾ ਆ। ਕਹਿੰਦੇ ਵੀ ਹੁਣ ਇੱਥੋਂ ਇਹ ਪਤਾ ਲੱਗਦਾ ਹੈਗਾ ਕਿ ਜਿਹੜੇ ਮੁਸਲਮਾਨ ਜਿਹੜੇ ਹੈਗੇ ਆ ਬੰਗਾਲ ਦੇ ਵਿੱਚ 12% ਮੈਜੋਰਿਟੀ ਦੇ ਵਿੱਚ ਹੈਗੇ ਆ। ਕਹਿੰਦੇ ਕੀ ਵਧੀਆ ਹੈਗਾ ਆ ਕਿ ਉਹ 12% ਮੈਜੋਰਿਟੀ ਦੇ ਥੱਲੇ ਹਿੰਦੂ ਰਹਿਣਗੇ, ਆਪਣੀ ਮਿਨੋਰਿਟੀ ਬਣ ਕੇ ਰਹਿਣਗੇ, ਜਾਂ ਫਿਰ ਉਹ ਅੱਡ ਚਾਹੁਣਗੇ, ਹਨਾ। ਕਹਿੰਦੇ ਇਹ ਮੈਂ ਜਿਹੜੇ ਪੰਜਾਬ ਦੇ ਤੇ ਬੰਗਾਲ ਦੇ ਹਿੰਦੂ ਹੈਗੇ ਆ ਮੈਂ ਉਹਨਾਂ ਤੇ ਸੁੱਟਦਾ ਵੀ ਉਹ ਕੀ ਪ੍ਰੈਫਰ ਕਰਦੇ ਹੈਗੇ ਆ। ਕਹਿੰਦੇ ਪਰ ਮੈਂ ਇਹ ਗੱਲ ਜ਼ਰੂਰ ਕਹਿ ਦੇਣਾ ਚਾਹੁੰਦਾ ਹੈਗਾ ਵੀ ਜੇ ਸਾਨੂੰ ਇਹਦੇ ਵਿੱਚ ਕੁਝ ਜ਼ਿਆਦਾ ਮਿਲਦਾ ਨਹੀਂ ਹੈਗਾ ਤੇ ਅਸੀਂ ਕੁਝ ਗਵਾ ਵੀ ਨਹੀਂ ਰਹੇ ਹੈਗੇ। ਤੇ ਜਿਹੜੇ ਪੰਜਾਬ ਦੇ ਹਿੰਦੂ ਆ ਤੇ ਬੰਗਾਲ ਦੇ ਹਿੰਦੂ ਆ ਇਹਨਾਂ ਨੂੰ ਇਸ ਚੀਜ਼ 'ਤੇ ਧਿਆਨ ਰੱਖਣਾ ਚਾਹੀਦਾ ਆ ਕਿ ਉਹਨਾਂ ਦੀ ਪਾਪੂਲੇਸ਼ਨ ਆਲਰੇਡੀ ਬੰਗਾਲ ਤੇ ਪੰਜਾਬ ਦੇ ਵਿੱਚ ਜ਼ਿਆਦਾ ਆ। ਜੇ ਉਹਨਾਂ ਦੀ ਡੋਮੀਨੈਂਸ ਅੰਡਰ ਉਹਨੂੰ ਤੁਸੀਂ ਰਹਿਣਾ ਚਾਹੁੰਦੇ ਆ ਤੁਸੀਂ ਰਹਿ ਸਕਦੇ ਆ। ਪਰ ਬਾਬਾ ਸਾਹਿਬ ਕਹਿੰਦੇ ਵੀ ਕੰਟਰੀ ਲਈ ਕੀ ਸੇਫ ਹੈ ਤੁਸੀਂ ਇਹ ਦੇਖੋ। ਇਹ ਆ ਬਾਬਾ ਸਾਹਿਬ ਦਾ। As I said, is not about the ultimate future. Our difficulty is how to make the heterogeneous mess that we have today take a decision in common and march in a cooperative way on that road which is bound to lead us to unity.